ਮਹਿ ਅੰਮ੍ਰਿਤ ਗਿਆਨ ਹੈ। ਮਾਨਕ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਸਤਿਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਗ ਧਾਰ। ਦੋਹਰਾ ਸ੍ਰੀ ਗੁਰ ਪਗ ਕਰ ਸਿਪਰ ਸਰ ਬਾਨ ਜੇ ਸਰਬ ਵਿਕਾਰ। ਕਰਤੇ ਓਟ ਬਚਾਏ ਕੈ ਕਹੋ ਕਥਾ ਸੁਖ ਸਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰ ਪਗ ਕਰ ਸਿਪਰ ਸਰ ਬਾਨ ਜੇ ਸਰਬ ਵਿਕਾਰ। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਅਧਿਆਏ 70ਵਾਂ 70। ਕਵੀ ਸੰਤੋਖ ਸਿੰਘ ਜੀ ਮੰਗਲ ਕਰਦੇ ਹਨ। ਸ੍ਰੀ ਗੁਰੂ ਪਗ ਕਰ ਸਿਪਰ ਸਰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੋ ਚਰਨ ਹਨ ਉਹਨਾਂ ਨੂੰ ਇੱਕ ਸ਼ੀਲਡ ਬਣਾ ਕੇ ਮੈਂ ਆਪਣੇ ਸੀਸ ਤੇ ਰੱਖਾਂ। ਬਾਣ ਜੇ ਸਰਬ ਵਿਕਾਰ। ਬਾਣ ਜਿਹੜੇ ਐਰੋਸ ਹਨ, ਜੋ ਵਿਕਾਰਾਂ ਰੂਪ ਜਿਹੜੇ ਐਰੋਸ ਹਨ, ਜੋ ਡਿਜ਼ਾਇਰਸ ਰੂਪੀ ਜੋ ਐਰੋਸ ਹਨ, ਉਹ ਸਾਰੇ ਜਿਹੜੇ ਹਨ ਉਹਨਾਂ ਤੋਂ ਬਚਾਅ ਹੁੰਦਾ ਹੈ। ਕਰਤੇ ਓਟ ਬਚਾਏ ਕੈ। ਤੇ ਇਹ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਰੂਪੀ ਢਾਲ ਸ਼ੀਲਡ ਹੈ, ਇਹਦੇ ਨਾਲ ਆਪਣਾ ਬਚਾਅ ਹੋ ਜਾਂਦਾ ਹੈ, ਪ੍ਰੋਟੈਕਸ਼ਨ ਮਿਲ ਜਾਂਦਾ ਹੈ। ਕਹੋ ਕਥਾ ਸੁਖ ਸਾਰ। ਐਸੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋ ਕਥਾ ਹੈ, ਜੋ ਸੁੱਖਾਂ ਦੀ ਸਾਰ ਹੈ, ਸੁੱਖਾਂ ਨੂੰ ਦੇਣ ਵਾਲੀ ਹੈ, ਉਸ ਦੀ ਮੈਂ ਅੱਗੇ ਵਰਣਨ ਕਰਦਾ ਹਾਂ। ਸ੍ਰੀ ਬਾਲਾ ਸੰਦਰ ਵਾਚ ਚੌਪਈ। ਸ੍ਰੀ ਅੰਗਦ ਸੁਨ ਕਥਾ ਰਸਾਲਾ। ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਖਡੂਰ ਸਾਹਿਬ ਵਿਖੇ ਸੰਬੋਧਨ ਕਰਕੇ ਕਹਿੰਦੇ ਹਨ ਕਿ ਪਾਤਸ਼ਾਹ ਜੀ, ਹੁਣ ਇਹ ਜੋ ਕਥਾ ਰਸਾਲਾ ਬੜੀ ਮਿੱਠੀ ਆਨੰਦ ਨੂੰ ਦੇਣ ਵਾਲੀ ਹੈ, ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰੇਮ ਉਜਾਗਰ ਕਰਨ ਵਾਲੀ ਹੈ, ਆਪ ਜੀ ਸਰਵਣ ਕਰੋ। ਅਗਰਜ ਗਮਨੇ ਦੀਨ ਦਇਆਲਾ। ਅਗਰਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਹਿਲਾਦ ਦੇ ਦਰਸ਼ਨ ਕਰਕੇ ਉਹਨੂੰ ਦਰਸ਼ਨ ਦੇ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹੁਣ ਅੱਗੇ ਚੱਲੇ ਹਨ। ਜੋ ਦੀਨਾਂ ਦੇ, ਜੋ ਗਰੀਬਾਂ ਦੇ ਦਇਆ ਦੇ ਘਰ ਹਨ। ਤਬ ਮਰਦਾਨੇ ਬਚਨ ਉਚਾਰਾ। ਉਸ ਵੇਲੇ ਭਾਈ ਮਰਦਾਨੇ ਨੇ ਰਸਤੇ ਵਿੱਚ ਜਾਂਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ, ਧਰਿਓ ਪ੍ਰਭੂ ਸੁਕਰ ਅਵਤਾਰਾ। ਮਹਾਰਾਜ, ਆਪ ਜੀ ਨੇ ਹੁਣੇ ਹਜੇ ਜੋ ਆਪਾਂ ਭਗਤ ਪ੍ਰਹਿਲਾਦ ਦੇ ਕੋਲ ਗਏ ਸਾਂ, ਭਗਤ ਪ੍ਰਹਿਲਾਦ ਨੇ ਇਹ ਦੱਸਿਆ ਕਿ ਉਸਦਾ ਜੋ ਚਾਚਾ ਜੀ ਸੀਗਾ ਉਹ ਇੱਕ ਜਿਹੜਾ ਹੈ ਉਹ ਉਸਨੂੰ ਮਾਰਨ ਵਾਲਾ ਵਰਾ ਅਵਤਾਰ ਸੀਗਾ, ਜੋ ਵਿਸ਼ਨੂੰ ਨੇ ਅਵਤਾਰ ਧਾਰਨ ਕੀਤਾ। ਕਹਿੰਦੇ ਇਹ ਜੋ ਧਰਿਓ ਪ੍ਰਭੂ, ਜੋ ਪ੍ਰਭੂ ਪਰਮਾਤਮਾ ਨੇ ਉਸ ਵੇਲੇ ਸਤਜੁਗ ਵਿਖੇ ਜੋ ਵਰਾ ਅਵਤਾਰ ਧਾਰਨਾ ਕੀਤਾ। ਹਿਰਨਾਛਸ ਦਾਨਵ ਹਨ ਕੈਸੇ। ਹਿਰਨ ਯਕਸ਼ ਜਿਹੜਾ ਉਹਦਾ ਨਾਂ ਸੀਗਾ, ਤੇ ਹਰਨਾਕਸ਼ ਜਾਂ ਹਿਰਣਕਸ਼ਪ ਜਿਹੜਾ ਹੈ ਪ੍ਰਹਿਲਾਦ ਦੇ ਪਿਤਾ ਦਾ ਨਾਂ ਸੀਗਾ। ਹਿਰਨ ਯਕਸ਼ ਜਿਹੜਾ ਸੀਗਾ ਕਹਿੰਦੇ ਉਹ ਵੱਡਾ ਦਾਨਵ ਸੀਗਾ। ਕਹਿੰਦੇ ਜਿਹੜਾ ਵੱਡਾ ਦਾਨਵ ਸੀਗਾ ਬੜਾ ਤਕੜਾ ਸੀਗਾ, ਜਿਸ ਤਰ੍ਹਾਂ ਭਗਤ ਪ੍ਰਹਿਲਾਦ ਨੇ ਦੱਸਿਆ ਹੈ। ਤੇ ਉਹਦੀ ਮੌਤ ਕਿਸ ਤਰ੍ਹਾਂ ਹੋਈ? ਉਹ ਬੜਾ ਤਕੜਾ ਵੀ ਸੀਗਾ, ਸਟਰੋਂਗ ਵੀ ਸੀਗਾ, ਤੇ ਉਹਦੀ ਮੌਤ ਕਿਸ ਤਰ੍ਹਾਂ ਹੋਈ? ਕਿਸ ਤਰ੍ਹਾਂ ਉਸਨੂੰ ਜਿਹੜਾ ਵਰਾ ਅਵਤਾਰ ਧਾਰਨ ਕਰਕੇ ਪਰਮੇਸ਼ਰ ਨੇ ਆਪਣੀ ਆਗਿਆ ਕਰਕੇ ਉਸਨੂੰ ਮਾਰਨਾ ਕੀਤਾ। ਧਰਨੀ ਆਨੀ ਭਾਨੀਏ ਤੈਸੇ। ਕਹਿਣ ਲੱਗੇ ਧਰਨੀ ਆਨੀ, ਕਹਿਣ ਲੱਗੇ ਉਹ ਧਰਤੀ ਜਿਹੜੀ ਕਿ ਉਹਨੇ ਡੁਬੋ ਦਿੱਤੀ ਸੀ ਪਾਣੀ ਦੇ ਵਿੱਚ, ਜਿਹੜਾ ਹੈ ਉਹ ਕਿਸ ਤਰ੍ਹਾਂ ਬਚਾ ਕੇ ਧਰਤੀ ਤੋਂ ਉੱਤੇ ਲੈ ਕੇ ਆਇਆ ਵਰਾ ਅਵਤਾਰ। ਉਹ ਸਾਰੀ ਕਹਾਣੀ ਮੈਨੂੰ ਦੱਸੋ ਵੀ ਉਹ ਕਿਸ ਤਰ੍ਹਾਂ ਹੋਈ। ਇਹਨੇ ਦੈਤਨ ਕੋ ਜਨਮ ਜੋ ਕਰੂਰਾ। ਕਹਿਣ ਲੱਗੇ ਇਹ ਦੈਂਤਾਂ ਦਾ ਜਿਹੜਾ ਜਨਮ ਹੈ ਬੜਾ ਖੋਟਾ ਜਨਮ ਹੈ, ਕਿਉਂਕਿ ਦੈਂਤ ਜਨਮ ਲੈਂਦੇ ਹਨ ਦੁਨੀਆ ਨੂੰ ਦੁੱਖ ਦੇਣ ਵਾਸਤੇ, ਦੁਨੀਆ ਨੂੰ ਪੀੜਾ ਦੇਣ ਵਾਸਤੇ, ਦੁਨੀਆ ਨੂੰ ਤੜਫਾਉਣ ਵਾਸਤੇ ਦੈਂਤਾਂ ਦਾ ਜਨਮ ਹੁੰਦਾ ਹੈ। ਕਹਿੰਦੇ ਦੈਂਤਾਂ ਦਾ ਜਿਹੜਾ ਖੋਟਾ ਜਨਮ ਹੈ ਇਹ ਕਿਉਂ ਤੇ ਕਿਵੇਂ ਹੋਇਆ? ਸੋ ਕਹੇ ਸ੍ਰੀ ਗੁਰ ਗੁਣ ਭੂਰਾ। ਗੁਣਾ ਦੇ ਭੂਰਾ, ਗੁਣਾ ਦੇ ਜਾਣਨ ਵਾਲੇ ਪਰਿਪੂਰਨ ਪਰਮਾਤਮਾ ਦੇ ਰੂਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮੈਨੂੰ ਇਹ ਦੱਸਣਾ ਕਰੋ ਸਾਰੀ ਕਹਾਣੀ, ਜਿਸ ਤਰ੍ਹਾਂ ਵੀ ਇਹ ਕਹਾਣੀ ਆਉਂਦੀ ਹੈ, ਜਿਸ ਤਰ੍ਹਾਂ ਇਹ ਲਿਖੀ ਗਈ ਹੈ ਜਾਂ ਜਿਸ ਤਰ੍ਹਾਂ ਇਹ ਦੱਸੀ ਗਈ ਹੈ, ਉਹ ਮੈਨੂੰ ਦੱਸਣਾ ਕਰੋ। ਸੁਣ ਕਰ ਕਹਿਣ ਲਗੇ ਗੁਣਖਾਨੀ। ਇਹ ਜਿਹੜਾ ਹੈ ਭਾਈ ਮਰਦਾਨੇ ਦੀ ਬੇਨਤੀ ਨੂੰ ਸੁਣ ਕਰਕੇ ਗੁਣਾ ਦੀ ਖਾਨ, ਗੁਣਾ ਦੇ ਟ੍ਰੈਸ਼ਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਜਿਹੜਾ ਹਨ ਕਹਾਣੀ ਦਾ ਵਰਣਨ ਕਰਨ ਲੱਗੇ ਹਨ। ਸੋ ਇਸ ਤਰ੍ਹਾਂ ਇਸ ਪ੍ਰਕਾਰ ਕਰਕੇ ਜਿਹੜੀਆਂ ਇਹ ਕਥਾ ਕਹਾਣੀਆਂ ਹਨ ਇਹ ਬਹੁਤ ਜ਼ਰੂਰੀ ਵੀ ਹਨ ਆਪਣੇ ਵਾਸਤੇ,
ਕਿਉਂਕਿ ਸਭ ਤੋਂ ਪੁਰਾਣਕ ਜੋ ਲਿਖੀਆਂ ਹੋਈਆਂ ਹਨ ਤਾਂ ਇਹੀ ਲਿਖੀਆਂ ਹੋਈਆਂ ਹਨ। ਸੋ ਇਹ ਜਿਹੜੀਆਂ ਕਥਾ ਕਹਾਣੀਆਂ ਵਿੱਚੋਂ ਇੱਕ ਗੱਲ ਆਪਾਂ ਨੂੰ ਸਮਝ ਆਉਂਦੀ ਹੈ ਕਿ ਕਰਨ ਕਰਾਉਣ ਵਾਲਾ ਉਹ ਪਰਮੇਸ਼ਰ ਹੈ। ਆਦ ਕਾਲ ਤੋਂ ਲੈ ਕੇ ਉਹ ਪਰਮਾਤਮਾ ਹੀ ਸਭ ਕੁਝ ਕਰਦਾ ਹੈ। ਤੇ ਜਦੋਂ ਆਪਾਂ ਇਹ ਗੱਲ ਕਹਿੰਦੇ ਹਾਂ ਕਿ ਪਰਮਾਤਮਾ ਸਾਰਿਆਂ ਦੇ ਅੰਦਰ ਹੈ, ਸਾਰਿਆਂ ਦੇ ਅੰਦਰ ਉਹ ਆਤਮ ਸਰੂਪ ਕਰਕੇ ਆਪਣੇ ਆਪ ਨੂੰ ਜਿਹੜਾ ਹੈ ਪ੍ਰਗਟ ਕਰਦਾ ਹੈ, ਉਹ ਪਰਮਾਤਮਾ ਸਾਰੀ ਦੁਨੀਆ ਦਾ ਉਹ ਜੀਵਨ ਰੂਪ ਹੈ। ਤੇ ਫਿਰ ਉਹ ਜਿਹੜਾ ਹੈ ਉਸਦੇ ਜਿਹੜੇ ਹਨ ਉਸਦੇ ਸਰੂਪ ਦੇ ਵਿੱਚ ਫਿਰ ਉਹ ਕਿਵੇਂ ਜਨਮ ਲੈਂਦੇ ਨੇ ਜਿਹੜੇ ਦੁਨੀਆ ਨੂੰ ਦੁੱਖ ਦਿੰਦੇ ਨੇ। ਫਿਰ ਇੱਕ ਉਹ ਜਨਮ ਲੈਂਦੇ ਨੇ ਜੋ ਦੁਨੀਆ ਨੂੰ ਦੁੱਖ ਦਿੰਦੇ ਨੇ, ਫਿਰ ਉਹ ਵੀ ਜਨਮ ਲੈਂਦੇ ਨੇ ਜੋ ਉਹ ਦੁੱਖ ਨੂੰ ਕੱਟ ਕੇ ਦੁਨੀਆ ਨੂੰ ਸੁੱਖ ਦਿੰਦੇ ਨੇ। ਪਰ ਸਾਰੀ ਖੇਡ ਉਹ ਪਰਮਾਤਮਾ ਦੀ ਹੈ। ਐਂਡ ਆਫ ਦਾ ਡੇ ਉਹ ਪਰਮਾਤਮਾ ਆਪ ਹੀ ਸਾਰੀ ਖੇਡ ਕਰਨ ਵਾਲਾ ਹੈ। ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਜਿਹੜਾ ਇਤਿਹਾਸ ਦੇ ਵਿੱਚ ਇਹ ਸਾਖੀ ਤਾਂ ਲਿਖੀ ਹੈ ਕਿਉਂਕਿ ਆਪਾਂ ਨੂੰ ਹੋਲਿਸਟਿਕ ਮੈਨਰ ਦੇ ਵਿੱਚ ਇਹ ਸਾਰੀ ਗੱਲ ਨੂੰ ਦੇਖਣਾ ਚਾਹੀਦਾ ਹੈ। ਜਦੋਂ ਤੱਕ ਇਹ ਗੱਲਾਂ ਆਪਣੇ ਸਮਝ ਨਹੀਂ ਪੈਣਗੀਆਂ ਤਾਂ ਫਿਰ ਆਪਾਂ ਇਹ ਜਿਹੜਾ ਹੈ ਕਿਵੇਂ ਸਮਝਾਂਗੇ ਵੀ ਇੱਕ ਵੈਰੀ ਦੇ ਵਿੱਚ ਵੀ ਉਹ ਪਰਮਾਤਮਾ ਹੈ। ਜਿਸ ਤਰ੍ਹਾਂ ਜੇ ਗਿਆਨ ਦੀ ਨਿਗਾਹ ਨਾਲ ਦੇਖਿਆ ਜਾਵੇ ਔਰੰਗਜ਼ੇਬ ਦੇ ਵਿੱਚ ਵੀ ਤਾਂ ਉਹੀ ਆਤਮਾ ਹੈ ਨਾ ਪਰਮਾਤਮਾ, ਤੇ ਉਸ ਦਾ ਸਰੂਪ ਗੁਰੂ ਗੋਬਿੰਦ ਸਿੰਘ ਆਪ ਨੇ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਵੀ ਔਰੰਗਜ਼ੇਬ ਦੇ ਵਿੱਚ ਵਸਦੇ ਹਨ। ਦੇਖੋ ਨਾ ਇਹ ਗੱਲ ਨੂੰ ਆਪਾਂ ਕਿਵੇਂ ਸਮਝਾਂਗੇ। ਆਪਾਂ ਨੂੰ ਜਿਹੜਾ ਹੈ ਇਹ ਜਿਹੜਾ ਗਿਆਨ ਦੇਣ ਵਾਸਤੇ ਇਸ ਕਰਕੇ ਗਿਆਨ ਦੀ ਲੋੜ ਹੈ। ਸੋ ਗਿਆਨ ਦੇ ਨਿਗਾਹ ਨਾਲ ਦੇਖਿਆ ਜਾਵੇ ਤਾਂ ਪਰਮਾਤਮਾ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਦੁਨੀਆ ਦੇ ਵਿੱਚ। ਤੇ ਇੱਕੋ ਇੱਕ ਪਰਮਾਤਮਾ ਜਿਹੜਾ ਫੈਸਲਾ ਕਰਦਾ ਹੈ ਵੀ ਅੱਗੇ ਦੁਨੀਆ 'ਚ ਕੀ ਹੋਣਾ ਹੈ, ਕਿਵੇਂ ਚੱਲਣਾ ਹੈ, ਕੌਣ ਆਏਗਾ, ਕੌਣ ਜਾਏਗਾ, ਕੌਣ ਮਰੇਗਾ, ਕੌਣ ਮਾਰੇਗਾ, ਇਹ ਸਾਰਾ ਪਰਮਾਤਮਾ ਆਪ ਹੀ ਕਰਨ ਵਾਲਾ ਹੈ। ਇਸ ਕਰਕੇ ਇਹ ਕਥਾ ਪੁਰਾਣਾ ਕਥਾ ਵਿੱਚੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਵੀ ਪਰਮਾਤਮਾ ਨੇ ਸ਼ੁਰੂ ਤੋਂ ਆਦਿ ਕਾਲ ਤੋਂ ਇਹ ਕਿਵੇਂ ਚੱਲਦੀ ਆਈ ਹੈ। ਕਿਸ ਤਰ੍ਹਾਂ ਕਰਕੇ ਜਿਹੜਾ ਹੈ ਜੋ ਗਿਆਨੀ ਪੁਰਸ਼ ਹੁੰਦੇ ਨੇ ਉਹਨਾਂ ਨੇ ਇਹ ਸਾਰੇ ਵਾਤਾਵਰਣ ਦੇ ਵਿੱਚੋਂ ਕਿਵੇਂ ਪਰਮਾਤਮਾ ਦਾ ਲੜ ਫੜ ਲਿਆ ਤੇ ਪਰਮਾਤਮਾ ਦੇ ਸਿਮਰਨ ਕਰਕੇ ਪਰਮਾਤਮਾ ਨਾਲ ਇਕਮਿਕ ਹੋ ਗਏ। ਸੋ ਇਹ ਇੱਕ ਆਤਮਿਕ ਅਵਸਥਾ ਨੂੰ ਸਮਝਣ ਵਾਸਤੇ ਜਾਂ ਇੱਕ ਆਤਮਿਕ ਅਵਸਥਾ ਨੂੰ ਜਿਹੜਾ ਹੈ ਉਸ ਨੂੰ ਪ੍ਰਾਪਤ ਕਰਨ ਦਾ ਮੋਟੀਵੇਸ਼ਨ ਹੈ। ਸੋ ਇਹ ਸਾਰੀ ਗੱਲ ਜਿਹੜੀ ਹੈ ਇਤਿਹਾਸਕ ਤੌਰ ਤੇ ਸਮਝਾ ਰਹੇ ਹਨ। ਸੋ ਇਹ ਕਥਾ ਜਿਹੜੀ ਇਸ ਕਰਕੇ ਜ਼ਰੂਰੀ ਹੈ। ਇਸ ਕਰਕੇ ਨਹੀਂ ਦੇਖੋ ਅੱਜ ਕੱਲ੍ਹ ਲੋਕ ਕਹਿ ਦਿੰਦੇ ਹਨ ਇਹ ਮਿਥਿਓਲੋਜੀ ਹੈ, ਇਹ ਝੂਠੀਆਂ ਨੇ, ਇਹ ਬ੍ਰਹਮਨਿਕਲ ਨੇ। ਹਾਂ ਹੈ, ਪਰ ਫਿਰ ਹੋਰ ਕੀ ਹੈ? ਇਹ ਤੋਂ ਇਲਾਵਾ ਜੇ ਇਹ ਸਭ ਕੁਝ ਤੁਸੀਂ ਰਿਜੈਕਟ ਕਰਤੇ ਫਿਰ ਹੋਰ ਕਹਿ ਰਿਹਾ ਕੀ ਗਿਆ, ਕਿਵੇਂ ਐਕਸਪਲੇਨ ਕਰੋਗੇ? ਸੋ ਇਸ ਕਰਕੇ ਜਿਹੜਾ ਹੈ ਇਸ ਕਥਾ ਕਹਾਣੀਆਂ ਨੂੰ ਇਹ ਜਿਹੜਾ ਉਹਨਾਂ ਦੇ ਪਰਸਪੈਕਟਿਵ ਤੋਂ ਦੇਖਿਆ ਜਾਵੇ, ਜਿਹੜੇ ਪਰਸਪੈਕਟਿਵ ਚੋਂ ਇਹ ਲਿਖੀਆਂ ਗਈਆਂ ਹਨ ਉਹਨਾਂ ਦਾ ਜਿਹੜਾ ਹੈ ਓਰੀਜਨਲ ਇੰਟੈਂਸ਼ਨ ਜਿਹੜਾ ਉਹ ਦੇਖਿਆ ਜਾਵੇ। ਸੋ ਉਹਨਾਂ ਦੇ ਨਾਲ ਇਹ ਗੱਲਾਂ ਫਿਰ ਸਮਝ ਪੈਂਦੀਆਂ ਨੇ ਕਿਉਂਕਿ ਇਹ ਗੱਲਾਂ ਨੂੰ ਆਪਾਂ ਅੱਜ ਦੀ ਦੁਨੀਆ ਨਾਲ ਰਿਲੇਟ ਕਰਨਾ ਵੀ ਆਪਣੇ ਨਾਲ ਵੀ ਅੱਜ ਇਹੀ ਕੁਝ ਹੋ ਰਿਹਾ ਹੈ, ਆਪਣਾ ਵੀ ਉਹ ਸਿਸਟਮ ਉਹੀ ਹੈ। ਭਾਵੇਂ ਉਹ ਜਿਹੜਾ ਹਨ ਉਹਨਾਂ ਦੇ ਸਰੂਪ ਬਦਲ ਗਏ, ਉਹਨਾਂ ਦੀ ਥਿੰਕਿੰਗ ਬਦਲ ਗਈ, ਬੋਲੀ ਬਦਲ ਗਈ, ਸਮਾਂ ਬਦਲ ਗਿਆ, ਪਰ ਸਿਸਟਮ ਤਾਂ ਉਹੀ ਹੈ ਨਾ, ਸਕੀਮ ਤਾਂ ਉਹੀ ਚੱਲਦੀ ਆਉਂਦੀ ਹੈ। ਸੋ ਇਸ ਨੂੰ ਸਮਝਣ ਵਾਸਤੇ ਇਸ ਕਰਕੇ ਕਵੀ ਸੰਤੋਖ ਸਿੰਘ ਜੀ ਨੇ ਇਹ ਕਥਾ ਇੱਥੇ ਲਿਖੀ ਹੈ। ਜੋ ਸੁਣ ਹੈ ਪੁਰਾਣ ਕਹਾਣੀ। ਦੇਖੋ ਜੋ ਸੁਣ ਹੈ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜੋ ਪੁਰਾਣਾ ਵਿੱਚ ਇਹ ਕਥਾ ਅਸੀਂ ਸੁਣੀ ਹੈ। ਇੱਕ ਸਮੇਂ ਕਸ਼ਪ ਜਗ ਕਰੈ। ਇੱਕ ਸਮੇਂ ਕਸ਼ਪ ਜਿਹੜਾ ਇੱਕ ਰਿਸ਼ੀ ਸੀਗਾ। ਕਸ਼ਪ ਰਿਸ਼ੀ ਜਿਹੜਾ ਸੀਗਾ ਇਹਦੀਆਂ ਦੋ ਘਰ ਵਾਲੀਆਂ ਸੀ, ਇੱਕ ਅਦਿਤੀ ਸੀ, ਇੱਕ ਦਿੱਤੀ ਹੈ। ਸੋ ਅਦਿਤੀ ਤੋਂ ਦੇਵਤਿਆਂ ਨੇ ਜਨਮ ਲਿਆ, ਦਿੱਤੀ ਤੋਂ ਦੈਂਤਾਂ ਨੇ ਜਨਮ ਲਿਆ। ਤੇ ਇਹ ਦੋਨੋਂ ਜਿਹੜੀਆਂ ਸਨ ਪ੍ਰਜਾਪਤ ਜਿਹੜਾ ਸੀਗਾ ਉਹਦੀਆਂ ਲੜਕੀਆਂ ਸੀਗੀਆਂ। ਸੋ ਇਉਂ ਕਰਕੇ ਜਿਹੜਾ ਇਹ ਕਥਾ ਇੱਥੋਂ ਸ਼ੁਰੂ ਹੁੰਦੀ ਹੈ ਕਿ ਇੱਕ ਕਸ਼ਪ ਰਿਸ਼ੀ ਹੋਇਆ ਕਰਦਾ ਸੀ ਜੋ ਬਰਮਾ ਦਾ ਆਪਣਾ ਹੀ ਸਰੂਪ ਸੀਗਾ। ਜੋ ਬਰਮਾ ਨੇ ਰਿਸ਼ੀ ਪੈਦਾ ਕੀਤੇ, ਬਰਮਾ ਨੇ ਹੀ ਪੈਦਾ ਕੀਤੇ ਸੰਸਾਰੇ। ਬੈਠਿਓ ਸਦਨ ਹਰਖ ਉਰ ਧਰ ਕੈ। ਇੱਕ ਦਿਨ ਕਸ਼ਪ ਰਿਸ਼ੀ ਆਪਣੇ ਘਰ ਵਿੱਚ ਬੈਠਾ। ਸੰਧਿਆ ਕਾਲ ਸੁਤਾ ਦਖ ਕੇਰੀ। ਕਹਿਣਗੇ ਸੰਧਿਆ ਕਾਲ, ਜਦੋਂ ਸੰਧਿਆ ਹੋਈ ਤਾਂ ਦਕਸ਼ ਪ੍ਰਜਾਪਤੀ ਦੀ ਜਿਹੜੀ ਪੁੱਤਰੀ ਸੀ ਦਿੱਤੀ ਨਾਮ ਤ੍ਰਿਟ ਕਾਮ ਕਨੇਰੀ। ਕਹਿਣ ਲੱਗੇ ਉਹ ਜਿਹੜੀ ਦਿੱਤੀ ਸੀ ਉਹਨੂੰ ਜਿਹੜੀ ਕਾਮ ਵਾਸ਼ਨਾ ਹੋਈ ਬਹੁਤ ਜ਼ਿਆਦੇ। ਜਾਏ ਸਮੀਪ ਕਰੇ ਅਸ ਬੈਨਾ। ਉਸਨੇ ਜਾ ਕੇ ਆਪਣੇ ਪਤੀ ਕਸ਼ਪ ਕੋਲ ਜਾ ਕੇ ਇਹ ਬੇਨਤੀ ਕੀਤੀ, ਤਨ ਮਨ ਮੋਰ ਕੰਪਾਵਾ ਮੈਨਾ। ਕਹਿੰਦੇ ਹੇ ਪਤੀ ਜੀ ਮੇਰੇ ਸਰੀਰ ਨੂੰ ਕਾਮ ਬਹੁਤ ਤੰਗ ਕਰ ਰਿਹਾ ਹੈ। ਜਿਉ ਕਦਲੀ ਦਲ ਦੁਰਦ ਹਿਲਾਵੇ। ਜਿਵੇਂ ਜਿਵੇਂ ਕਹਿੰਦੇ ਕੇਲੇ ਦਾ ਦਰਖਤ ਹੁੰਦਾ ਨਾ, ਬੜਾ ਜਿਹੜਾ ਹੈ ਕੇਲੇ ਦੇ ਦਰਖਤ ਨੂੰ ਜਿਵੇਂ ਹਾਥੀ ਹਿਲਾਉਂਦਾ ਹੈ,
ਇਸ ਤਰ੍ਹਾਂ ਇਹ ਕਾਮ ਵਾਸਨਾ ਨੇ ਮੈਨੂੰ ਹਿਲਾਇਆ ਪਿਆ ਹੈ। ਦੀਨ ਜਾਣਤਿਓ ਮੁਝ ਸੰਤਾਵੈ। ਕਹਿਣਗੇ ਦੀਨ ਜਾਣ, ਮੈਨੂੰ ਦੀਨ ਜਾਣ ਕੇ, ਮੈਨੂੰ ਕਮਜ਼ੋਰ ਜਾਣ ਕੇ ਇਹ ਮੈਨੂੰ ਸਤਾਰਿਆ ਹੈ। ਸੌਤ ਸਮਰਿੱਧਵਾਨ ਸਭ ਜੋਈ। ਦੇਖੋ ਕਹਿੰਦੇ ਮੇਰੀਆਂ ਜਿਹੜੀਆਂ ਸੌਕਣਾ ਹਨ, ਜਿਹੜੀਆਂ ਹੋਰ ਕਸ਼ਪ ਰਿਸ਼ੀ ਦੀਆਂ ਹੋਰ ਘਰ ਵਾਲੀਆਂ ਸਨ, ਕਹਿੰਦੇ ਉਹ ਸਾਰੀਆਂ ਪ੍ਰਤਾਪ ਵਾਲੀਆਂ ਹੋ ਗਈਆਂ, ਉਹਨਾਂ ਦੇ ਪੁੱਤਰ ਹੋ ਗਏ ਹਨ ਸਾਰਿਆਂ ਤਿਨ ਦੇ। ਪਿਖ ਦਾਹੇ ਹਿਰਦੇ ਮਮ ਹੋਈ। ਉਹ ਦੇਖ ਕਰਕੇ ਮੇਰੇ ਹਿਰਦੇ ਵਿੱਚ ਬੜੀ ਜਿਹੜੀ ਹਨ ਅੱਗ ਲੱਗਦੀ ਹੈ, ਸੜੇਵੀਂ ਦੀ ਕਹਿ ਲਈਏ, ਈਰਖਾ ਦੀ ਕਹਿ ਲਈਏ, ਇਹ ਅੱਗ ਮੇਰੇ ਵਿੱਚ ਬੜੀ ਲੱਗਦੀ ਹੈ ਵੀ ਮੇਰੇ ਕੋਈ ਪੁੱਤਰ ਨਾ ਹੋਇਆ। ਤੁਮ ਕਿਰਪਾਲ ਸਭ ਭਾਂਤ ਪ੍ਰਬੀਨੋ। ਕਹਿਣ ਲੱਗੇ ਤੁਸੀਂ ਕਿਰਪਾ ਦੇ ਘਰ ਵਿੱਚ ਆਓ, ਕਸ਼ਪ ਰਿਸ਼ੀ ਨੂੰ ਕਹਿੰਦੇ, ਤੇ ਤੁਸੀਂ ਹਰ ਪ੍ਰਕਾਰ ਕਰਕੇ ਸਿਆਣੇ ਹੋ। ਇੱਕ ਸਮਾਨ ਅੰਗਨਾ ਸਭ ਚੀਨੋ। ਦੇਖੋ ਇਸਤਰੀਆਂ ਜਿਹੜੀਆਂ ਹਨ ਉਹਨਾਂ ਨੂੰ ਸਾਰਿਆਂ ਨੂੰ ਬਰਾਬਰ ਕਰਕੇ ਤੁਸੀਂ ਦੇਖਦੇ ਹੋ ਤੇ ਉਹਨੂੰ ਦੇਖਣਾ ਕਰੋ। ਤਨ ਪੈ ਵਿਆਪਿਓ ਅਧਿਕ ਅਨੰਗਾ। ਇਸ ਕਰਕੇ ਮੇਰੇ ਤਨ ਨੂੰ ਹੁਣ ਇਹ ਕਾਮ ਵਾਸਨਾ ਤੰਗ ਕਰ ਰਹੀ ਹੈ। ਅਬ ਉਮੰਗ ਕੀਜੈ ਮਮ ਸੰਗਾ। ਇਸ ਕਰਕੇ ਮੇਰੇ ਨਾਲ ਸੰਗ ਕਰ ਲੋ ਹੁਣ ਇਸੇ ਵਕਤ। ਕਾਮ ਸੰਗ ਮੈਂ ਪੀੜਤ ਭਾਰੀ। ਕਿਉਂਕਿ ਕਾਮ ਸੰਗ ਮੈਂ ਜਿਹੜਾ ਹੈ, ਕਾਮ ਸੰਗ ਵਾਸਤੇ ਮੇਰਾ ਸਰੀਰ ਬਹੁਤ ਪੀੜਤ ਹੋ ਰਿਹਾ ਹੈ, ਮੈਂ ਬਹੁਤ ਤੜਫ ਰਹੀ ਹਾਂ। ਅਬ ਮੈਥੁਨ ਕਰ ਦੇਹੋ ਨਿਵਾਰੀ। ਇਸ ਕਰਕੇ ਜਿਹੜਾ ਸੰਗ ਕਰਕੇ ਮੇਰੀ ਜਿਹੜੀ ਪੀੜਾ ਨੂੰ ਦੂਰ ਕਰੋ। ਆਤੁਰ ਹੋਇ ਸਰਨਾਗਤ ਆਵੈ। ਕਹਿਣ ਲੱਗੇ ਆਤੁਰ ਹੋਏ, ਮੈਂ ਬਹੁਤ ਦੁਖੀ ਹੋ ਕੇ ਤੁਹਾਡੀ ਸ਼ਰਨ ਵਿੱਚ ਆਈ ਹਾਂ। ਜੋ ਕਿਰਪਾਲ ਨਹਿ ਮੋਗ ਪਠਾਵੈ। ਦੇਖੋ ਜੋ ਕਿਰਪਾ ਦੇ ਹੁੰਦੇ ਨੇ, ਕਿਰਪਾ ਕਰਨ ਵਾਲੇ, ਉਹ ਕਿਤੇ ਵੀ ਕਿਸੇ ਨੂੰ ਖਾਲੀ ਨਹੀਂ ਜਾਣ ਦਿੰਦੇ, ਖਾਲੀ ਹੱਥ ਨਹੀਂ ਤੋੜਦੇ ਜਿਹੜਾ ਕੋਈ ਆ ਕੇ ਬੇਨਤੀ ਕਰੇ। ਕਰੇ ਕੇਲ ਤੇ ਜਨਮ ਹੈ ਤਾਤਾ। ਕਹਿਣ ਲੱਗੇ ਕਰੇ ਕੇਲ, ਇਹ ਸੰਗ ਕਰਨ ਕਰਕੇ ਆਪਣੇ ਘਰ ਵਿੱਚ ਪੁੱਤਰ ਦਾ ਜਨਮ ਹੋਵੇਗਾ। ਤਬ ਮੈਂ ਸੁਖ ਪਾਵੋ ਪਲ ਭਾਤਾ। ਫਿਰ ਮੈਂ ਵੀ ਬੜਾ ਸੁਖ ਪਾਉਂਗੀ, ਆਪਣੇ ਪੁੱਤਰਾਂ ਨੂੰ ਪਾਲਾਂਗੀ ਸਾਰੇ ਪ੍ਰਕਾਰ ਕਰਕੇ। ਸੁਨ ਕਸ਼ਪ ਨਿਜ ਤੇ ਕੀ ਬਾਨੀ। ਸੋ ਇਹ ਸੁਣ ਕਰਕੇ ਕਸ਼ਪ ਰਿਸ਼ੀ ਨੇ ਕਿਹਾ ਉਸ ਵੇਲੇ, ਬੋਲਿਓ ਤਾਹੇ ਕਰਤ ਸਨਮਾਨੀ। ਬੋਲਿਓ ਕਹਿੰਦੇ ਕਿ ਕਸ਼ਪ ਰਿਸ਼ੀ ਬੋਲਿਆ ਪਰ ਸਨਮਾਨ ਕਰਕੇ, ਉਹਦਾ ਆਦਰ ਸਤਕਾਰ ਕਰਕੇ ਦਿੱਤੀ ਦਾ। ਚੰਦਰ ਬਦਨ ਤੂੰ ਮੋ ਕੋ ਪਿਆਰੀ। ਕਹਿਣ ਲੱਗੇ ਤੂੰ ਚੰਦਰ ਬਦਨ, ਚੰਦਰ ਵਰਗੀ ਸੁੰਦਰਤਾ ਨੂੰ ਰੱਖਣ ਵਾਲੀ ਤੂੰ ਮੇਰੀ ਪਿਆਰੀ ਜਾਂ ਮੇਰੀ ਘਰ ਵਾਲੀ ਹੈ। ਕਰੋ ਕਾਮਨਾ ਪੂਰਬ ਥਾਰੀ। ਕਹਿੰਦੇ ਕਰੋ, ਮੈਂ ਤੇਰੀ ਕਾਮਨਾ ਜ਼ਰੂਰ ਪੂਰੀ ਕਰਾਂਗਾ। ਸੰਧਿਆ ਕਾਲ ਬੀਤ ਹੈ ਜਬ ਹੀ। ਕਹਿੰਦੇ ਪਰ ਇੱਕ ਗੱਲ ਹੈ ਦਿੱਤੀ, ਇਹ ਸਮਾਂ ਜਿਹੜਾ ਸਨਸੈਟ ਵਾਲਾ ਹੈ, ਇਹ ਸਨਸੈਟ ਦਾ ਸਮਾਂ ਜਿਹੜਾ ਇਹਨੂੰ ਲੰਘਣ ਦੇ ਦੇ, ਇਹਨੂੰ ਪਾਸ ਹੋਣ ਦੇ ਦੇ। ਮੈਥੁਨ ਕਰੋ ਸੰਗ ਤੁਝ ਤਬ ਹੀ। ਹਾਂ ਕਹਿਣ ਲੱਗੇ ਫੇਰ ਤੇਰੇ ਨਾਲ ਮੈਂ ਸੰਗ ਕਰਾਂਗਾ, ਵੀ ਹਨੇਰਾ ਹੋ ਲੰਦੇ, ਇਹ ਸਨਸੈਟ ਦਾ ਜਿਹੜਾ ਸਮਾਂ ਹੈ ਇਹ ਠੀਕ ਨਹੀਂ, ਇਹਨੂੰ ਲੰਘ ਜਾਣ ਦੋ ਪਹਿਲਾਂ। ਇਹ ਬੇਲਾ ਲਖ ਘੋਰ ਵਿਸਾਲਾ। ਹਾਂ ਕਹਿਣ ਲੱਗੇ ਇਹ ਵੇਲਾ ਜਿਹੜਾ ਹੈ ਨਾ ਸਨਸੈਟ ਵਾਲਾ, ਇਹ ਜਿਹੜਾ ਬੜਾ ਘੋਰ ਹੈ, ਬੜਾ ਤਕੜਾ ਸਮਾਂ ਹੈ, ਇਹ ਬੜਾ ਜਿਹੜਾ ਹੈ ਇਹ ਸਮੇਂ ਦੇ ਵਿੱਚ ਕਿਉਂਕਿ ਦਿਨ ਤੇ ਰਾਤ ਮਿਲਦੇ ਨੇ, ਤੇ ਇਹ ਉਹ ਸਮਾਂ ਹੈ ਜਿੱਥੇ ਨਾ ਦਿਨ ਹੈ ਨਾ ਰਾਤ ਹੈ। ਕਾਮ ਚੇਸਤਾ ਕੋ ਨਹਿ ਕਾਲਾ। ਕਹਿਣ ਲੱਗੇ ਇਹ ਕਾਮ ਚੇਸ਼ਟਾ ਵਾਸਤੇ, ਕਾਮ ਦੇ ਸੰਗ ਵਾਸਤੇ ਇਹ ਸਮਾਂ ਠੀਕ ਨਹੀਂ ਹੈਗਾ। ਸੰਕਰ ਫਿਰਤ ਲਿਏ ਗਣ ਸੰਗਾ। ਦੇਖੋ ਇਸ ਸਮੇਂ ਦੇ ਵਿੱਚ ਸ਼ਿਵ ਜੀ ਜਿਹੜੇ ਹਨ ਉਹ ਆਪਣੇ ਗਣ, ਆਪਣੇ ਜਿਹੜੇ ਹਨ ਉਹਨਾਂ ਦੇ ਗਣ ਜਿਹੜੇ ਹੁੰਦੇ ਨੇ, ਫੇ ਭੂਤ ਪ੍ਰੇਤ ਜਿੰਨੇ ਹੁੰਦੇ ਨੇ, ਉਹਨਾਂ ਦਾ ਸੰਗ ਲੈ ਕੇ ਉਹ ਦੁਨੀਆ ਤੇ ਵਿਚਰ ਰਹੇ ਹਨ। ਭੂਤ ਪ੍ਰਚਰਜਾ ਹੇਤ ਉਮੰਗਾ। ਦੇਖੋ ਜੋ ਕਹਿੰਦੇ ਭੂਤ ਜਿਹੜੇ ਹਨ ਉਹ ਪਲ ਭਾਤੀ ਇਹ ਸਮੇਂ 'ਚ ਤੁਰੇ ਫਿਰਦੇ ਹਨ, ਬਿਕੋਜ਼ ਭੂਤਾਂ ਨੂੰ ਵੀ ਅੱਗੇ ਉਹਨਾਂ ਨੂੰ ਲੋੜ ਹੈ ਕੋਈ ਸਰੀਰ ਦੀ, ਉਹਨਾਂ ਨੇ ਵੀ ਗਾਂ ਸਰੀਰ ਧਾਰਨ ਕਰਕੇ ਉਹਨਾਂ ਦੀ ਵੀ ਮੁਕਤੀ ਦੀ ਇੱਛਾ ਪੂਰੀ ਹੋਣੀ ਹੁੰਦੀ ਹੈ। ਇਸ ਕਰਕੇ ਕਹਿੰਦੇ ਜਿਹੜੇ ਭੂਤ ਲੋਕ ਹੁੰਦੇ ਨੇ ਉਹ ਆਪਣੇ ਪਾਪ ਕਰਮ ਭੋਗਣ ਵਾਸਤੇ ਉਹਨਾਂ ਨੂੰ ਵੀ ਸਰੀਰ ਚਾਹੀਦਾ ਹੁੰਦਾ ਹੈ। ਕਹਿੰਦੇ ਇਸ ਕਰਕੇ ਇਹ ਸਮਾਂ ਠੀਕ ਨਹੀਂ ਹੈਗਾ, ਕਿਤੇ ਉਹ ਐਸੀ ਗੱਲ ਨਾ ਹੋ ਜਾਵੇ। ਹੁਕਮ ਸਮਾਨ ਭਸਮ ਤਨ ਕੀਨੋ। ਦੇਖੋ ਕਹਿੰਦੇ ਚਾਂਦੀ ਵੱਤ ਜਿਹੜਾ ਸ਼ਿਵ ਜੀ ਹੈ ਨਾ, ਉਹਨੇ ਭਸਮ ਲਾ ਕੇ ਆਪਣੇ ਸਰੀਰ ਨੂੰ ਜਿਹੜੀ ਮਲੀ ਹੋਈ ਹੈ, ਐਸਾ ਸ਼ਿਵ ਜੀ ਜਿਹੜਾ ਹੈ। ਅਗਨ ਤਰਨ ਸਸ ਜਿਹਦਰੇਗਾ ਤੀਨੋ। ਹਾਂ ਕਹਿਣ ਲੱਗੇ ਦੇਖੋ ਉਹਦੇ 3 ਨੇਤਰ ਨੇ, ਤੇ ਇੱਕ ਤਾਂ ਅਗਨੀ ਹੈ, ਦੂਜਾ ਚੰਦਰਮਾ ਹੈ, ਤੇ ਤੀਜਾ ਜਿਹੜਾ ਸੂਰਜ ਹੈ। ਇਸ ਕਰਕੇ ਜਿਹੜਾ ਆਪਣਾ ਸ਼ਿਵ ਜੀ ਹੈ, ਕਹਿੰਦੇ ਅਗਨੀ ਕੀ ਹੈ ਜਿਹੜੀ ਡੂਮਸਡੇ ਲੈ ਕੇ ਆਉਂਦੀ ਹੈ ਸੰਸਾਰ ਨੂੰ, ਤੇ ਇੱਕ ਸੂਰਜ ਹੈ, ਇੱਕ ਚੰਦਰਮਾ। ਕਹਿੰਦੇ ਇਸ ਵੇਲੇ ਸ਼ਿਵ ਜੀ ਕਿਉਂ ਇਹ ਸਮੇਂ ਵਿੱਚ ਬਾਹਰ ਆਉਂਦਾ ਹੈ ਤੇ ਸੰਸਾਰ 'ਚ ਵਿਚਰਦਾ ਹੈ, ਕਿਉਂਕਿ ਉਹੀ ਇੱਕ ਸਮਾਂ ਹੁੰਦਾ ਹੈ ਜਿੱਥੇ ਮੂਨ ਐਂਡ ਸਨ ਇਕੱਠੇ ਆਏ ਹੁੰਦੇ ਹਨ, ਦੋਵੇਂ ਦ੍ਰਿਸ਼ਟ ਵਿੱਚ ਆਉਂਦੇ ਹਨ, ਮੂਨ ਵੀ ਦਿਸਦਾ ਹੈ, ਸੂਰਜ ਵੀ ਹੁੰਦਾ ਹੈ। ਸੋ ਇਸ ਕਰਕੇ ਉਹਦੀ ਤੀਜੀ ਅਗਨੀ ਜਿਹੜੀ ਡੂਮਸਡੇ ਵਾਲੀ, ਜਿਹਨੂੰ ਤੀਜੀ ਅੱਖ ਵੀ ਕਿਹਾ ਜਾਂਦਾ ਹੈ। ਪੂਜਨ ਸਮੇਂ ਤਾਹੇ ਕੋ ਜਾਣੋ। ਦੇਖੋ ਇਹ ਸਮਾਂ ਜਿਹੜਾ ਹੁੰਦਾ ਹੈ ਸਨਸੈਟ ਵਾਲਾ, ਇਹ ਪੂਜਨ ਵਾਲਾ ਸਮਾਂ ਹੈ, ਇੱਥੇ ਪੂਜਨ ਕਰਨਾ ਚਾਹੀਦਾ ਹੈ।
ਪੂਜਾ ਪ੍ਰਤਿਸ਼ਠਾ ਕਰਨੀ ਚਾਹੀਦੀ ਹੈ ਦੇਵਤਿਆਂ ਦੀ। ਇੱਥੇ ਪੂਜਾ ਕਰੀਏ ਸ਼ਿਵ ਜੀ ਦੀ, ਤਾਂ ਕਰਕੇ ਆਪਣੀ ਰੱਖਿਆ ਹੋਵੇ। ਕਾਲ ਕਰਨ ਕੋ ਕਾਲ ਨਾ ਮੰਨ ਹੋ। ਹਾਂ, ਇਸ ਕਰਕੇ ਕੇਲ ਕਰਨ ਇਹ ਸਮਾਂ ਠੀਕ ਨਹੀਂ ਸੰਗ ਕਰਨ ਵਾਸਤੇ। ਦਿਨ ਮੈਥੁਨ ਤੇ ਆਇਓ ਘਟਾਈ। ਇਸ ਕਰਕੇ ਜਿਹੜਾ ਹੈ ਦਿਨ ਮੈਥਨ ਤੇ ਆਇਓ ਘਟਾਈ। ਕਹਿਣ ਲੱਗੇ ਦੂਜੀ ਗੱਲ ਇਹ ਹੈ, ਇਹ ਜਿਹੜਾ ਕਾਮ ਚੇਸ਼ਟਾ ਹੈ, ਕਾਮ ਦਾ ਸੰਗ ਹੈ, ਇਹ ਉਮਰ ਘਟਾਉਂਦਾ ਹੈ। ਜਿੰਨਾ ਵੀ ਬੰਦਾ ਜ਼ਿਆਦਾ ਕਾਮ ਵਾਸ਼ਨਾ ਵਾਲਾ ਹੋਵੇ ਉਹਦੀ ਉਮਰ ਘਟ ਜਾਂਦੀ ਹੈ, ਕਿਉਂਕਿ ਸਵਾਸ ਬਹੁਤੇ ਚੱਲਦੇ ਹਨ। ਸੋ ਇਹ ਸਵਾਸਾਂ ਨੂੰ ਘਟਾਉਣ ਵਾਲੀ ਕਿਰਿਆ ਹੈ। ਜਿੰਨਾ ਵੀ ਬੰਦਾ ਜ਼ਿਆਦਾ ਕਰਦਾ ਉਹਦੀ ਉਮਰ ਘਟ ਜਾਂਦੀ ਹੈ। ਪੂਰਬ ਦਿਨਨ ਦੁਰ ਸੁਤ ਜਨਮਾਈ। ਕਹਿਣਗੇ ਪੂਰਬ ਦਿਨਨ। ਦੂਜਾ ਕਸ਼ਪ ਕਹਿੰਦਾ ਜਿਹੜਾ ਤਿਉਹਾਰ ਵਾਲਾ ਦਿਨ ਹੁੰਦਾ ਹੈ, ਜਿਵੇਂ ਹਿੰਦੂ ਮਤ ਦੇ ਵਿੱਚ ਉਹਨਾਂ ਦੇ ਆਪਣੇ ਦਿਨ ਹਨ। ਇਕਾਦਸ਼ੀ ਹੋਇਆ, ਹਾਂਜੀ, ਪੂਰਨਮਾਸੀ ਹੋਇਆ, ਸੰਗਰਾਂਦ ਹੋਈ, ਮੱਸਿਆ ਹੋਈ, ਤੇ ਹੋਰ ਉਹਨਾਂ ਦੇ ਜਿੰਨੇ ਵੀ ਜਯੰਤੀ ਹੁੰਦੀਆਂ ਨੇ ਉਹ ਸਾਰੀਆਂ ਨੂੰ ਪਾ ਕੇ, ਜਿਵੇਂ ਜਿਹੜਾ ਹੈ, ਜਿਵੇਂ ਆਪਾਂ ਆਪਣੇ ਹਿਸਾਬ ਨਾਲ ਕਰੀਏ ਤਾਂ ਗੁਰਪੁਰਬ, ਜਿਹੜੇ ਗੁਰਪੁਰਬ ਹੁੰਦੇ ਨੇ ਇਹ ਸਾਰੇ ਕਹਿੰਦੇ ਇਹ ਜਿਹੜੇ ਦਿਨ ਹੁੰਦੇ ਪਵਿੱਤਰ ਦਿਨ ਹੁੰਦੇ ਨੇ। ਇਸ ਦਿਨਾਂ ਦੇ ਵਿੱਚ ਇਹ ਐਸਾ ਕਰਮ ਨਹੀਂ ਕਰਨਾ ਚਾਹੀਦਾ। ਤਿਉ ਇਹ ਸੰਧਿਆ ਦੁਖ ਪਰਮਾਨ ਹੋ। ਹਾਂ, ਇਸੇ ਤਰ੍ਹਾਂ ਹੀ ਇਹ ਸਨਸੈਟ ਵਾਲਾ ਸਮਾਂ ਵੀ ਉਨਾ ਹੀ ਦੁਖਦਾਈ ਹੈ ਵੀ ਇਹ ਕਰਮ ਵਾਸਤੇ, ਕਿਉਂਕਿ ਪੂਜਾ ਵਾਲਾ ਸਮਾਂ ਹੈ, ਇਹ ਕਰਮਾਂ ਵਾਸਤੇ ਨਹੀਂ ਹੈ। ਸ਼ਿਵ ਕੀ ਦ੍ਰਿਸ਼ਟ ਬਚਾਵਨ ਠਾਨ ਹੋ। ਇਸ ਕਰਕੇ ਸ਼ਿਵ ਜੀ ਦੀ ਦ੍ਰਿਸ਼ਟੀ ਜਿਹੜੀ ਹੈ ਬਚਾਉਣ ਵਾਸਤੇ, ਤਾਂ ਕਰਕੇ ਉਹਦੀ ਕਰੋਪੀ ਦਾ ਤਾਂ ਗੁੱਸਾ ਨਾ ਹੋ ਜਾਵੇ ਸਾਡੇ ਤੇ। ਜੇ ਅਸੀਂ ਇਹ ਜਿਹਾ ਕਰਮ ਕਰੋਗੇ ਤੇ ਉਹਦੀ ਨਿਗਾਹ ਪੈ ਗਈ ਤਾਂ ਭੂਤਾ ਪ੍ਰੇਤਾਂ ਨੂੰ ਹੀ ਭੇਜ ਦੇਗਾ ਆਪਣੇ ਕੋਲ। ਸੁਣੀ ਦਿੱਤੀ ਜਬ ਅਸਬਿਦ ਬਾਨੀ। ਤੇ ਜਦੋਂ ਦਿੱਤੀ ਨੇ ਇਹ ਗੱਲ ਸੁਣੀ ਕਸ਼ਪ ਆਪਣੀ ਪਤੀ ਤੋਂ, ਮਨ ਜਿਸ ਬਾਨਨ ਤੇ ਅਕੁਲਾਨੀ। ਕਹਿਣ ਲੱਗੇ ਉਹਦਾ ਜਿਹੜਾ ਹੈ ਕਾਮ ਰੂਪੀ ਜਿਹੜਾ ਹੈ ਉਹਦਾ ਜਿਹੜਾ ਬਣ ਸੀਗਾ, ਜਿਹੜਾ ਹੈ ਉਹ ਜਿਹੜਾ ਸੜ ਰਿਹਾ ਸੀਗਾ ਉਹਦੀ ਚੇਸ਼ਟਾ ਦੇ ਨਾਲ। ਸੋ ਉਹਦਾ ਜਿਹੜਾ ਉਹ ਬਹੁਤ ਅਕਲਵਾਈ ਹੋਈ ਸੀਗੀ। ਬਾਰ ਬਦੂ ਜਿਵ ਤਜ ਕਰ ਬਰੀੜਾ। ਜਿਵੇਂ ਕਹਿੰਦੇ ਵੇਸ਼ਵਾ ਜਿਹੜੀਆਂ ਹੁੰਦੀਆਂ ਨੇ ਉਹ ਬਿਨਾਂ ਸ਼ਰਮ ਤੋਂ ਪਤ ਕੋ ਬਸਨ ਗਹਿਓ ਹਿਤ ਕ੍ਰੀੜਾ। ਉਹਨੇ ਕੀ ਕੀਤਾ, ਉਹਨੇ ਜਿਹੜਾ ਕਸ਼ਪ ਨੂੰ ਫੋਰਸ ਕੀਤਾ ਜੀ ਇਸ ਕਰਮ ਕਰਨ ਵਾਸਤੇ। ਕਹਿਓ ਨਾ ਰਹਿਓ ਜਾਤ ਮੁਝ ਪਾਹੀ। ਕਹਿੰਦੀ ਮੇਤੋਂ ਨਹੀਂ ਹੁਣ ਰਿਹਾ ਜਾਂਦਾ, ਕਿਉਂਕਿ ਦੇਖੋ ਇਹ ਵੀ ਪਰਮਾਤਮਾ ਦਾ ਭਾਣਾ ਹੀ ਹੈ। ਦੇਖੋ ਇਹ ਚੇਸ਼ਟਾ ਜਿਹੜੀ ਬਣਦੀ ਹੈ ਇਹ ਵੀ ਤਾਂ ਪਰਮਾਤਮਾ ਹੀ ਪਾਉਂਦਾ ਹੈ ਨਾ, ਇਹ ਵੀ ਪਰਮਾਤਮਾ ਦੀ ਪ੍ਰੇਰਨਾ ਲਈ ਹੁੰਦੀ ਹੈ। ਦੇਖੋ ਹੁਣ ਉੱਥੇ ਮਹਾਰਾਜ ਨੇ ਆਪਣੀ ਕਲਾ ਵਰਤਾਉਣੀ ਸੀ, ਅੱਗੇ ਜਿਹੜਾ ਹੈ ਜੋ ਕੁਝ ਆਪ ਜੀ ਨੇ ਅੱਗੇ ਸੁਣਨਾ ਉਹ ਹੋਣਾ ਸੀਗਾ, ਤਾਂ ਹੀ ਪਰਮਾਤਮਾ ਨੇ ਐਸਾ ਕੀਤਾ। ਤੇ ਆਪਣੇ ਜਿਹੜੀ ਹੈ ਕੁਦਰਤ ਦੀ ਮਰਿਆਦਾ ਨੂੰ ਵੀ ਕਾਇਮ ਰੱਖਦੇ ਨੇ ਮਹਾਰਾਜ। ਉਹ ਕੁਦਰਤ ਦੀ ਮਰਿਆਦਾ ਨੂੰ ਕਾਇਮ ਰੱਖ ਕੇ ਫਿਰ ਉਹਦੇ ਰਾਹੀਂ ਆਪਣੇ ਕਰਮ ਕਰਦੇ, ਕਿਉਂਕਿ ਮਰਿਆਦਾ ਜਿਹੜੀ ਹੁੰਦੀ ਹੈ ਨਾ ਉਹ ਪਰਮਾਤਮਾ ਨੇ ਆਪਣੇ ਨੇਚਰ 'ਚ ਬਣਾਈ ਹੋਈ ਹੈ, ਰੱਖੀ ਹੋਈ ਹੈ। ਸੋ ਉਹੀ ਉਹਦੇ ਵਿੱਚ ਉਹ ਕੰਮ ਹੁੰਦੇ ਨੇ। ਸੋ ਜਿਹੜੇ ਸਮਾਂ ਜਿਵੇਂ ਹੁਣ ਇਹ ਸਮਾਂ ਕਸ਼ਪ ਕਹਿੰਦਾ ਸੀ ਠੀਕ ਨਹੀਂ ਗਾ, ਤੇ ਦਿੱਤੀ ਨੂੰ ਜਿਹੜਾ ਉਹ ਪ੍ਰੇਰਨਾ ਦਿੱਤੀ ਪਰਮਾਤਮਾ ਨੇ। ਸੋ ਕੀ ਹੋਇਆ ਜੀ, ਕਹਿਓ ਨਾ ਰਹਿਓ ਜਾਤ ਮੁਝ ਪਾਹੀ। ਕਹਿਣ ਲੱਗੇ ਹੁਣ ਨਹੀਂ ਮੈਂ ਤੋਂ ਰਿਹਾ ਜਾਂਦਾ। ਕਸ਼ਪ ਨੂੰ ਕਹਿੰਦੇ ਹੁਣ ਮੈਨੂੰ ਤੇਰੀ ਗਿਆਨ ਦੀਆਂ ਗੱਲਾਂ ਨਹੀਂ ਸੁਝਦੀਆਂ, ਹੁਣ ਮੈਂ ਤੋਂ ਰਿਹਾ ਨਹੀਂ ਜਾਂਦਾ। ਕਰੋ ਕੇਲ ਪਤ ਅਬ ਚਿਤ ਚਾਹੀ। ਕਹਿਣ ਲੱਗੇ ਹੇ ਪਤੀ ਜੀ ਇਹ ਜਿਹੜਾ ਸੰਗ ਆਪਾਂ ਨੂੰ ਹੁਣੇ ਕਰਨਾ ਪੈਣਾ ਹੈ। ਕਸ਼ਪ ਕਰਾ ਮਾਤ ਤਹਿ ਦੇਖੀ। ਸੋ ਕਸ਼ਪ ਨੇ ਆਪਣੀ ਕਾਮਾ ਰਾਤ ਜੋ ਉਹ ਦਿੱਤੀ ਦਾ ਜੋ ਕਾਮ ਵਾਸ਼ਨਾ ਉਹਨੇ ਦੇਖੀ ਵੀ ਇਹ ਤਾਂ ਬਹੁਤ ਜ਼ਿਆਦਾ ਜਿਹੜੀ ਹੈ ਔਖੀ ਹੋਈ ਹੈ। ਜਮਨਿਓ ਜਹਾਂ ਇਕੰਤ ਬਿਸੇਖੀ। ਤੇ ਕਸ਼ਪ ਦਾ ਜਿਹੜਾ ਹੈ ਆਪਾਂ ਦਿੱਤੀ ਨੂੰ ਲੈ ਕੇ ਇੱਕ ਸੁਨਸਾਨ ਜਗ੍ਹਾ ਤੇ ਚਲਿਆ ਗਿਆ। ਤਹਾਂ ਜਾਏ ਦੀਨੋ ਰਤ ਦਾਨਾ। ਤੇ ਉਹਨੇ ਆਪਣਾ ਰਤ ਦਾ ਦਾਨ ਦਿੱਤਾ, ਉਸ ਦਿੱਤੀ ਨਾਲ ਸੰਗ ਕੀਤਾ। ਤੇ ਤਨ ਮਨ ਜਿਸ ਤਾਪ ਮਿਟਾਨਾ। ਦੇਖੋ ਜਿਹਦੇ ਕਰਕੇ ਦਿੱਤੀ ਦੀ ਕਾਮ ਵਾਸ਼ਨਾ ਮਿਟ ਗਈ ਉਸ ਵੇਲੇ। ਬਹੁਰ ਜਾਏ ਸੰਧਿਆ ਤਹਿਗੀਨੀ। ਤੇ ਫਿਰ ਕਸ਼ਪ ਨੇ ਜਾ ਕੇ ਆਪਣੀ ਸੰਧਿਆ ਦੀ ਪੂਜਾ ਕੀਤੀ। ਉਸ ਤੋਂ ਬਾਅਦ ਕੁੱਟੀ ਜਾਪ ਵਿਖੇ ਮਤ ਭੀਨੀ। ਤੇ ਆਪਣੀ ਮਤ ਜਿਹੜੀ ਹੈ ਆਪਣਾ ਫੋਕਸ ਗਾਇਤਰੀ ਮੰਤਰ ਪੜਨ ਵਿੱਚ ਲਾਇਆ ਕਸ਼ਪ ਨੇ। ਹੁਣ ਜੋ ਦਿੱਤੀ ਪਾਛੇ ਪਛਤਾਨੀ। ਫਿਰ ਦਿੱਤੀ ਨੂੰ ਪਛਤਾਵਾ ਹੋਇਆ ਬਾਅਦ ਵਿੱਚ ਵੀ ਇਹ ਮੈਂ ਕੀ ਕਰ ਬੈਠੀ, ਮੇਰੇ ਤੋਂ ਬਹੁਤ ਵੱਡਾ ਪਾਪ ਹੋ ਗਿਆ। ਜਾ ਯੁੱਤ ਦ੍ਰਿਗ ਤਰ ਸੁਖ ਚਾਨੀ। ਤੇ ਕਹਿੰਦੇ ਉਹਨੇ ਆਪਣੀਆਂ ਅੱਖਾਂ ਵੀ ਥੱਲੇ ਨੂੰ ਕਰ ਲੀਆਂ। ਦਿੱਤੀ ਨੇ ਅੱਖਾਂ ਚੁੱਕਣ ਜੋਗੀ ਨਾ ਰਹੀ, ਬੜੀ ਸ਼ਰਮਸਾਰ ਹੋ ਗਈ ਵੀ ਮੈਂ ਤਾਂ ਬੜਾ ਮਾੜਾ ਕੰਮ ਕਰਕੇ ਬਹਿ ਗਈ ਹੁਣ। ਕਸ਼ਪ ਕੇ ਸਮੀਪ ਚਲ ਆਈ। ਫਿਰ ਕਸ਼ਪ ਦੇ ਕੋਲ ਚੱਲ ਕੇ ਆਈ। ਇਹ ਜਿਹੜੀ ਦਿੱਤੀ ਸੀ ਇਹ ਚੱਲ ਕੇ ਆਈ ਕਸ਼ਪ ਦੇ ਕੋਲ। ਸ਼ਿਵ ਕੇ ਭੈ ਤੇ ਘਿਰਾ ਅਲਾਈ। ਤੇ ਸ਼ਿਵ ਤੋਂ ਉਹ ਡਰਦੀ ਹੋਈ ਵੀ ਸ਼ਿਵ ਨੇ ਹੁਣ ਕਿਤੇ ਉਹ ਐਸੀਆਂ ਭੈੜੇ ਜਿਹੜੇ ਸੋਲ ਹਨ ਕਿਤੇ ਮੇਰੇ ਕੋਲ ਨਾ ਹੁਣ ਭੇਜ ਦੇਣ, ਕਿ ਕਿਤੇ ਮੇਰੇ ਪੁੱਤਰ ਐਸੇ ਭੈੜੇ ਨਾ ਬਣ ਜਾਣ। ਉਹ ਭੈੜੇ ਕਿਤੇ ਉਹ ਨਾ ਕਿਤੇ ਜਨਮ ਲੈਣ, ਦੈਂਤ ਜਿਹੜੇ ਹਨ ਜਾਂ ਹੋਰ ਕੋਈ ਐਸੇ ਜਿਹੜੇ ਹਨ ਯਕਸ਼ ਜਾਂ ਭੂਤ। ਇਸ ਕਰਕੇ ਉਹ ਡਰਦੀ ਹੋਈ ਆਈ ਜਿਹੜੀ ਹੈ ਕਸ਼ਪ ਕੋਲ। ਇਹ ਪਤ ਗਰਭ ਮੋਹਿ ਕਲਿਆਣਾ। ਕਹਿਣ ਲੱਗੇ ਮੇਰਾ ਜਿਹੜਾ ਗਰਭ ਇੱਥੇ ਹੋਵੇਗਾ, ਜਿਹੜੀ ਮੇਰੀ ਪ੍ਰੈਗਨੈਂਸੀ ਹੋਵੇਗੀ, ਕਹਿੰਦੇ ਮੈਨੂੰ ਸੁਖਦਾਈ ਵਾਲੀ ਰੱਖਿਓ, ਸੁਖ ਦੇਣ ਵਾਲੀ ਦਿਓ, ਮੈਨੂੰ ਪੁੱਤਰ ਉਹ ਦਿਓ ਜਿਹੜੇ ਸੁੱਖਾਂ ਨੂੰ ਦੇਣ ਵਾਲੇ ਹੋਣ। ਰਿਸ ਤਰ
ਸ੍ਰੀ ਸਿਵ ਕਰੈ ਨਹਾਨਾ। ਕਹਿਣ ਲੱਗੇ ਕਿਤੇ ਸ਼ਿਵ ਜੀ ਜਿਹੜਾ ਹੈ ਗੁੱਸੇ ਵਿੱਚ ਆ ਕੇ ਇਹਨਾਂ ਦਾ ਨਾਸ਼ ਹੀ ਨਾ ਕਰ ਦੇਵੇ, ਜਾਂ ਜਿਹੜੀ ਜਿਹੜੀ ਮੇਰੀ ਮੰਗ ਹੈ ਕਿਤੇ ਉਹਨੂੰ ਜਿਹੜਾ ਮੇਰਾ ਨਾਈਟਮੇਅਰ ਨਾ ਬਣਾ ਦੇਵੇ, ਕੋਈ ਐਸਾ ਪੁੱਤਰ ਨਾ ਮੈਨੂੰ ਦੇ ਦੇਵੇ। ਨਮੋ ਨਮੋ ਤਿਹ ਕੇ ਪਦ ਕੰਜਾ। ਕਹਿਣ ਲੱਗੇ ਨਮੋ ਨਮੋ, ਮੈਂ ਮਨ ਕਰਕੇ ਸਰੀਰ ਕਰਕੇ ਮੈਂ ਉਹਦੇ ਜਿਹੜਾ ਹਨ ਸ਼ਿਵ ਜੀ ਦੇ ਪੈਰਾਂ ਤੇ ਮੱਥਾ ਟੇਕਦੀ ਹਾਂ। ਮਹਾਦੇਵ ਸੇਵਤ ਸੁਰ ਪੁੰਜਾ। ਕਹਿਣ ਲੱਗੇ ਮੈਂ ਮਹਾਦੇਵ ਸ਼ਿਵ ਜੀ ਦੀ ਜਿਹੜੀ ਹਨ ਪੂਜਾ ਕਰਿਆ ਕਰਾਂਗੀ ਤੇ ਮੈਂ ਉਹ ਤੋਂ ਮਾਫੀ ਮੰਗਾਂਗੀ ਹਰ ਰੋਜ਼। ਮੋਹਿ ਅਵਗਿਆ ਛਿਮਾ ਕਰੀਜੈ। ਤਾਂ ਕਰਕੇ ਮੇਰੀ ਜਿਹੜੀ ਅਵਗਿਆ ਮੇ ਤੋਂ ਗਲਤੀ ਹੋਈ ਆ ਉਹਦੀ ਮੈਨੂੰ ਮਾਫੀ ਦੇ ਦੇਵੇ। ਇਹ ਸੁਭਾਵ ਲਖ ਮਨ ਨਾ ਰਸੀਜੈ। ਤੇ ਕਹਿੰਦੇ ਤ੍ਰੈ ਸੁਭਾਵ, ਕਹਿਣ ਲੱਗੇ ਹੁਣ ਸ਼ਿਵ ਜੀ ਵੀ ਤਾਂ ਜਾਣਦਾ ਵੇ ਇਸਤਰੀ ਦਾ ਸੁਭਾਅ ਕੁਝ ਐਸਾ ਹੈ, ਇਹ ਉਹਨਾਂ ਦੀਆਂ ਮਜਬੂਰੀਆਂ ਹੁੰਦੀਆਂ ਹਨ। ਸੁਨ ਕਸ਼ਪ ਬੋਲਿਓ ਤਬ ਬਾਣੀ। ਇਹ ਸੁਣ ਕੇ ਕਸ਼ਪ ਜਿਹੜਾ ਹੈ ਉਸ ਵੇਲੇ ਉਹਨੇ ਦਿੱਤੀ ਨੂੰ ਕੀ ਕਿਹਾ? ਹੋ ਅਪਦਰੇ ਨਾਰ ਅਜਾਨੀ। ਕਹਿਣ ਲੱਗੇ ਹੇ ਭੈੜੀ ਇਸਤਰੀਏ, ਹੁਣ ਦੇਖੋ ਇੱਥੇ ਜਿਹੜਾ ਅਪਦਰੇ, ਕਹਿਣ ਲੱਗੇ ਤੂੰ ਕੀ ਪਾਪ ਕਰਮ ਕਰ ਲਿਆ, ਕੀ ਕੰਮ ਮੇਤੋਂ ਵੀ ਕਰਾ ਲਿਆ। ਕਹਿੰਦੇ ਨਾਰ ਅਜਾਨੀ, ਤੂੰ ਅਜਾਨ ਹੋ ਕੇ ਮੈਂ ਤੈਨੂੰ ਇੰਨਾ ਸਮਝਾਇਆ ਪਰ ਤੂੰ ਸਮਝੀ ਨਾ। ਵੈ ਸੁਤ ਜਨਮ ਹੈ ਅਦਮ ਕਠੋਰਾ। ਦੇਖ ਕਸ਼ਪ ਕਹਿੰਦਾ ਤੇਰੇ ਘਰ ਦੇ ਵਿੱਚ ਤੇਰੇ ਪੇਟ ਵਿੱਚੋਂ ਹੁਣ 2 ਪੁੱਤਰਾਂ ਨੇ ਜਨਮ ਲੈਣਾ ਹੈ ਜੋ ਅਦਮ ਬਹੁਤ ਹੀ ਮੂਰਖਤਾ ਵਾਲੇ ਹੋਣਗੇ ਤੇ ਬੜੇ ਜ਼ਾਲਮ ਹੋਣਗੇ, ਬੜੇ ਕਠੋਰ, ਬੜੇ ਤਕੜੇ ਸੁਭਾਅ ਵਾਲੇ ਹੋਣਗੇ। ਇਹ ਸਰਬ ਜਗ ਕੋ ਦੁਖ ਘੋਰਾ। ਉਹਨਾਂ ਨੇ ਜਨਮ ਲੈ ਕੇ ਸਾਰੇ ਸੰਸਾਰ ਨੂੰ ਦੁੱਖ ਦੇਣਗੇ, ਤੜਫਾਉਣਗੇ ਸਾਰੇ ਸੰਸਾਰ ਨੂੰ, ਉਹਨੇ ਸਾਰੇ ਸੰਸਾਰ ਉੱਤੇ ਜ਼ੁਲਮੇ ਕਰਨੇ ਹਨ। ਕਸਮਲ ਕਰਹਿ ਅਨੇਕ ਪ੍ਰਕਾਰਾ। ਤੇ ਉਹ ਤਰ੍ਹਾਂ ਤਰ੍ਹਾਂ ਦੇ ਪਾਪ ਕਰਨਗੇ ਇਸ ਸੰਸਾਰ ਤੇ ਆ ਕੇ। ਹਿਤ ਧਰਹਿ ਬਿਸਨ ਅਵਤਾਰਾ। ਉਹਨਾਂ ਵਾਸਤੇ ਉਹਨਾਂ ਨੂੰ ਸੰਭਾਲਣ ਵਾਸਤੇ ਵਿਸ਼ਨੂੰ ਆਪ ਆਏਗਾ ਅਵਤਾਰ ਧਾਰ ਕੇ। ਕਰ ਸੰਗਰਾਮ ਹਨਹਿੰਗੇ ਤੈਂਕੋ। ਉਹਨਾਂ ਨਾਲ ਜੰਗ ਕਰਕੇ ਵਿਸ਼ਨੂੰ ਆਪ ਉਹਨਾਂ ਨੂੰ ਮਾਰੇਗਾ ਦੋਨਾਂ ਨੂੰ। ਸੰਧਿਆ ਧਰਿਓ ਗਰਭ ਤੈ ਜਿਨ ਕੋ। ਕੀ ਹੋਇਆ? ਕਹਿੰਦੇ ਜੇ ਸੰਧਿਆ ਵੇਲੇ ਜਿਹਨੇ ਗਰਭ ਨੂੰ ਧਾਰਨਾ ਕੀਤਾ ਹੈ, ਸੰਧਿਆ ਵੇਲੇ ਜਿਹੜਾ ਸਨਸੈਟ ਦਾ ਸਮਾਂ ਹੈ, ਤਬ ਸੁਤ ਕੋ ਸੁਤ ਭਗਤ ਪ੍ਰਧਾਨਾ। ਪਰ ਕਹਿੰਦੇ ਤਬ ਸੁਤ, ਕਹਿੰਦੇ ਸੰਧਿਆ ਧਰਿਓ ਗਰਭ ਤੈ ਜਿਨ ਕੋ, ਪਰ ਕਹਿੰਦੇ ਸੰਧਿਆ ਕਿਉਂਕਿ ਹੁਣ ਤੇਰੇ ਅੰਦਰ ਪਛਤਾਵਾ ਵੀ ਆ ਗਿਆ। ਕਹਿਣ ਲੱਗੇ ਦੂਜਿਆਂ ਅਸੀਂ ਸੰਧਿਆ ਦੀ ਪੂਜਾ ਵੀ ਹੁਣ ਕਰ ਲਈ ਹੈ, ਪ੍ਰਾਸ਼ਚਿਤ ਜਿਵੇਂ ਕਰਮ ਕਹੀਦਾ, ਪ੍ਰਾਸ਼ਚਿਤ ਕਰਮ। ਕਹਿੰਦੇ ਤਬ ਸੁਤ ਕੋ ਸੁਤ ਭਗਤ ਪ੍ਰਧਾਨਾ, ਇਸ ਕਰਕੇ ਦਿੱਤੀ ਤੇਰਾ ਜਿਹੜਾ ਪੋਤਰਾ ਹੋਵੇਗਾ ਨਾ, ਉਹ ਜਿਹੜਾ ਜੰਮੇਗਾ ਕਹਿੰਦੇ ਉਹ ਪਰਮਾਤਮਾ ਦਾ ਭਗਤ ਹੋਵੇਗਾ। ਵਹਿ ਗੋ ਸਮਦ੍ਰਿਸ਼ਟ ਸੁਜਾਨਾ। ਹਾਂ, ਕਹਿੰਦੇ ਉਹ ਹੋਗਾ ਸਮਦ੍ਰਿਸ਼ਟੀ, ਉਹਦੇ ਵਾਸਤੇ ਸਾਰਾ ਸੰਸਾਰ ਹੀ ਪਰਮਾਤਮਾ ਰੂਪ ਹੋਵੇਗਾ, ਉਹ ਭਗਤ ਗਿਆਨੀ ਜਨਮ ਲਏਗਾ। ਕਰ ਕਸਮਲ ਤੂੰ ਪੁੰਨ ਪਛਤਾਨੀ। ਕਹਿਣ ਲੱਗੇ ਇਸ ਕਰਕੇ ਕਿਉਂ ਐਸਾ ਹੋਇਆ, ਕਿਉਂ ਤੇਰਾ ਪੋਤਰਾ ਇੱਕ ਜਿਹੜਾ ਹੈ ਪਰਮਾਤਮਾ ਦਾ ਭਗਤ ਹੋਇਆ, ਕਿਉਂਕਿ ਤੂੰ ਕਰਮ ਕਰਕੇ ਪਛਤਾਈ ਹੈ, ਤੈਨੂੰ ਪਛਤਾਵਾ ਹੋਇਆ, ਤੈਨੂੰ ਰਿਗਰੈਟ ਹੋਇਆ ਆਪਣੀ ਕੀਤੀ ਤੇ। ਸੋ ਇਹ ਪ੍ਰਾਸ਼ਚਿਤ ਕਰਮ ਕਰਨ ਕਰਕੇ ਇਸ ਸੁਕ੍ਰਿਤ ਤੇ ਹੋਇਆ ਸੁਖ ਖਾਨੀ। ਇਹ ਚੰਗੀ ਕਿਰਤੀ ਹੈ, ਕਿਉਂਕਿ ਪ੍ਰਾਸ਼ਚਿਤ ਕਰਮ ਵੀ ਇੱਕ ਕਰਮ ਮੰਨਿਆ ਗਿਆ ਹੈ। ਕਹਿੰਦੇ ਪ੍ਰਾਸ਼ਚਿਤ ਕਰਮ ਜਿਹੜਾ ਹੈ ਕਰਨ ਕਰਕੇ ਤੈਨੂੰ ਸੁੱਖਾਂ ਦੀ ਖਾਨ, ਉਹ ਪਰਮਾਤਮਾ ਦਾ ਭਗਤ ਜਨਮ ਲਏਗਾ, ਜਿਹੜੇ ਸਾਡੇ ਕੁੱਲ ਨੂੰ ਜਿਹੜਾ ਹੈ ਅੱਗੇ ਇਹਦਾ ਜਿਹੜਾ ਹੈ ਲਿਬਰੇਟ ਕਰੇਗਾ, ਇਹ ਕੁੱਲ ਨੂੰ ਜਿਹੜਾ ਮੁਕਤ ਕਰੇਗਾ। 21 ਕੁੱਲਾਂ ਜਿਵੇਂ ਭਗਤ ਪ੍ਰਹਿਲਾਦ ਨੂੰ ਬਚਨ ਹੋਇਆ ਸੀ ਨਾ ਨਰਸਿੰਘ ਅਵਤਾਰ ਤੋਂ ਕਿ ਤੇਰੀਆਂ 21 ਕੁਲਾਂ ਤਰਨਗੀਆਂ, ਕਹਿੰਦੇ ਉਹ ਐਸਾ ਭਗਤ ਨੇ ਜਨਮ ਲੈਣਾ ਹੈ। ਇਹ ਭਗਤ ਪ੍ਰਹਿਲਾਦ ਦੀ ਗੱਲ ਹੋ ਰਹੀ ਹੈ। ਵਹਿ ਸਰਬ ਭੂਤ ਹਿਤਕਾਰੀ। ਕਹਿੰਦੇ ਇਸ ਕਰਕੇ ਹੋਇਆ ਹੈ ਉਹ ਹੋਏਗਾ ਸਾਰੇ ਪ੍ਰਾਣੀ ਜਿਹੜੇ ਮਾਤਰ ਦਾ ਸਾਰਿਆਂ ਦਾ ਮੋਟੀਵੇਸ਼ਨ ਹੋਵੇਗਾ, ਸਾਰਿਆਂ ਨੂੰ ਭਗਤ ਕਰਨ ਦਾ ਮੋਟੀਵੇਸ਼ਨ ਦੇਗਾ। ਉਹ ਦੁੱਖ ਲਖ ਦੁਖੀ ਸੁਖ ਸੁਖ ਧਾਰੀ। ਦੇਖੋ ਉਹ ਐਸਾ ਭਗਤ ਹੋਵੇਗਾ, ਦੁਖੀ ਨੂੰ ਦੇਖ ਕੇ ਦੁਖੀ ਹੋਇਆ ਕਰੇਗਾ, ਸੁਖੀ ਨੂੰ ਦੇਖ ਕੇ ਸੁਖੀ ਹੋਇਆ ਕਰੇਗਾ, ਉਹ ਐਸਾ ਭਗਤ ਹੋਵੇਗਾ। ਸੁਣ ਕਰ ਦਿੱਤੀ ਹਿਰਦੇ ਹਰਖਾਨੀ। ਤੇ ਇਹ ਸੁਣ ਕੇ ਦਿੱਤੀ ਨੂੰ ਹੌਸਲਾ ਹੋਇਆ, ਚਲੋ ਜੇ ਪੁੱਤਰ ਤਾਂ ਨਹੀਂ, ਮੇਰਾ ਪੋਤਰਾ ਤਾਂ ਚੰਗਾ ਹੋਵੇਗਾ ਨਾ। ਸੋ ਇਹ ਥੋੜਾ ਹੌਸਲਾ ਹੋਇਆ ਤੇ ਖੁਸ਼ ਹੋਈ। ਪ੍ਰਭ ਕੀਰ ਤੇ ਸੁਤ ਕੀ ਮ੍ਰਿਤ ਜਾਨੀ। ਸੋ ਪ੍ਰਭ ਉਹਨੇ ਇਹ ਵੀ ਜਾਣਿਆ ਕੋਈ ਨਹੀਂ ਮੇਰੇ ਪੁੱਤਰਾਂ ਨੂੰ ਮਾਰਨ ਵਾਲਾ ਵੀ ਪ੍ਰਭੂ ਹੀ ਆਪ ਹੀ ਹੈ, ਉਹ ਪਰਮੇਸ਼ਰ ਆਪ ਹੀ ਅਵਤਾਰ ਲੈ ਕੇ ਆਏਗਾ ਮੇਰੇ ਪੁੱਤਰਾਂ ਨੂੰ ਮਾਰਨ ਵਾਸਤੇ। ਜਿਹੜੇ ਮੇਰੇ ਪੁੱਤਰਾਂ ਦੀ ਜਿਹੜਾ ਹੈ ਪੁੱਤਰ ਜਿਹੜੇ ਹਨ ਉਹ ਪਰਮੇਸ਼ਰ ਦੇ ਹੱਥੋਂ ਮਰਨਗੇ ਤਾਂ ਹੋਰ ਕੀ ਚੰਗੀ ਗੱਲ ਹੈ। ਪੁਨ ਪੋਤਰਾ ਹੋਇਆ ਭਗਤ ਕਿਰਪਾਲਾ। ਫੇਰ ਮੇਰਾ ਪੋਤਰਾ ਭਗਤ ਹੋਵੇਗਾ, ਭਗਤ ਪ੍ਰਹਿਲਾਦ ਜੀ। ਦੇਵ ਸੰਪਦਾ ਗੁਣਨ ਵਿਸਾਲਾ। ਹਾਂ, ਦੇਵ ਸੰਪਦਾ ਗੁਣਨ ਵਿਸਾਲਾ। ਕਹਿੰਦੇ ਦੇਵਤਿਆਂ ਦੀ ਜਿਹੜੀ ਸੰਪਦਾ ਹੈ, ਦੇਵ ਸੰਪਦਾ ਜਿਹੜੇ ਚੰਗੇ ਗੁਣ ਨੇ, ਇਹ ਦੇਵ ਸੰਪਦਾ ਹੈ। ਸੰਪਦਾ ਹੁੰਦੀ ਆ ਵੀ ਜਿਹੜਾ ਕੋਈ ਚੀਜ਼ਾਂ, ਕੋਈ ਜਿਹੜਾ ਹਨ ਮਟੀਰੀਅਲ ਜਾਂ ਸੰਪਦਾ ਜਿਹੜੀ ਕਿ ਆਪਾਂ ਨੂੰ ਸਪੋਰਟ ਕਰਨ ਵਾਲੀ ਹੈ। ਕਹਿੰਦੇ ਉਹ ਦੇਵ ਸੰਪਦਾ, ਇਹ ਜਿਹੜੀ ਦੇਵੀ ਗੁਣਾਂ ਨੂੰ ਧਾਰਨ ਕਰਨ ਵਾਲਾ, ਦੇਵੀ ਗੁਣਾਂ ਨੂੰ ਜਿਹੜਾ ਹੈ ਦੂਜਿਆਂ 'ਚ ਪ੍ਰਚਾਰਨ ਵਾਲਾ ਐਸਾ ਮੇਰਾ ਪੋਤਰਾ ਹੋਵੇਗਾ। ਧਾਰਤ ਭਈ ਗਰਭ ਕੋ ਤਬ ਹੀ। ਕੀ ਹੋਇਆ ਜੀ? ਇਹਦਾ ਗਰਭ ਹੋ ਗਿਆ।
ਦਿੱਤੀ ਨੇ ਹੁਣ ਗਰਭ ਧਾਰਨ ਕੀਤਾ, ਪ੍ਰੈਗਨੈਂਟ ਹੋਈ। ਬੀਤ ਗਏ 7 ਸੰਮਤ ਜਬ ਹੀ। ਕਹਿੰਦੇ ਉਸ ਵੇਲੇ ਸਤਜੁਗ ਦੇ ਵਿੱਚ ਇੱਥੇ ਲਿਖਿਆ ਹੈ ਕਿ 100 ਸਾਲ ਦਾ ਗਰਭ ਹੋਇਆ ਕਰਦਾ ਸੀ। ਜਿਹੜਾ 100 ਇਅਰਸ ਵਾਸਤੇ ਇੱਕ ਜਿਹੜੀ ਔਰਤ ਹੈ ਉਹ ਪ੍ਰੈਗਨੈਂਟ ਹੋਇਆ ਕਰਦੀ ਸੀ, ਕਿਉਂਕਿ ਇਹਦੇ ਵਿੱਚ ਜਿਹੜਾ ਹੈ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਉਮਰਾਂ ਜਿਹੜੀ ਇੱਕ ਆਮ ਮਨੁੱਖ ਦੀ ਏਜ ਸੀਗੀ ਉਸ ਵੇਲੇ 100,000 ਇਅਰਸ ਦੀ ਇੱਕ ਆਮ ਇਨਸਾਨ ਦੀ ਉਮਰ ਹੋਇਆ ਕਰਦੀ ਸੀ। 100,000 ਇਅਰਸ, ਕਿਉਂਕਿ ਉਹ ਜਿਹੜੀ ਜਾਨ ਹੋਇਆ ਕਰਦੀ ਸੀ, ਕਹਿੰਦੇ ਉਹ ਪ੍ਰਾਣ ਜਿਹੜੇ ਵਸਦੇ ਸਨ ਹੱਡਾਂ ਵਿੱਚ ਵਸਦੇ ਸਨ, ਇਸ ਕਰਕੇ ਉਮਰ ਜਿਹੜੀ ਸੀਗੀ 100,000 ਇਅਰਸ, ਪ੍ਰੈਗਨੈਂਸੀ ਹੁੰਦੀ ਸੀ 100 ਇਅਰਸ ਵਾਲੀ। ਸੋ ਜਦੋਂ ਤ੍ਰੇਤਾ ਯੁੱਗ ਬਦਲਿਆ ਤਾਂ ਉਦੋਂ ਉਮਰਾਂ ਜਿਹੜੀਆਂ ਸੀਗੀਆਂ ਘਟ ਗਈਆਂ, 10,000 ਇਅਰਸ ਆਮ ਉਮਰ ਹੋਇਆ ਕਰਦੀ ਸੀ। ਤੇ ਜਿਹੜੇ ਆਪਣੇ ਪ੍ਰਾਣ ਹਨ ਉਹ ਨਾੜੀਆਂ ਵਿੱਚ ਚਲੇ ਗਏ, ਉਹ ਨਰਵ ਸਿਸਟਮ ਵਿੱਚ ਚਲੇ ਗਏ। ਸੋ ਉਹਦੇ ਕਰਕੇ ਜਿਹੜਾ ਹੈ ਉਮਰ ਜਿਹੜਾ 10,000 ਇਅਰਸ। ਜਦੋਂ ਦੁਆਪਰ ਯੁੱਗ ਆਇਆ ਉਦੋਂ ਉਮਰ ਹੋਰ ਘਟ ਗਈ, 1000 ਇਅਰਸ ਦੀ ਰਹਿ ਗਈ। ਤੇ ਉਸ ਵੇਲੇ ਜਿਹੜਾ ਆਪਣੇ ਪ੍ਰਾਣ ਨੇ ਉਹ ਸਕਿਨ ਤੇ ਵਸਣ ਲੱਗ ਗਏ, ਸਕਿਨ ਤੇ ਆ ਗਏ। ਤੋ ਫਿਰ ਹੁਣ ਆਇਆ ਕਲਯੁਗ। ਕਲਯੁਗ ਦੇ ਵਿੱਚ ਉਮਰ 100 ਸਾਲ ਦੀ ਰਹਿ ਗਈ। 100 ਸਾਲ ਦੀ ਉਮਰ, ਕਿਉਂਕਿ ਹੁਣ ਜਿਹੜੀ ਆਪਣੇ ਪ੍ਰਾਣ ਨੇ ਇਹ ਡਿਪੈਂਡੈਂਟ ਹਨ ਐਕਸਟਰਨਲੀ ਆਪਣੇ ਖਾਣੇ ਤੇ, ਸੋ ਖਾਣੇ ਤੇ ਡਿਪੈਂਡੈਂਟ ਹੋ ਗਏ। ਇਸ ਕਰਕੇ ਉਮਰਾਂ ਜਿਵੇਂ ਜਿਵੇਂ ਘਟੀਆਂ ਉਹਨਾਂ ਦੇ ਆਸਰੇ ਵੀ ਉਵੇਂ ਘਟੇ। ਸੋ ਇਹ ਗੱਲ ਸਮਝਣ ਵਾਲੀ ਹੈ। ਗਰਭ ਤੇਜ ਤੇ ਵਧਿਓ ਅਪਾਰੀ। ਕਹਿੰਦੇ ਫਿਰ ਗਰਭ ਤੇਜ, ਗਰਭ ਜਿਹੜਾ ਬਹੁਤ ਛੱਤੀ ਨਾਲ ਵਧਿਆ। ਲੋਕ ਪਰਲੋਕ ਪ੍ਰਭਾ ਸਭ ਹਾਰੀ। ਕਹਿਣ ਲੱਗੇ ਲੋਕ ਪਰਲੋਕ, ਜਿਹੜੀ ਲੋਕ ਤੇ ਪ੍ਰਲੋਕ ਦੀ ਸੋਭਾ ਸੀ ਸਾਰੇ ਹਾਰ ਗਏ, ਕਿਉਂਕਿ ਇਹ ਗਰਭ ਦੇ ਵਿੱਚ ਜਿਹੜੇ ਹਨ ਬਹੁਤ ਛੱਤੀ ਵਧਿਆ ਜੀ। ਵਿਆਕੁਲ ਹੋਇਆ ਬਿਦ ਭਵਨ ਸਿਧਾਰੇ। ਕਹਿੰਦੇ ਵਿਆਕੁਲ ਹੋ ਗਿਆ, ਬਰਮਾ ਦਾ ਘਰ ਜਿਹੜਾ ਸੀ ਉਹ ਵੀ ਹਿੱਲ ਗਿਆ ਇਹ ਗਰਭ ਨੂੰ ਦੇਖ ਕੇ, ਬਿਕੋਜ਼ ਇਹਦੇ ਵਿੱਚ ਹੁਣ ਉਹ ਰੂਹਾਂ ਆ ਰਹੀਆਂ ਨੇ ਜਿਨ੍ਹਾਂ ਨੇ ਦੁਨੀਆ ਨੂੰ ਤੰਗ ਕਰਨਾ ਹੈ। ਇਸ ਕਰਕੇ ਜਿਹੜਾ ਬਰਮਾ ਦਾ ਜਿਹੜਾ ਹੈ ਲੋਕ ਉਹ ਵੀ ਹਿੱਲ ਗਿਆ। ਕਰ ਕੇ ਬੰਧਨ ਬੈਨ ਉਚਾਰੇ। ਸੋ ਇਸ ਕਰਕੇ ਜਿਹੜਾ ਹੈ ਵਿਆਕੁਲ ਜਿਹੜੇ ਦੇਵਤੇ ਸਨ ਉਹ ਜਾ ਕਰਕੇ ਉਹਨਾਂ ਨੇ ਲੋਕੇਸ਼ ਬਰਮਾ ਦੇ ਕੋਲ ਜਾ ਕੇ ਬੇਨਤੀ ਕੀਤੀ। ਕਰ ਕੇ ਬੰਧਨ ਬੈਨ ਉਚਾਰੇ। ਹਾਂ, ਕਰਕੇ ਬੰਧਨ ਮੱਥਾ ਟੇਕ ਕੇ ਦੇਵਤਿਆਂ ਨੇ ਜਾ ਕੇ ਬੇਨਤੀ ਕੀਤੀ ਹੁਣ ਬਰਮਾ ਨੂੰ। ਹੇ ਲੋਕੇਸ਼ ਸਰਬਗਤ ਜਾਨੋ। ਹੇ ਲੋਕੇਸ਼, ਲੋਕ ਦੇ ਜਿਹੜੇ ਰਾਜੇ ਹੋ ਤੁਸੀਂ, ਸਰਬਗਤ ਜਾਣੋ, ਸਾਰੀਆਂ ਗੱਲਾਂ ਤੁਸੀਂ ਜਾਣਨ ਵਾਲੇ ਹੋ। ਤੀਨ ਕਾਲ ਕੀ ਵਿਦ ਪਹਿਚਾਨੋ। ਤੁਸੀਂ ਤਿੰਨਾਂ ਕਾਲਾਂ ਦੀ ਵਿਦ, ਪਾਸਟ, ਪ੍ਰੈਜ਼ੈਂਟ, ਜਿਹੜਾ ਪ੍ਰੈਜ਼ੈਂਟ ਫਿਊਚਰ ਦੀਆਂ ਸਾਰੀਆਂ ਗੱਲਾਂ ਨੂੰ ਜਾਣਨ ਵਾਲੇ, ਤਿੰਨ ਲੋਕਾਂ ਦੀਆਂ, ਸਵਰਗ ਲੋਕ, ਮਾਤ ਲੋਕ, ਪਤਾਲ ਲੋਕ ਦੀਆਂ ਜਾਣਨ ਵਾਲੇ ਹੋ। ਕਸ਼ਯਪ ਤੇ ਦਿੱਤ ਗਰਭ ਜੋ ਧਾਰਾ। ਕਹਿਣ ਲੱਗੇ ਦੇਖੋ ਕਸ਼ਯਪ ਦੀ ਘਰ ਵਾਲੀ, ਕਸ਼ਯਪ ਤੋਂ ਜਿਹੜੀ ਉਹਦੀ ਘਰ ਵਾਲੀ ਦਿੱਤੀ ਹੈ, ਜਿਹੜਾ ਉਹਨੇ ਗਰਭ ਧਾਰਨ ਕੀਤਾ ਹੈ, ਤੇ ਕੋ ਹੋਇਓ ਤੇਜ ਅਪਾਰਾ। ਉਹ ਤੋਂ ਤੇਜ ਬਹੁਤ ਆ ਰਿਹਾ ਹੈ, ਸਵਰਗ ਲੋਕ ਹਿੱਲਿਆ ਪਿਆ ਹੈ। ਕਹਿੰਦੇ ਇਹ ਕੀ ਹੋ ਰਿਹਾ ਹੈ? ਜਨਮੈ ਗੋ ਤਿਸ ਤੇ ਅਸ ਕਵਨੂ। ਕਹਿਣ ਲੱਗੇ ਉਹਨਾਂ ਦੇ ਪੇਟ ਵਿੱਚੋਂ ਦਿੱਤੀ ਨੇ ਕਿਹਨੂੰ ਜਨਮ ਦੇਣਾ ਹੈ? ਕਿਹੜੀਆਂ ਰੂਹਾਂ ਹਨ ਜਿਹੜੀਆਂ ਸਾਰਾ ਸੰਸਾਰ ਨੂੰ ਹਿਲਾਈ ਜਾਂਦੀਆਂ ਹਨ? ਇੰਨੀਆਂ ਪ੍ਰਤਾਪ ਵਾਲੀਆਂ ਰੂਹਾਂ ਕਿਹੜੀਆਂ ਹਨ ਇਹ? ਜੋ ਦੁਖ ਦੇਤ ਅਬਹਿ ਸਭ ਭਾਵਨੋ। ਕਹਿਣ ਲੱਗੇ ਜਿਹੜੇ ਹੁਣ ਤੋਂ ਹੀ ਜਿਹੜਾ ਹਨ ਗਰਭ ਵਿੱਚ ਆ ਕੇ ਪ੍ਰੈਗਨੈਂਸੀ ਦੇ ਵਿੱਚ ਦੁਨੀਆ ਨੂੰ ਜਿਹੜਾ ਹਨ ਦੁੱਖ ਦੇਣਾ ਸ਼ੁਰੂ ਕਰ ਦਿੱਤਾ ਹੈ, ਦੁਨੀਆ ਦੀ ਪੀਸ ਖਤਮ ਹੋ ਰਹੀ ਹੈ। ਸੁਣ ਕਰ ਉਚਰੇ ਬੈਨ ਵਿਧਾਤਾ। ਕਹਿਣ ਲੱਗੇ ਇਹ ਗੱਲ ਸੁਣ ਕੇ ਉਹ ਵਿਧਾਤਾ ਬਰਮਾ ਬੋਲਿਆ ਹੁਣ। ਸਰਕਾਦਿਕ ਜੇ ਹੈ ਮਮਤਾਤਾ। ਬਰਮਾ ਕਹਿੰਦਾ ਮੇਰੇ 4 ਪੁੱਤਰ ਹਨ, ਸਨਕ, ਸਨੰਦਨ, ਸਨੰਤ ਤੇ ਸੰਤ ਕੁਮਾਰ। ਸੋ ਜਿਹੜੇ ਮੇਰੇ 4 ਇਹ ਪੁੱਤਰ ਹਨ, ਕਹਿੰਦੇ ਉਹ ਸਨਕਾਦਿਕ ਜੇ ਹੈ ਮਮਤਾਤਾ। ਇਹ ਸਨਕਾਦਿਕ ਸਾਰੇ ਜਿਹੜੇ ਮੇਰੇ ਪੁੱਤਰ ਹਨ, ਸਨਕ, ਸਨੰਦਨ, ਸਨਾਤਨ ਤੇ ਸੰਤ ਕੁਮਾਰ। ਸੋ ਕਹਿੰਦੇ ਇਹ ਸਾਰੇ ਜਿਹੜੇ ਮੇਰੇ 4 ਪੁੱਤਰ ਹਨ ਗਏ ਬੈਕੁੰਠ ਬਿਸਨ ਕੇ ਧਾਮਾ। ਇੱਕ ਵਾਰੀ ਕਹਿੰਦੇ ਇਹ ਜਿਹੜੇ ਹਨ ਸਵਰਗਾਂ ਨੂੰ ਗਏ ਤੇ ਬੈਕੁੰਠ ਉੱਥੇ ਪਹੁੰਚੇ ਜਿੱਥੇ ਵਿਸ਼ਨੂੰ ਦਾ ਵਾਸਾ ਹੈ, ਜਿੱਥੇ ਵਿਸ਼ਨੂੰ ਜਿਹੜਾ ਹੈ ਰਹਿੰਦਾ ਹੈ, ਉਹ ਵਿਸ਼ਨ ਦੇ ਥਾਂ ਤੇ ਪਹੁੰਚੇ ਜਾ ਕੇ। ਰਚਨਾ ਬਣੀ ਜਹਾਂ ਅਭਿਰਾਮਾ। ਜਿੱਥੇ ਬਹੁਤ ਸੋਹਣੀ ਰਚਨਾ ਬਣੀ ਹੋਈ ਹੈ ਵਿਸ਼ਨ ਲੋਕ ਦੇ ਵਿੱਚ, ਬਹੁਤ ਸੋਹਣੀ ਰਚਨਾ ਜਿਹੜੀ ਬਣਾ ਕੇ ਰੱਖੀ ਹੋਈ ਹੈ। ਪ੍ਰਫੁੱਲਤ ਤਹਿ ਸਦਾ ਬਸੰਤਾ। ਉੱਥੇ ਹਮੇਸ਼ਾ ਹੀ ਬਸੰਤ ਰੁੱਤ ਰਹਿੰਦੀ ਹੈ, ਉੱਥੇ ਜਿਹੜੀ ਹੈ ਹਮੇਸ਼ਾ ਖੁਸ਼ਹਾਲ ਹੀ ਰਹਿੰਦਾ ਹੈ। ਸੁੰਦਰ ਖੱਗ ਮਿਲ ਕੂਜ ਕਰੰਤਾ। ਉੱਥੇ ਜਿਹੜੇ ਪੰਛੀ ਹਨ ਉਹ ਜਿਹੜੇ ਹਨ ਚਹਾਉਂਦੇ ਹਨ, ਜੋ ਬੋਲਦੇ ਹਨ, ਚੀਂ 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 ਹੋ ਰਿਹਾ, ਬੜਾ ਸੋਹਣਾ ਹੈ। ਕੁਸਮ ਬਾਟਿਕਾ ਰਾਜਤ ਤੁਰੂਰੀ। ਉੱਥੇ ਫੁੱਲਾਂ ਦੇ ਬਗੀਚੇ ਨੇ, ਬਹੁਤ ਸੋਹਣੇ ਸੋਹਣੇ ਫੁੱਲ ਲੱਗੇ ਹੋਏ ਹਨ। ਮਦਪ ਗੁੰਜਾਰ ਹੈ ਗੰਧਤ ਭੂਰੀ। ਕਹਿਣਗੇ ਉੱਥੇ ਭੋਰੇ ਵਿੱਚੋਂ ਜਿਹੜਾ ਹਨ ਊਂ ਜਾਂ ਕਰਦੇ ਜਿਹੜੇ ਹਨ, ਉਹ ਜਿਹੜੀ ਆਵਾਜ਼ ਜੀ ਕੱਢਦੇ ਹੁੰਦੇ ਹਨ ਵੀ ਭੌਰੇ, ਕਹਿੰਦੇ ਉਹ ਵੀ ਖੁਸ਼ਬੂਆਂ ਦੇ ਉੱਤੇ ਜਾ ਕੇ ਬਹਿੰਦੇ ਹਨ। ਚਾਮੀ ਕਰਕੇ ਸੁਭਾਗ ਬਿਮਾਨਾ। ਚਾਮੀ ਘਰ ਕਹਿੰਦੇ ਉੱਥੇ ਸੋਨੇ ਦੇ ਸੋਹਣੇ ਸੋਹਣੇ ਬਿਬਾਨ ਬਣੇ ਹੋਏ ਹਨ, ਰਹਿਣ ਵਾਸਤੇ ਘਰ ਜਾਂ ਹੋਰ ਬਹੁਤ ਸੋਹਣੇ ਬਣੇ
ਹੋਏ ਹਨ ਸ਼ੀਸ਼ਿਆਂ ਵਾਲੇ ਤੇ ਸੋਨੇ ਵਾਲੇ। ਖਚੇ ਮਣੇ ਨੇ ਜਾ ਮਹਿ ਰੰਗ ਨਾਨਾ। ਉਹਨਾਂ ਦੇ ਵਿੱਚ ਮਣੀਆਂ ਜਿਹੜੀਆਂ ਹਨ, ਡਾਇਮੰਡਸ ਜਿਹੜੇ ਹੁਣ, ਪਰਲਸ ਜਿਹੜੇ ਹਨ, ਉਹ ਜੜੇ ਹੋਏ ਹਨ। ਫਿਰ ਹੈ ਤਹਾਂ ਬਹੁ ਭਗਤ ਸੁਹਾਏ। ਇਸ ਕਰਕੇ ਕਹਿੰਦੇ ਫਿਰੇ ਤਹਾਂ, ਉੱਥੇ ਜਿਹੜੇ ਬਹੁਤ ਸਾਰੇ ਵਿਸ਼ਨ ਦੇ ਭਗਤ ਜਿਹੜੇ ਹੁੰਦੇ ਹਨ, ਜਿਹੜੇ ਆਪਣੀ ਜ਼ਿੰਦਗੀ ਵਿੱਚ ਜਿਹੜਾ ਹਨ ਵਿਸ਼ਨੂੰ ਦੀ ਜਿਹੜਾ ਹਨ ਜਾਂ ਵਿਸ਼ਨ ਪਰਮਾਤਮਾ ਦੀ ਭਗਤੀ ਕਰਦੇ ਹਨ, ਪਰ ਸਿਰਫ ਸਰਗੁਣ ਤੱਕ ਉਹ ਰਹੇ, ਨਿਰਗੁਣ ਨਾ ਹੋ ਸਕੇ, ਉਹਨਾਂ ਦਾ ਵਾਸਾ ਉੱਥੇ ਹੁੰਦਾ ਹੈ। ਜਿਨ ਸੇਵਾ ਕਰ ਬਿਸ਼ਨ ਰਿਝਾਏ। ਜਿਨ੍ਹਾਂ ਨੇ ਆਪਣੀ ਸੇਵਾ ਕਰਕੇ ਵਿਸ਼ਨ ਨੂੰ ਜਿਹੜਾ ਹੈ ਰਿਝਾ ਲਿਆ, ਖੁਸ਼ ਕਰ ਲਿਆ। ਫਾਟਕ ਫਟਕ ਭੀਤ ਜਹ ਸੋਹਤ। ਕਹਿੰਦੇ ਉਹਨਾਂ ਦੇ ਵੀ ਸੋਨੇ ਦੇ, ਬਲੌਰ ਦੇ ਜਿਹੜੇ ਹਨ, ਸੀਸਿਆਂ ਦੇ ਕੰਧਾਂ ਜਿਹੜੀਆਂ ਬਣੀਆਂ ਹੋਈਆਂ ਹਨ, ਬੜੀਆਂ ਸੁੰਦਰ ਹਨ ਉਹਨਾਂ ਦੇ ਘਰ ਜਿਹੜੇ ਹਨ। ਤਨੇ ਰਿਤਾਨ ਬਨੇ ਮਨ ਮੋਹਤ। ਤੇ ਉਹਨਾਂ ਦਾ ਜਿਹੜਾ ਚੰਦੋਆ ਹੈ, ਹੁਣ ਚੰਦੋਆ ਜਿਹੜਾ ਹੈ, ਕੈਨੋਪੀ ਜਿਹੜਾ ਹੈ, ਬੜਾ ਸੁੰਦਰ ਹੈ, ਬਣੇ ਮਨ ਮੋਹਤ, ਇੰਨਾ ਸੋਹਣਾ ਬਣਿਆ ਜਿਹੜਾ ਮਨ ਨੂੰ ਖਿੱਚਦਾ, ਮੈਸਮਰਾਈਜ਼ ਕਰਦਾ ਹੈ। ਮੁਕਤਾ ਕੀ ਝਾਲਰ ਇੱਕ ਸਾਰੀ। ਕਹਿਣ ਲੱਗੇ ਉੱਥੇ ਮੁਕਤਾ ਮੋਤੀਆਂ ਦੀ ਝਾਲਰ ਲੱਗੀ ਹੋਈ ਹੈ ਸਾਰੇ ਚੰਦੋਏ ਨੂੰ ਆਲੇ ਦੁਆਲੇ ਇੱਕ ਜੈਸੀ। ਕਰ ਸਰੋਜ ਤਹ ਰਮਾ ਬਿਹਾਰੀ। ਕਹਿਣ ਲੱਗੇ ਕਰ ਸਰੋਜ, ਹੱਥ ਦੇ ਵਿੱਚ ਕਵਲ ਲੈ ਕਰਕੇ ਕਹਿੰਦੇ ਉੱਥੇ ਲక్ష్ਮੀ ਫਿਰ ਰਹੀ ਹੈ। ਆਪਣੇ ਹੱਥ ਵਿੱਚ ਕਵਲ ਫੁੱਲ ਫੜ ਕੇ ਉਹ ਜਿਹੜੀ ਹੈ ਵਿਸ਼ਨੂੰ ਦੀ ਘਰਵਾਲੀ ਲక్ష్ਮੀ, ਜਿਹੜੀ ਜਾਂ ਆਪਾਂ ਕਹਿ ਲਈਏ ਵਿਸ਼ਨ ਦੀ ਘਰਵਾਲੀ ਕੌਣ ਆ, ਮਾਇਆ। ਕਹਿੰਦੇ ਮਾਇਆ ਉੱਥੇ ਖੁੱਲੀ ਜਿਹੜੀ ਹਨ ਤੁਰਦੀ ਫਿਰਦੀ ਹੈ। ਨੂਪ ਰਾਤ ਹੈ ਭੂਖਨ ਜਈ। ਕਹਿਣ ਲੱਗੇ ਉਹਦੀਆਂ ਝਾਂਜਰਾਂ ਦੀ ਆਵਾਜ਼ ਸਾਰੇ ਕਿਤੇ ਉੱਥੇ ਵਿਸ਼ਨ ਲੋਕ ਵਿੱਚ ਹੈ, ਸੁਣਦੀ ਹੈ। ਅੰਗ ਹਲੇ ਤਨਕਾਰ ਹੈ ਤੇਈ। ਕਹਿਣ ਲੱਗੇ ਉਹਦੇ ਜਦੋਂ ਅੰਗ ਹਿਲਦੇ ਹਨ ਤਾਂ ਉਹ ਉਹਨਾਂ ਦੇ ਜਿਹੜੇ ਝਲਣਾ ਪਾਈ ਉਹ ਹਿਲਦੀਆਂ ਹਨ, ਉਹਨਾਂ ਦੀ ਆਵਾਜ਼ ਆਉਂਦੀ ਹੈ। ਉਚਰ ਸਥਾਨ ਬਿਲੋਕਤ ਜਾਈ। ਜਦੋਂ ਇਹ ਸੁੰਦਰ ਥਾਂ, ਇਹ ਸਨਕਾਦਕ ਬਰਮਾ ਕਹਿੰਦਾ ਮੇਰੇ ਪੁੱਤਰਾਂ ਨੇ ਦੇਖਿਆ ਸਾਰਾ। ਸਨਕਾਦਕ ਜੇ ਚਾਰੋਂ ਭਾਈ। ਇਹ ਚਾਰੋਂ ਭਾਈ ਹਨ, ਚਾਰੇ ਮੇਰੇ ਮਨੁੱਖ ਸਰੀਰ ਵਾਲੇ ਮੇਰੇ ਪੁੱਤਰ ਹਨ। ਬਰਮਾ ਕਹਿੰਦਾ ਚੌਕੇ ਖਸ਼ਟ ਉਲੰਗੇ ਤਬ ਹੀ। ਜਦੋਂ ਇਹ ਚੌਥਾ ਦਰਵਾਜ਼ਾ ਲੰਘ ਚੁੱਕੇ, ਹੁਣ ਉੱਥੇ ਦਰਵਾਜ਼ੇ ਲੱਗੇ ਹੋਏ ਹਨ, ਪਹਿਲਾ ਦਰਵਾਜ਼ਾ, ਦੂਜਾ, ਸੋ ਉਹ ਵੀ ਜਿਹੜਾ ਹਨ ਮੰਨਿਆ ਜਾਂਦਾ ਵੀ ਜਿਸ ਤਰ੍ਹਾਂ ਕਿਸੇ ਦੇ ਕਰਮ ਹੁੰਦੇ ਆ ਉਹਨੇ ਉਹ ਦਰਵਾਜ਼ੇ ਲੰਘ ਕੇ ਅੱਗੇ ਜਾਂਦੇ ਹਨ। ਕਹਿੰਦੇ ਇਹ ਜਦੋਂ ਚੌਥਾ ਦਰਵਾਜ਼ਾ ਲੰਘ ਚੁੱਕੇ ਸਨ, ਸਪਤਮ ਪੌਰ ਗਏ ਚਲ ਤਬ ਹੀ। ਚਲਦਿਆਂ ਚਲਦਿਆਂ ਸੱਤਵਾਂ ਦੁਆਰ ਆਏ। ਹੁਣ 7 ਦਰਵਾਜ਼ੇ ਨੇ ਉੱਥੇ, ਜਿਹਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ 7 ਲੋਕ ਨੇ। ਹਾਂਜੀ, 7 ਲੋਕ ਨੇ, ਜਿੱਥੇ 7 ਜਿਹੜਾ ਹਨ 7ਵੇਂ ਲੋਕ ਤੱਕ ਇਹ ਪਹੁੰਚੇ, 7ਵੇਂ ਦਰਵਾਜ਼ੇ ਤੱਕ, ਡੌ ਤੱਕ। ਤਹ ਜੋ ਹੁਤੇ ਠਾਂਡੇ ਦਰਵਾਨਾ। ਉੱਥੇ 2 ਗਾਰਡਸ ਖੜੇ ਸਨ ਜਿਹੜੇ ਹਨ ਉਹ ਦਰਵਾਜ਼ੇ ਦੇ ਉੱਤੇ। 2 ਗਾਰਡ ਸੱਜੇ ਤੇ ਖੱਬੇ ਖੜੇ ਸਨ। ਬੈਤ ਅਰਾਏ ਤਨਹਿ ਅਟਕਾਨਾ। ਬੈਂਤ ਉਹਨਾਂ ਦੇ ਹੱਥ ਵਿੱਚ ਇੱਕ ਸੋਟਾ ਸੀ। ਉਹਨਾਂ ਨੇ ਸੋਟਾ ਅੱਗੇ ਕਰਕੇ ਉਹ ਦਰਵਾਜ਼ੇ ਤੋਂ ਲੰਘਣ ਵਾਸਤੇ ਇਹ ਚਾਰੇ ਭਰਾਵਾਂ ਨੂੰ ਰੋਕ ਦਿੱਤਾ, ਇਹਨਾਂ ਨੂੰ ਆਬਸਟਰਕਟ ਕਰ ਦਿੱਤਾ, ਸਟਾਪ ਕਰ ਦਿੱਤਾ ਜੀ ਉੱਥੇ। ਪੰਜ ਬਰਖ ਜਿਨ ਬੈਸ ਸਦਾਈ। ਦੇਖੋ ਇਹ ਜਿਹੜੇ ਸਨਕਾਦਕ ਨੇ, ਬਰਮਾ ਕਹਿੰਦਾ ਇਹ ਸਾਰੇ ਜਿਹੜੇ ਹਨ 5 ਸਾਲ ਦੀ ਉਮਰ ਇਹਨਾਂ ਦੀ ਰਹਿੰਦੀ ਹੈ, ਹਮੇਸ਼ਾ ਇਹ 5 ਸਾਲ ਦੇ ਹੀ ਰਹਿੰਦੇ ਹਨ। ਦੇਅਰ ਏਜ ਰਿਮੇਨਸ ਐਟ 5 years, ਉੱਥੇ ਤੱਕ ਰਹਿੰਦੀ ਹੈ। ਤੇ ਉਹਨਾਂ ਕਿ ਇਹਨਾਂ ਦਾ ਬੱਚਿਆਂ ਵਾਲਾ ਸਰੀਰ ਹੈ, ਛੋਟੇ ਛੋਟੇ ਬੱਚੇ ਹਨ। ਤੇ ਕਹਿੰਦੇ ਜਿਨ ਬੈਸ ਸਦਾਈ, ਸਦਾ ਵਾਸਤੇ ਉਹੀ ਉਮਰ 'ਚ ਰਹਿੰਦੇ ਹਨ। ਪਰਮਹੰਸ ਦਿਸ ਬਸਨ ਬਣਾਈ। ਹਾਂ, ਕਹਿੰਦੇ ਫਿਰ ਪਰਮਹੰਸ ਦਿਸ ਬਸਨ ਬਣਾਈ। ਕਹਿਣ ਲੱਗੇ ਜਿਵੇਂ ਕਹਿੰਦੇ ਇਹ ਪਰਮਹੰਸ ਵਰਗੇ ਨੇ ਤੇ ਰਹਿੰਦੇ ਨੰਗੇ ਹੀ ਨੇ, ਇਹ ਕਿਤੇ ਕੋਈ ਕੱਪੜਾ ਨਹੀਂ ਆਪਣੇ ਸਰੀਰ ਤੇ ਪਾਉਂਦੇ, ਕਿਵੇਂ ਜਿਵੇਂ ਬੱਚਾ ਹੈ 5 ਸਾਲ ਦੇ ਨੇ, ਸੋ ਇਹ ਨੰਗ 'ਚ ਰਹਿੰਦੇ ਹਨ। ਤੇ ਇੱਥੇ ਲਿਖਿਆ ਦਿਸ਼ ਬਸਨ ਬਣਾਈ, ਚਾਰੇ ਜਿਹੜੀਆਂ ਹਨ ਸਾਰੀਆਂ 10 ਦਿਸ਼ਾ ਨੂੰ ਇਹਨਾਂ ਨੇ ਆਪਣੇ ਕੱਪੜਾ ਬਣਾਇਆ, ਮਤਲਬ ਨੰਗਾ ਰਹਿੰਦੇ ਹਨ, ਕੋਈ ਕੱਪੜਾ ਆਪਣੇ ਸਰੀਰ ਤੇ ਨਹੀਂ ਪਾਉਂਦੇ। ਸਦਾ ਗਿਆਨ ਘਨ ਜਾਵਤ ਰੋਕੇ। ਦੇਖੋ ਸਦਾ ਗਿਆਨ ਘਨ ਕਹਿੰਦੇ ਨੇ, ਨਿਰੰਤਰ ਇਹ ਗਿਆਨੀ ਨੇ, ਇਹ ਪੰਜ ਜਿਹੜੇ ਹਨ ਵੱਡੇ ਗਿਆਨੀ ਨੇ। ਕਹਿੰਦੇ ਜਾਵਤ ਰੋਕੇ, ਜਾਂਦਿਆਂ ਨੂੰ ਜਦੋਂ ਰੋਕ ਲਿਆ, ਉਹ 2 ਗਾਰਡਸ ਨੇ ਦਰਵਾਜ਼ੇ ਦੇ ਉੱਤੇ, 7ਵਾਂ ਦਰਵਾਜ਼ਾ ਹੈ ਇਹ। ਦਰਵਾਨਨ ਦਿਸ ਰਖਨ ਬਿਲੋਕੇ। ਤੇ ਇਹਨਾਂ ਨੇ ਜਿਹੜਾ 5 ਨੇ ਜਿਹੜਾ ਇਹ 4 ਨੇ, ਚਾਰੇ ਜਿਹੜੇ ਹਨ ਇਹਨਾਂ ਨੇ ਉਹ ਦਰਵਾਨਨ, ਉਹ ਗਾਰਡਸ ਵੱਲ ਉੱਤੇ ਮੂੰਹ ਕਰਕੇ ਦੇਖਿਆ। ਕਹਿਣ ਲੱਗੇ ਇੱਕ ਪ੍ਰਭ ਪੈ ਜਾਈ। ਇਹਨਾਂ ਨੇ ਉਸ ਦਰਵਾਜ਼ਿਆਂ ਦੇ ਖੜੇ ਹੋਏ ਗਾਰਡਸ ਨੂੰ ਕਿਹਾ ਕਿ ਅਸੀਂ ਤਾਂ ਭਗਵਾਨ ਨੂੰ ਮਿਲਣ ਚੱਲੇ ਹਾਂ, ਅਸੀਂ ਤਾਂ ਵਿਸ਼ਨੂੰ ਨੂੰ ਮਿਲਣ ਚੱਲੇ ਹਾਂ, ਇਹ ਦਰਵਾਜ਼ਾ ਲੰਘ ਕੇ। ਏਕਨ ਕੋ ਰੁਕੋ ਇਹ ਥਾਈ। ਕਹਿਣ ਲੱਗੇ ਏਕਨ ਕੋ ਰੋਕੇ, ਇੱਕ ਥਾਈ। ਕਹਿਣ ਲੱਗੇ ਇੱਕ ਨਾ, ਕਹਿਣ ਲੱਗੇ ਜੋ ਪਰਮਾਤਮਾ ਵੱਲ ਜਾ ਰਹੇ ਹਨ, ਤੁਸੀਂ ਕਿਉਂ ਉਹਨਾਂ ਨੂੰ ਰੋਕ ਰਹੇ ਹੋ? ਆਪਾਂ ਤਾਂ ਜਿਹੜਾ ਹੈ ਸੰਸਾਰ ਤੇ ਜਾ ਕੇ ਪ੍ਰਚਾਰ ਕਰਦੇ ਹਾਂ ਵੀ ਹਰ ਕੋਈ ਜਿਹੜਾ ਹੈ ਪਰਮਾਤਮਾ ਨੂੰ ਮਿਲਦਾ ਰਹੇ, ਮਿਲ ਕੇ ਇੱਕ ਮਿਕ ਹੋਵੇ। ਅਸੀਂ ਤਾਂ ਇਹ ਪ੍ਰਚਾਰ ਕਰਦੇ ਹਾਂ, ਤਾਂ ਹੀ ਤਾਂ ਧਰਮ ਚਲਾਇਆ ਹੈ। ਕਹਿੰਦੇ ਵੀ ਸਾਰੇ ਜਿਹੜੇ ਹਨ ਰੂਹਾਂ, ਉਹ ਆਪਣੇ ਕਰਮ ਭੋਗ ਕੇ ਪਰਮਾਤਮਾ ਨਾਲ ਮਿਲ ਜਾਵੇ। ਭੇਦ ਦ੍ਰਿਸ਼ਟ ਜੋ ਕਰਨਾ ਹਾਰੇ। ਦੇਖੋ ਤੁਸੀਂ ਇੱਕ ਵਖਰੇਵੀਂ ਵਾਲੀ ਦ੍ਰਿਸ਼ਟ ਕਰ ਦਿੱਤੀ ਹੈ। ਜੇ ਅਸੀਂ 6 ਦਰਵਾਜ਼ੇ ਲੰਘ ਕੇ ਆ ਗਏ
ਤਾਂ 7ਵੇਂ ਦਰਵਾਜ਼ੇ ਤੇ ਸਾਨੂੰ ਕਿਉਂ ਤੁਸੀਂ ਰੋਕ ਰਹੇ ਹੋ? ਕਿਉਂਕਿ ਤੁਸੀਂ ਆਪਣੀ ਜਿਹੜੀ ਹੈ ਵਖਰੇਵੇਂ ਵਾਲੀ ਬੁੱਧੀ ਹੈ, ਤੁਹਾਡੀ ਬੁੱਧੀ ਜਿਹੜੀ ਹੈ ਡਿਫਰੈਂਸ਼ੀਅਲ ਬੁੱਧੀ ਹੈ, ਤੁਸੀਂ ਸਾਨੂੰ ਆਪਣੇ ਨਾਲੋਂ ਵੱਖਰਾ ਸਮਝਦੇ ਹੋ, ਜਾਂ ਤੁਸੀਂ ਸਾਨੂੰ ਹਜੇ ਸਾਡਾ ਸਰੂਪ ਨਹੀਂ ਦੇਖਿਆ ਤੇ ਸਾਨੂੰ ਜਿਹੜਾ ਹੈ ਪਰਮਾਤਮਾ ਤੋਂ ਰੋਕ ਪਾਈ ਹੈ। ਰਹਿਣ ਉਚਿਤ ਹੈ ਪ੍ਰਭ ਦਰਬਾਰੇ। ਇਸ ਕਰਕੇ ਤੁਸੀਂ ਲਾਇਕ ਨਹੀਂ ਹੋ, ਤੁਸੀਂ ਕੁਆਲੀਫਾਈਡ ਨਹੀਂ ਕਿ ਤੁਸੀਂ ਪਰਮਾਤਮਾ ਦੇ ਦਰਵਾਜ਼ੇ ਤੇ ਖੜੋ। ਜੋ ਸਾਡਾ ਇਸ਼ਟ ਹੈ, ਸਾਨੂੰ ਜਿਹਦੀ ਅਸੀਂ ਪੂਜਾ ਕਰਦੇ ਹਾਂ, ਉਹ ਸਾਡਾ ਭਗਵਾਨ ਹੈ ਨਾ। ਕਹਿੰਦੇ ਸਾਡੇ ਭਗਵਾਨ ਤੋਂ ਤੁਸੀਂ ਸਾਨੂੰ ਰੋਕ ਰਹੇ ਹੋ, ਇਸ ਕਰਕੇ ਤੁਹਾਨੂੰ ਇਹ ਦਰਵਾਜ਼ੇ ਤੇ ਨਹੀਂ ਖੜਨਾ ਚਾਹੀਦਾ। ਅਸੁਰ ਬੁੱਧ ਤੁਮਨੇ ਇਹ ਧਾਰੀ। ਤੁਸੀਂ ਇਹ ਬੁੱਧੀ ਜਿਹੜੀ ਧਾਰਨ ਕੀਤੀ ਦੈਂਤਾਂ ਵਾਲੀ ਬੁੱਧੀ ਹੈ, ਕਿਉਂਕਿ ਦੈਂਤ ਲੋਕ ਹਨ ਜਿਹੜੇ ਪਰਮਾਤਮਾ ਤੋਂ ਮਿਲਣ ਨੂੰ ਰੋਕਦੇ ਹਨ, ਨਹੀਂ ਮਿਲਣ ਦਿੰਦੇ, ਨਹੀਂ ਚੰਗੀ ਕਿਰਤ ਕਰਨ ਦਿੰਦੇ। ਤੁਹਾਡੀ ਬੁੱਧੀ ਜਿਹੜੀ ਦੈਂਤਾਂ ਵਾਲੀ ਹੈ। ਜਾਇ ਧਰੋ ਤਨ ਧਰਨ ਮਛਾਰੀ। ਉਹਨਾਂ ਨੇ ਸ਼ਰਾਪ ਦੇਤਾ, ਕਹਿੰਦਾ ਜਾਓ ਧਰਤੀ ਤੇ ਜਾ ਕੇ ਦੈਂਤਾਂ ਦਾ ਰੂਪ ਧਾਰਨ ਕਰੋ। ਸਮ ਦ੍ਰਿਸ਼ਟੀ ਗੁਣ ਸਰਬ ਸਮੇਤਾ। ਸਮ ਦ੍ਰਿਸ਼ਟੀ ਕਹਿੰਦੇ ਕਿ ਸਮ ਦ੍ਰਿਸ਼ਟੀ ਹੋਣੀ ਚਾਹੀਦੀ ਹੈ। ਇਹ ਗੁਣ ਹੈ ਸਰਬ ਸਮੇਤਾ, ਸਾਰਿਆਂ ਉੱਤੇ ਇੱਕੋ ਦ੍ਰਿਸ਼ਟੀ ਚਾਹੀਦੀ, ਜਿਵੇਂ ਭਗਵਾਨ ਦੀ ਹੈ ਉਹੀ ਦ੍ਰਿਸ਼ਟੀ ਜਿਹੜਾ ਤੁਹਾਡੀ ਵੀ ਚਾਹੀਦੀ ਸੀ। ਐਸੇ ਚਾਹੀਤ ਪ੍ਰਭੂ ਨਿਕੇਤਾ। ਕਹਿਣ ਲੱਗੇ ਐਸਾ ਹੀ ਹੋਣਾ ਚਾਹੀਦਾ ਹੈ, ਜੋ ਪਰਮਾਤਮਾ ਦਾ ਦਰ ਹੋਵੇ ਉੱਥੇ ਐਸਾ ਹੀ ਹੋਣਾ ਚਾਹੀਦਾ ਹੈ। ਸੁਣ ਕਰ ਸਰਾਪ ਭਏ ਪੈਮਾਨਾ। ਕਹਿਣ ਲੱਗੇ ਇਹ ਸ਼ਰਾਪ ਸੁਣ ਕੇ ਉਹ ਦੋਨੇ ਗਾਡ ਜਿਹੜੇ ਖੜੇ ਸਨ, ਉਹਨਾਂ ਦਾ ਨਾਂ ਸੀ ਜੈ ਤੇ ਵਿਜੈ। ਸੋ ਜੈ ਤੇ ਵਿਜੈ ਇਹ ਦੋ ਗਾਡ ਸਨ। ਇਹ ਸੁਣ ਕੇ ਹੁਣ ਡਰ ਗਏ ਜਦੋਂ ਇਹਨਾਂ ਨੇ ਸ਼ਰਾਪ ਸੁਣਿਆ। ਜੈ ਅਰ ਵਿਜੈ ਨਾਮ ਜਿਨ ਜਾਨਾ। ਹਾਂ, ਜੈ ਤੇ ਵਿਜੈ ਇਹਨਾਂ ਦੇ ਨਾਮ ਸਨ, ਜਾਣਨਾ ਕਰੋ। ਬਿਨੈ ਕਰਨ ਲਾਗੇ ਕਰ ਜੋਰੀ। ਇਹ ਹੱਥ ਜੋੜ ਕੇ ਬੇਨਤੀਆਂ ਕਰਨ ਲੱਗ ਪਏ ਉਹਨਾਂ ਜਿਹੜੇ ਹਨ ਚਾਰੇ ਬਰਮਾ ਦੇ ਪੁੱਤਰਾਂ ਦੇ ਅੱਗੇ, ਸੰਕਾਦਕਾਂ ਅੱਗੇ। ਦਇਓ ਸਰਾਪ ਤੁਮਨੈ ਦੁਖ ਘੋਰੀ। ਕਹਿਣਗੇ ਭਿਆਨਕ ਦੁੱਖ ਦੇਣ ਵਾਲਾ ਸ਼ਰਾਪ ਤੁਸੀਂ ਸਾਨੂੰ ਕਰ ਦਿੱਤਾ। ਧਾਰ ਅਨੁਗ੍ਰਹ ਅਸਬਰ ਦੀਜੈ। ਕਹਿਣ ਲੱਗੇ ਹੁਣ ਆਪਣੇ ਕਿਰਪਾ ਦੇ ਘਰ ਵਿੱਚ ਆਓ, ਕਿਰਪਾ ਕਰੋ, ਸਾਡੇ ਤੇ ਤਰਸ ਕਰੋ, ਤਰਸ ਕਰਕੇ ਇਹ ਵਰ ਦਿਓ ਸਾਨੂੰ। ਜਾਂ ਤੇ ਪ੍ਰਭੂ ਹਿਰਦੈ ਨਾ ਹਿਰਦੈ ਭੁਲੀਜੈ। ਵੀ ਸਾਨੂੰ ਭਾਵੇਂ ਕੋਈ ਵੀ ਜੂਨ ਵਿੱਚ ਤੁਸੀਂ ਪਾਓ, ਭਗਵਾਨ ਸਾਨੂੰ ਕਿਤੇ ਨਾ ਭੁੱਲੇ, ਪਰਮਾਤਮਾ ਸਾਨੂੰ ਕਿਤੇ ਨਾ ਭੁੱਲੇ, ਸਾਨੂੰ ਹਮੇਸ਼ਾ ਚੇਤੇ ਰਹੇ। ਜੈ ਤੇ ਵਿਜੈ ਕਹਿੰਦੇ। ਸਰਾਪ ਅੰਤ ਪੁਨ ਦੇਹੋ ਬਤਾਈ। ਤੇ ਫਿਰ ਇਹ ਵੀ ਦੱਸ ਦਿਓ ਸਾਡੇ ਸਰਾਪ ਦਾ ਅੰਤ ਕਿਦੋਂ ਹੋਊਗਾ, ਇਹ ਕਰਸ ਕਿਦੋਂ ਆ ਕੇ ਮੁੱਕੇਗਾ। ਹਮ ਆਏ ਤੁਮ ਪਗ ਸਰਨਾਈ। ਇਸ ਕਰਕੇ ਤੇ ਤੁਹਾਡੀ ਸ਼ਰਨ ਵਿੱਚ ਅਸੀਂ ਆ ਗਏ ਹਾਂ। ਜੈ ਵਿਜੈ ਕਹਿੰਦੇ ਅਸੀਂ ਤੁਹਾਡੀ ਸ਼ਰਨ ਵਿੱਚ ਆ ਰਿਸ਼ੀ ਜੀ। ਤਿਨ ਕੀ ਬਿਨੈ ਸਰੋਣ ਸੁਨ ਜਬ ਹੀ। ਕਹਿਣ ਲੱਗੇ ਜਦੋਂ ਉਹਨਾਂ ਦੀ ਬੇਨਤੀ ਵਾਲੇ ਇਹ ਜਿਹੜੇ ਵਚਨ ਸੁਣੇ, ਜਿਹੜੇ ਹਨ ਸੰਕਾਦਕਾਂ ਨੇ, ਬੋਲੇ ਪਰਮ ਰਖੀਸ਼ਵਰ ਤਬ ਹੀ। ਇਹ ਪਰਮ ਰਖੀਸ਼ਵਰ ਜੋ ਚਾਰ ਭਰਾ ਹਨ, ਸਨਕ, ਸਨੰਦਨ, ਸਨਾਤਨ ਤੇ ਸੰਤ ਕੁਮਾਰ, ਇਹਨਾਂ ਨੇ ਜਦੋਂ ਇਹ ਸੁਣ ਲਏ ਜੀ, ਇਹਨਾਂ ਦੇ ਜਿਹਨੇ ਬੇਨਤੀ ਸੁਣੀ, ਸਹਿ ਕਰ ਸਰਾਪ ਦੈਤ ਤਨ ਪਾਵ ਹੋ। ਕਹਿਣ ਲੱਗੇ ਇਹ ਸ਼ਰਾਪ ਕਰਕੇ ਤੁਹਾਨੂੰ ਦੈਂਤ ਦੇਹੀ ਮਿਲੇਗੀ, ਤੁਸੀਂ ਡੀਮਨ ਬਣੋਗੇ, ਤੁਸੀਂ ਦੈਂਤਾਂ ਦੀ ਜਿਹੜੀ ਹਨ ਉਹਨਾਂ ਦਾ ਸਰੀਰ ਤੁਸੀਂ ਧਾਰਨ ਕਰੋਗੇ, ਡੀਮਨ ਬਣੋਗੇ ਜਾ ਕੇ ਸੰਸਾਰ ਤੇ। ਜਾਏ ਭੂਮ ਤਲ ਰਾਜ ਕਮਾਵ ਹੋ। ਤੇ ਉੱਥੇ ਜਾ ਕੇ ਤੁਸੀਂ ਰਾਜ ਕਮਾਓ, ਤੁਸੀਂ ਰਾਜੇ ਬਣੋ, ਉੱਥੇ ਜਾ ਕੇ ਧਰਤੀ ਤੇ ਤੁਸੀਂ ਰਾਜੇ ਹੋਵੋਗੇ। ਸ਼੍ਰੀ ਪ੍ਰਭ ਵਿਸ਼ਨ ਧਰ ਹੈ ਅਵਤਾਰਾ। ਤੇ ਸ਼੍ਰੀ ਵਿਸ਼ਨੂੰ ਆਪ ਅਵਤਾਰ ਧਾਰ ਕੇ ਇਨਕੇ ਹੱਥ ਹੋਏ ਸੰਘਾਰਾ। ਉਹਨਾਂ ਦੇ ਹੱਥੀਂ ਤੁਹਾਡੀ ਮੌਤ ਹੋਣੀ ਹੈ। ਬਿਕੋਜ਼ ਕਿਉਂ ਹੋਣੀ ਹੈ? ਕਿਉਂਕਿ ਉਹਨਾਂ ਦੇ ਦਰਵਾਜ਼ੇ ਤੇ ਖੜ ਕੇ ਤੁਸੀਂ ਗਾਟ ਕਰਨ ਵਾਲੇ ਹੋ। ਤੁਹਾਡੀ ਜ਼ਿੰਮੇਵਾਰੀ, ਤੁਹਾਡਾ EMPLOYER ਉਹ ਹੈ। ਸੋ ਉਹੀ ਤੁਹਾਨੂੰ ਆ ਕੇ ਮਾਰੇਗਾ, ਉਹੀ ਤੁਹਾਨੂੰ ਉਹ ਜੂਨ ਤੋਂ ਛੁਟਕਾਰਾ ਦੇਗਾ। ਤੀਨ ਜਨਮ ਧਰ ਭੂਮ ਮਝਾਰੇ। ਦੇਖੋ ਉਹਨਾਂ ਨੇ ਇਹ ਕਿਹਾ ਕਿ 3 ਵਾਰ ਤੁਹਾਡਾ ਜਨਮ ਹੋਣਾ ਹੈ। ਸੋ 3 ਵਾਰ ਕਹਿੰਦੇ ਤੁਹਾਡਾ ਜਨਮ ਹੋਵੇਗਾ। ਸੋ ਇਸ ਕਰਕੇ ਜਿਹੜਾ ਹੈ ਇਹ ਜੈ ਤੇ ਵਿਜੈ ਜਿਹੜਾ ਹੈ ਪਹਿਲੇ ਸਤਜੁਗ ਦੇ ਵਿੱਚ ਜਿਹੜਾ ਹਿਰਣਯਕਸ਼ ਤੇ ਹਿਰਣਕਸ਼ਪ ਜਾਂ ਜਿਹਨੂੰ ਹਰਨਾਕਸ਼ ਕਹਿੰਦੇ ਹਾਂ, ਇਹ 2 ਬਣੇ। ਫਿਰ ਜਦੋਂ ਤ੍ਰੇਤਾ ਯੁੱਗ ਹੋਇਆ ਉਦੋਂ ਇਹ ਰਾਵਣ ਤੇ ਕੁੰਭਕਰਨ ਬਣ ਕੇ ਆਏ ਦੋਨੋਂ। ਫਿਰ ਜਦੋਂ ਦੁਆਪਰ ਹੋਇਆ ਤਾਂ ਦੰਤ ਵਕਰ ਤੇ ਸ਼ਿਸ਼ੂਪਾਲ, ਤੇ ਇਹ 2 ਜਿਹੜਾ ਇਹਨਾਂ ਨੇ ਫਿਰ ਇਹ 3 ਜਨਮ ਧਾਰਨ ਕੀਤੇ। ਤੇ ਇਹਨਾਂ ਨੂੰ ਮਾਰਨ ਵਾਸਤੇ ਜਿਹੜਾ ਹੈ ਸਤਜੁਗ ਦੇ ਵਿੱਚ ਵਿਸ਼ਨੂੰ ਨੇ ਵਰਾ ਅਵਤਾਰ ਧਾਰਨਾ ਕੀਤਾ, ਜਿਨੇ ਕਿ ਹਿਰਣਯਕਸ਼ ਨੂੰ ਮਾਰਿਆ, ਤੇ ਫਿਰ ਨਰਸਿੰਘ ਰੂਪ ਹੋ ਕੇ ਜਿਹੜਾ ਹਿਰਣਕਸ਼ਪ ਜਾਂ ਹਰਨਾਕਸ਼ ਨੂੰ ਮਾਰਿਆ। ਫਿਰ ਜਿਹੜਾ ਹੈ ਜਦੋਂ ਆਇਆ ਸਮਾਂ ਜਿਹੜਾ ਹੈ ਤ੍ਰੇਤੇ ਦਾ, ਉਸ ਸਮੇਂ ਰਾਵਣ ਨੂੰ ਮਾਰਨ ਵਾਲੇ ਰਾਮਚੰਦਰ ਜੀ ਆਏ। ਸੋ ਜਿਹੜਾ ਹੈ ਅੱਗੇ ਕੁੰਭਕਰਨ ਨੂੰ ਵੀ ਜਿਹੜਾ ਹੈ ਫਿਰ ਜਿਹੜਾ ਹੈ ਉਹਨਾਂ ਨੂੰ ਵੀ ਮਾਰਿਆ। ਫਿਰ ਅੱਗੇ ਆ ਗਿਆ ਜੀ ਦੁਆਪਰ, ਜਿਹੜਾ ਦੰਤ ਵਕਰ ਤੇ ਸ਼ਿਸ਼ੂਪਾਲ ਨੂੰ ਫਿਰ ਕ੍ਰਿਸ਼ਨ ਭਗਵਾਨ ਨੇ ਆ ਕੇ ਮਾਰਿਆ।
ਸੋ ਇਸ ਤਰ੍ਹਾਂ ਕਰਕੇ ਇਹਨਾਂ ਦੀ ਜਿਹੜੇ ਹਨ 3 ਜਨਮ ਹੋਣੇ ਹਨ। ਪੁਨ ਆਵੋ ਸ੍ਰੀ ਪ੍ਰਭ ਦਰਬਾਰੇ। ਕਹਿਣ ਲੱਗੇ ਪੁਨ ਆਓ, ਜਦੋਂ 3 ਜਨਮ ਤੁਸੀਂ ਧਾਰਨ ਕਰ ਲਏ ਫੇਰ ਦਰਬਾਰ ਵਿੱਚ ਆਓ। ਪਰ ਐਸੀ ਵੀ ਸਾਖੀ ਆਉਂਦੀ ਹੈ ਕਿ ਵਿਸ਼ਨੂੰ ਭਗਵਾਨ ਨੇ ਇਹਨਾਂ ਨੂੰ ਆਪਸ਼ਨ ਦਿੱਤੀ। ਕਹਿੰਦੇ ਜੇ ਜਿਹੜਾ ਹੈ ਤੁਸੀਂ ਹੁਣ ਜਿਹੜਾ ਹੈ ਜਾਂ ਤਾਂ 3 ਦੈਂਤਾਂ ਦੇ ਜਨਮ ਧਾਰਨ ਕਰੋ ਜਾਂ ਫਿਰ 7 ਜਨਮ ਤੁਸੀਂ ਸਾਡੀ ਭਗਤੀ ਕਰੋ, ਸਾਡੇ ਭਗਤ ਬਣ ਕੇ ਜਨਮ ਲਿਓ। ਤੇ ਇਹਨਾਂ ਨੇ ਵਿਚਾਰ ਕੀਤੀ, ਕਹਿੰਦੇ 7 ਜਨਮ ਤਾਂ ਬਹੁਤਾ ਲੰਮਾ ਸਮਾਂ ਹੈ, ਤੁਹਾਡੇ ਵਿਛੋੜੇ ਦਾ ਲੰਮਾ ਸਮਾਂ ਪੈ ਜਾਏਗਾ। ਇਸ ਕਰਕੇ ਇਹਨਾਂ ਨੇ ਚੂਜ਼ ਕੀਤਾ ਸਾਨੂੰ 3 ਜਨਮ ਦੈਂਤਾਂ ਦੀ ਦੇ ਦਿਓ। ਤਾਂ ਕਰਕੇ 36 ਜਨਮ ਮਕਾ ਕੇ ਅਸੀਂ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਵਾਂਗੇ। ਬਾਤ ਲਖੀ ਜਬ ਕਮਲਾ ਕੰਤਾ। ਜਦੋਂ ਇਹ ਬਾਤ ਇਹ ਜਿਹੜਾ ਹੈ ਜਦੋਂ ਇਹ ਵਾਪਸ ਸਾਰੇ ਜਿਹੜਾ ਹਨ ਸਨਕਾਦਕ ਸਮੇਂ ਉਹਨਾਂ ਦੇ ਦਰਬਾਰੀ ਵਿਸ਼ਨੂੰ ਕੋਲ ਆਏ ਤਾਂ ਸਾਰੀ ਜਿਹੜੀ ਗੱਲ ਦਾ ਪਤਾ ਲੱਗ ਗਿਆ ਜੀ ਵਿਸ਼ਨੂੰ ਜੀ ਨੂੰ। ਦੌਰੇ ਸਭ ਤਹਿ ਤਜੇ ਤੁਰੰਤਾ। ਕਹਿਣਗੇ ਸਾਰੇ ਭਾਵ ਸਾਰੇ ਦਰਬਾਰੀ ਜਿਹੜੇ ਸਨ ਜਿਹੜੇ ਹਨ ਉਸ ਵੇਲੇ ਜਿਹੜੇ ਹਨ ਬਾਤ ਲਿਖੀ ਜਬ ਕਮਲਾ ਕੰਤਾ, ਕਮਲ ਦੇ ਜਿਹੜੇ ਹਨ ਕੰਤ, ਕਮਲ ਦੇ ਉੱਤੇ ਬਹਿਣ ਵਾਲੇ ਜਾਂ ਇੱਥੇ ਆਪਾਂ ਬਰਮਾ ਵੀ ਕਹਿ ਸਕਦੇ ਹਾਂ ਕਮਲ ਕੰਤਾ। ਸੋ ਕਮਲ ਜਾਂ ਕਮਲ ਨੂੰ ਪੈਦਾ ਕਰਨ ਵਾਲੇ ਜੋ ਵਿਸ਼ਨੂੰ ਜੀ ਹਨ, ਕਹਿੰਦੇ ਦੌਰੇ ਸਭ ਤਹਿ ਤਜੇ ਤੁਰੰਤਾ, ਉਹ ਦੌੜ ਕੇ ਦਰਬਾਰੀ ਸਾਰੇ ਭੱਜ ਗਏ। ਪਰਮਹੰਸ ਲੇਖ ਭਗਤ ਵਿਸਾਲਾ। ਪਰਮਹੰਸ ਲੇਖ ਭਗਤ ਵਿਸਾਲਾ, ਉਹਨਾਂ ਨੂੰ ਆਪਣੇ ਪਰਮਹੰਸ ਜਾਣਦੇ ਸਨ ਵਿਸ਼ਨੂੰ ਜੀ ਇਹ ਸਨਕਾਦਿਕਾਂ ਨੂੰ, ਤੇ ਇਹ ਭਗਤ ਵੱਡੇ ਭਗਤ ਸਨ। ਕ੍ਰੋਧ ਛਿਮਾਪਨ ਤਿਨਹਿ ਕਿਰਪਾਲਾ। ਕਹਿੰਦੇ ਕ੍ਰੋਧ ਛਿਮਾਪਨ ਤਿਨਹਿ ਕਿਰਪਾਲਾ, ਖਿਮਾ ਕਰਾਉਣ ਵਾਸਤੇ, ਉਹਨਾਂ ਦਾ ਗੁੱਸਾ ਠੰਡਾ ਕਰਨ ਵਾਸਤੇ, ਉਹਨਾਂ ਨੂੰ ਮਨਾਉਣ ਵਾਸਤੇ। ਹੁਣ ਦੇਖੋ ਇਹ ਸਨਕਾਦਿਕਾਂ ਦੀ ਉਮਰ ਜਿਹੜੀ ਹੈ ਹਮੇਸ਼ਾ 5 ਸਾਲ ਕਿਉਂ ਰਹਿੰਦੀ ਹੈ? ਕਿਉਂਕਿ 5 ਸਾਲ ਦੇ ਬੱਚੇ ਤੱਕ ਇਹ ਮੰਨਿਆ ਜਾਂਦਾ ਵੀ ਉਹ ਤੋਂ ਪਾਪ ਨਹੀਂ ਹੁੰਦਾ, ਉਹਦਾ ਪਾਪ ਗਿਣਿਆ ਨਹੀਂ ਜਾਂਦਾ। ਇਸ ਕਰਕੇ ਸਨਕਾਦਿਕਾਂ ਦੀ ਉਮਰ 5 ਸਾਲੇ ਰੱਖੀ ਹੈ, ਕਿਉਂਕਿ ਇਹਨਾਂ ਤੋਂ ਕੋਈ ਪਾਪ ਨਹੀਂ ਹੁੰਦਾ, ਸਿਰਫ ਇਹ ਭਗਤੀ ਕਰਦੇ ਹਨ। ਇਸ ਕਰਕੇ ਇਹ ਵੱਡੇ ਭਗਤ ਹਨ, ਇਹਨਾਂ ਨੂੰ ਵੱਡੇ ਭਗਤ ਕਰਕੇ ਮੰਨਿਆ ਜਾਂਦਾ ਹੈ, ਕਿਉਂਕਿ ਕੋਈ ਗੁੰਜਾਇਸ਼ ਨਹੀਂ ਵੀ ਇਹਨਾਂ ਤੋਂ ਕੋਈ ਪਾਪ ਹੋ ਜਾਏਗਾ। ਇਸ ਕਰਕੇ 5 ਸਾਲ ਦੀ ਉਮਰ 'ਚ ਰਹਿੰਦੇ ਹਨ। ਪਗ ਨੰਗੇ ਆਏ ਚਲ ਦੁਆਰਾ। ਕਹਿਣ ਲੱਗੇ ਇਸ ਕਰਕੇ ਜਦੋਂ ਅੰਦਰੋਂ ਵਿਸ਼ਨੂੰ ਜੀ ਨੂੰ ਪਤਾ ਲੱਗਿਆ, ਕਹਿੰਦੇ ਵੀ ਐਸਾ ਸ਼ਰਾਪ ਦੇ ਦਿੱਤਾ ਤੇ ਬਾਕੀ ਦੇ ਦਰਬਾਰੀ ਭੱਜ ਗਏ। ਕਹਿੰਦੇ ਕਿ ਸਨਕਾਦਿਕ ਕਿਤੇ ਸਾਨੂੰ ਨਾ ਕੋਈ ਸ਼ਰਾਪ ਦੇ ਦੇਣ। ਉਹ ਬਾਕੀ ਦੇ ਸਾਰੇ ਛੱਡ ਕੇ ਭੱਜ ਗਏ ਵਿਸ਼ਨੂੰ ਦਾ ਦਰਬਾਰ। ਜਦੋਂ ਵਿਸ਼ਨੂੰ ਨੂੰ ਪਤਾ ਲੱਗਿਆ ਉਹ ਨੰਗੇ ਪੈਰੀ ਤੁਰ ਕੇ ਬਾਹਰ ਆਇਆ ਦਰਵਾਜ਼ੇ ਤੇ ਇਹ ਸਨਕਾਦਿਕਾਂ ਨੂੰ ਲੈਣ ਵਾਸਤੇ। ਕੇਵਲ ਜਿਨ ਕੋ ਪ੍ਰੇਮ ਪਿਆਰਾ। ਦੇਖੋ ਉਹ ਵਿਸ਼ਨੂੰ ਹੈ ਜਿਹਨੂੰ ਕੇਵਲ ਤੇ ਕੇਵਲ ਪ੍ਰੇਮ ਪਿਆਰਾ ਹੈ, ਜਿਹੜਾ ਪ੍ਰੇਮ ਕਰਕੇ ਵਸ ਹੁੰਦਾ ਹੈ। ਆਪਣੇ ਚਰਨ ਰਖਿਆ ਦਿਖਰਾਏ। ਕਹਿੰਦੇ ਉਹਨੇ ਆਪਣੇ ਚਰਨ ਰਿਖਿਅਨ ਦਿਖਰਾਏ, ਆਪਣੇ ਚਰਨ ਆ ਕੇ ਇਹ ਰਿਸ਼ੀ ਜੋ ਸਨਕਾਦਿਕ ਹਨ ਇਹਨਾਂ ਨੂੰ ਦਿਖਾਉਣੇ ਕੀਤੇ। ਰੋਸ ਸਪੂਰਨ ਸ਼ਾਂਤ ਕਰਾਏ। ਉਹਨਾਂ ਦਾ ਕ੍ਰੋਧ ਜਿਹੜਾ ਸੀਗਾ, ਉਹਨਾਂ ਨੂੰ ਜਿਹੜਾ ਗੁੱਸਾ ਸੀਗਾ ਉਹ ਸ਼ਾਂਤ ਕਰਾਇਆ, ਕਿਉਂਕਿ ਗੁੱਸਾ ਵੀ ਇੱਕ ਬੱਚੇ ਵਾਲਾ ਹੈ, ਥੋੜ੍ਹਾ ਚਿਰ ਚੜ੍ਹਦਾ ਤੇ ਮੁੱਕ ਜਾਂਦਾ ਹੈ। ਸਿਆਮ ਸਰੂਪ ਅਨੂਪਮ ਲੋਨਾ। ਕਹਿਣ ਲੱਗੇ ਹੁਣ ਵਿਸ਼ਨੂੰ ਦਾ ਸਰੂਪ ਦਾ ਵਰਣਨ ਕਰ ਰਹੇ ਹਨ ਇੱਥੇ। ਕਹਿੰਦੇ ਉਹਦਾ ਸਿਆਮ ਸਰੂਪ ਹੈ, ਸੋ ਥੋੜਾ ਜਿਹਾ ਕਾਲੇ ਰੰਗ ਦਾ ਹੈ। ਕਹਿੰਦੇ ਸਰੂਪ ਅਨੂਪਨ ਲੋਣਾ, ਉਹਦੀਆਂ ਅੱਖਾਂ ਬੜੀਆਂ ਸੋਹਣੀਆਂ ਹਨ। ਅਨੂਪ ਲੋਣਾ, ਉਹ ਬਹੁਤ ਸੁੰਦਰਤਾ ਨੂੰ ਪ੍ਰਗਟ ਕਰਨ ਵਾਲਾ ਸਰੀਰ ਹੈ। ਪ੍ਰਿਥ ਨਿਤੰਬ ਜਿਨ ਕੀ ਛਬ ਕੋ ਨਾ। ਕਹਿਣ ਲੱਗੇ ਪੱਟ ਜਿਨ੍ਹਾਂ ਦੇ ਚੌੜੇ ਹਨ ਤੇ ਜਿਹੜਾ ਹੈ ਜਿਨ ਕੀ ਸ਼ਬਨਾ ਕੋ, ਉਹਨਾਂ ਦੇ ਕੋਈ ਸੋਭਾ ਵੀ ਨਹੀਂ ਕਰ ਸਕਦਾ ਵੀ ਕਿੰਨੇ ਕੁ ਸੁੰਦਰ ਹਨ। ਛੁਦਰ ਘੰਟਕਾ ਬੁਧੀ ਸੁਹਾਵਨ। ਕਹਿਣ ਲੱਗੇ ਉਹਨਾਂ ਦੀ ਜਿਹੜੀ ਘਟਕਾ ਤੜਾਗੀ ਜਿਹੜੀ ਹੈ, ਜਿਹੜਾ ਲੱਕ ਹੈ ਉਹ ਵੀ ਬੜੀ ਸੁੰਦਰ ਤੜਾਗੀ ਅੰਤਿਆ ਲੱਕ ਨਾਲ ਬੰਨੀ ਹੋਈ ਹੈ, ਜਿਵੇਂ ਅੱਜ ਕੱਲ੍ਹ ਆਪਾਂ ਬੈਲਟਾਂ ਬੰਨਦੇ ਹਾਂ। ਘਰ ਮਹਿ ਬਨਮਾਲਾ ਮਨ ਭਾਵਨ। ਘਰ ਵਿੱਚ ਬੰਨਮਾਲਾ ਹੈ, ਬੰਨਮਾਲਾ ਉਹ ਜਿਹੜੀ ਮਾਲਾ ਉਹਨਾਂ ਨੇ ਆਪਣੇ ਸੁੰਦਰ ਗਲ ਵਿੱਚ ਪਾਈ ਹੋਈ ਹੈ। ਚਾਰ ਭੁਜਾ ਮਹਿ ਭੂਖਨ ਚਾਰੂ। ਤੇ ਉਹਨਾਂ ਦੇ 4 ਬਾਹਾਂ ਨੇ, 4 ਬਾਹਾਂ ਦੇ ਉੱਤੇ ਸੁੰਦਰ ਸੁੰਦਰ ਜਿਹੜੇ ਹਨ ਜਵੈਲਰੀਜ਼ ਪਾਏ ਹੋਏ ਹਨ। ਕੰਕਣ ਮੁਦਰਕ ਅੰਗਦ ਧਾਰੂ। ਕਹਿੰਦੇ ਕੰਕਣ ਕੜੇ ਪਾਏ ਹੋਏ ਹਨ, ਛੱਲੇ ਪਾਏ ਹੋਏ ਹਨ, ਅੰਗਦ ਬਹੂਟੇ ਜਿਹੜੇ ਬਾਹਾਂ ਤੇ ਪਾਏ ਹੁੰਦੇ ਹਨ ਉਹ ਸਾਰੇ ਧਾਰਨ ਕੀਤੇ ਹੋਏ ਹਨ। ਉਦਰ ਤ੍ਰਿਵਲੇ ਸੰਜੁਤ ਰਾਜਤ। ਕਹਿਣਗੇ ਪੇਟ ਦੇ ਉੱਤੇ 3 ਵਲ ਪੈਂਦੇ ਹਨ, 3 ਲਾਈਨਾਂ ਪੈਂਦੀਆਂ ਹਨ ਢਿੱਡ ਦੇ ਉੱਤੇ। ਜਦੋਂ ਢਿੱਡ ਜਿਹੜਾ ਹੈ ਉਹਦੇ ਉੱਤੇ 3 ਲਾਈਨਾਂ ਪੈਂਦੀਆਂ ਹਨ। ਸੋ ਅੱਜ ਕੱਲ੍ਹ ਤਾਂ ਮਹਾਰਾਜ ਦੀ ਬੜੀ ਕਿਰਪਾ ਹੈ, ਕੋਈ ਲਾਈਨ ਨਹੀਂ ਪੈਂਦੀ, ਬਿਲਕੁਲ ਗੋਲ-ਮੋਲ ਹੋਏ ਪਏ ਨੇ ਢਿੱਡ ਸਾਰੇ। ਸੋ ਇਸ ਕਰਕੇ ਜਿਹੜਾ ਹੈ ਕਹਿੰਦੇ ਸੰਜੋਗਤ ਬੜਾ ਸੁੰਦਰ ਹੈ। ਉਨਤ ਕੰਧ
ਬ੍ਰਿਖਬ ਸਮਛਾਜਤ ਹਾਂ, ਕਹਿੰਦੇ ਉન્નਤ ਉੱਚੇ ਮੋਢੇ ਹਨ, ਬੈਲਾਂ ਵਰਗੇ ਜਿਹੜੇ ਹਨ ਫੱਬਦੇ ਹਨ, ਜਿਵੇਂ ਬੈਲਾਂ ਦੇ ਹੁੰਦੇ ਹਨ ਉੱਤੇ, ਕਹਿੰਦੇ ਉਹਨਾਂ ਦੇ ਮੋਢੇ ਵੀ ਬੜੇ ਸੋਹਣੇ ਹਨ, ਉੱਚੇ। ਰੁਚਰ ਚਬਕ ਮੁਸਕਿਆਨ ਕਪੋਲੰਗ ਕਹਿਣਗੇ ਸੋਹਣੀ ਠੋਡੀ ਹੈ ਉਹਨਾਂ ਦੀ ਜਿਹੜੀ ਹੈ, ਤੇ ਮੁਸਕਾਵਨ, ਕਹਿੰਦੇ ਕਿ ਉਹ ਮੁਸਕਰਾਉਂਦੇ ਹਨ ਹੱਸਦਿਆਂ ਹੋਇਆਂ, ਕਹਿੰਦੇ ਕਪੋਲੰਗ, ਉਹਨਾਂ ਦੇ ਗੱਲ ਜਿਹੜੇ ਹਨ ਉਹਨਾਂ ਦੇ ਵਿੱਚ ਵੀ ਛੇਕ ਪੈਂਦੇ ਹਨ, ਜਿਨ ਪਰ ਸੋਹਤ ਕੁੰਡਲ ਲੋਲੰਗ ਤੇ ਉਹਨਾਂ ਦੇ ਜਿਹੜੇ ਹਨ ਸੁੰਦਰ ਜਿਹੜੇ ਵਾਲੇ ਸੁੰਦਰ ਉਹਨਾਂ ਦੇ ਉੱਤੇ ਸ਼ੋਭਦੇ ਹਨ, ਜਾਂ ਇਹੋ ਵੀ ਕਹਿ ਲਏ ਵੀ ਜਿਹੜੇ ਵਾਲੇ ਹਨ ਬੜੇ ਸੁੰਦਰ ਉਹਨਾਂ ਦੇ ਜਿਹੜੇ ਹਨ ਥੱਲੇ ਬੁੱਲਾਂ ਨੂੰ ਲੱਗਦੇ ਹਨ ਜਾਂ ਗੱਲਾਂ ਨੂੰ ਲੱਗਦੇ ਹਨ। ਵਿਦਰਮ ਅਦਰ ਦਸਨ ਜਨ ਹੀਰੰ ਹਾਂ, ਦੇਖੋ ਬਿਦਰਮ ਉਹਨਾਂ ਦੀਆਂ ਜਿਹੜੀਆਂ ਗੁੱਲੀਆਂ ਵੱਤ, ਜਿਵੇਂ ਗੁੱਲੀਆਂ ਹੁੰਦੀਆਂ ਹਨ, ਉਹਨਾਂ ਦੇ ਬੁੱਲ ਹਨ ਜੋ ਲਾਲ ਲਾਲ ਰੰਗ ਦੇ, ਤੇ ਜਿਨ੍ਹਾਂ ਵਿੱਚੋਂ ਹੀਰਿਆਂ ਵਰਗੇ ਦੰਦ ਦਿਸਦੇ ਹਨ। ਪ੍ਰੇਕੁੱਟੇ ਧਨੁਖ ਨਾਸਕਾ ਕੀਰੰ ਕਹਿਣ ਲੱਗੇ ਆਈਬ੍ਰੋਸ ਜਿਹੜੇ ਹਨ, ਪਰਵੱਟੇ ਜਿਹੜੇ ਹਨ, ਉਹ ਜਿਹੜੇ ਹਨ ਇਸ ਤਰ੍ਹਾਂ ਦੇ ਹਨ ਜਿਵੇਂ ਧਨੁਖ ਹੁੰਦੇ ਹਨ। ਨੱਕ ਜਿਹੜਾ ਹੈ ਜਿਵੇਂ ਇੱਕ ਪੈਰਟ ਦਾ ਨੱਕ ਹੁੰਦਾ ਹੈ, ਜਿਵੇਂ ਇੱਕ ਤੋਤੇ ਦਾ ਨੱਕ ਉਸ ਵਰਗਾ ਹੈ। ਤਲ ਲਲਿਤ ਅਲਿਕ ਇਹ ਛੋਨੰ ਕਹਿਣ ਲੱਗੇ ਉਹਨਾਂ ਦੇ ਕੇਸ ਜਿਹੜੇ ਬੜੇ ਸੁੰਦਰ ਹਨ, ਜਿਹੜੇ ਕਿ ਉਹਨਾਂ ਦੀਆਂ ਜਿਹੜੀਆਂ ਹਨ ਕੇਸ ਥੱਲੇ ਡਿੱਗਦੇ ਹਨ, ਉਹ ਵੀ ਬੜੇ ਸੁੰਦਰ ਹਨ ਜੋ ਗੱਲਾਂ ਨੂੰ ਲੱਗਦੇ ਹਨ। ਲੋਚਨ ਉਤਪਲ ਦਲ ਛਬ ਭੌਨੰ ਕਹਿਣਗੇ ਉਹਨਾਂ ਦੇ ਨੇਤਰ ਜਿਹੜੇ ਕਵਲ ਫੁੱਲ ਵਰਗੀਆਂ ਪੰਕਤੀਆਂ ਵਰਗੇ ਉਹਨਾਂ ਦੇ ਨੇਤਰ ਹਨ ਜੋ ਬੜੇ ਸ਼ੋਭਾ ਪਾਉਂਦੇ ਹਨ, ਸੋਹਣੇ ਲੱਗਦੇ ਹਨ। ਚਿਤਵਨ ਚਾਰ ਮਹਾ ਸੁਖਕਾਰੀ ਕਹਿਣਗੇ ਚਿਤਵਨ ਚਾਰ, ਕਹਿਣਗੇ ਉਹਨਾਂ ਦੀ ਨਿਗਾਹ ਚਾਰੇ ਪਾਸੇ ਹੈ, ਐਸਾ ਉਹਨਾਂ ਦਾ ਸਰੂਪ ਹੈ ਜੋ ਸੁਖ ਦੇਣ ਵਾਲਾ। ਸਿਰ ਕਰੀਟ ਜਿਹੇ ਉਪਮਾ ਭਾਰੀ ਤੇ ਸਿਰ ਦੇ ਉੱਤੇ ਬੜਾ ਏਡਾ ਮੁਕਟ ਹੈ, ਇੱਕ ਕਰਾਊਨ ਹੈ ਜਿਹੜਾ ਹੈ ਉਹਨਾਂ ਦੇ ਸਿਰ ਤੇ ਸ਼ੋਭਦਾ ਹੈ। ਲਏ ਛਤਰ ਆਏ ਭ੍ਰਿਤ ਪਾਛੇ ਤੇ ਜੋ ਵਿਸ਼ਨੂੰ ਹੈ ਉਹ ਪਹਿਲਾਂ ਨੰਗੇ ਚਰਨੀ ਜਿਹੜਾ ਹੈ, ਨੰਗੇ ਪੈਰੀਂ ਤੁਰ ਕੇ ਆ ਗਿਆ ਦਰਵਾਜ਼ੇ ਤੇ ਛੱਤੀ ਦੇ ਨਾਲ, ਤੇ ਪਿੱਛੇ ਉਹਦੇ ਸੇਵਕ ਜਿਹੜੇ ਸਨ ਉਹਦਾ ਜਿਹੜਾ ਛਤਰ ਹੈ ਕੈਨੋਪੀ ਲੈ ਕੇ ਪਿੱਛੇ ਪਿੱਛੇ ਭੱਜੇ ਆਉਂਦੇ ਹਨ। ਸਸ ਸਮ ਮੁਕਤਾ ਝਾਲਰ ਆਛੇ ਕਹਿਣਗੇ ਇਸ ਕਰਕੇ ਜਿਹੜਾ ਹੈ ਸ਼ਿਸ਼ ਸਮ ਜਿਹੜਾ ਕਿ ਉਹ ਕੈਨੋਪੀ ਹੈ ਉਹਦੀ ਵੀ ਸੁੰਦਰਤਾ ਬਹੁਤ ਹੈ। ਕਹਿੰਦੇ ਚੰਦਰਮਾ ਵਰਗਾ ਸੁਪੇਦ ਚਿੱਟੇ ਰੰਗ ਦੀ ਉਹ ਕੈਨੋਪੀ ਹੈ, ਮੋਤੀਆਂ ਦੀ ਉਹਨੂੰ ਝਾਲਰ ਲੱਗੀ ਹੋਈ ਹੈ। ਚਮਰ ਚਾਰ ਢੋਰਤ ਚਹੁ ਓਰੇ ਕਹਿਣਗੇ ਚੌਰ ਉਹਦੇ ਚਾਰੇ ਪਾਸੋਂ ਉਹਨੂੰ ਚੌਰ ਹੋ ਰਿਹਾ ਹੈ ਵਿਸ਼ਨੂੰ ਨੂੰ। ਵਿਸ਼ਨ ਸੁਭਗ ਆਨਿਓ ਤਹਿ ਦੌਰੇ ਕਹਿਣਗੇ ਸ੍ਰੇਸ਼ਟ ਜਿਹੜੀਆਂ ਹਨ ਪੱਖਾਂ, ਜਾਂ ਜਿੱਥੇ ਜਿਹੜਾ ਹਨ ਕਹਿੰਦੇ ਉਹ ਪੱਖਾਂ ਜਿਹੜੀਆਂ ਹਨ ਉਹ ਵੀ ਜਿਹੜੀਆਂ ਹਨ ਨਾਲ ਆਈਆਂ, ਜਿਵੇਂ ਪੱਖੇ ਹੁੰਦੇ ਹਨ ਵੀ ਗਰਮੀ ਲੱਗੇਗੀ, ਉਹ ਪੱਖੇ ਜਿਹੜੇ ਹੁੰਦੇ ਸਨ ਉਹ ਵੀ ਨਾਲ ਆਏ ਜੀ, ਪੱਖੇ ਚੱਲਣ ਵਾਲੇ। ਦੇਖੀਆਂ ਨੇ ਦੇਖ ਦਰਸ ਅਤਰੂਰਾ ਕਹਿਣ ਲੱਗੇ ਉਹ ਰਿਸ਼ੀਆਂ ਨੂੰ ਦੇਖ ਕਰਕੇ ਉਹਨਾਂ ਦਾ ਸੁੰਦਰ ਸਰੂਪ ਦੇਖਿਆ। ਕੋਟਕ ਚੰਦਨਾ ਮੁਖ ਛਬ ਪੂਰਾ ਕਹਿਣਗੇ ਕਰੋੜਾਂ ਚੰਦਰਮਾ ਵੀ ਜਿਹੜੇ ਹਨ ਜਿਨ੍ਹਾਂ ਦੀ ਸ਼ੋਭਾ ਨਹੀਂ ਪਾ ਸਕਦੇ। ਅਨੇਕ ਭਾਂਤ ਕੀ ਉਸਤਤ ਕਰਕੇ ਕਹਿਣਗੇ ਬੜੇ ਤਰ੍ਹਾਂ ਦੀ ਉਹਦੀ ਉਸਤਤ ਕੀਤੀ। ਬੰਦਨ ਕੀਨ ਦੰਡਵਤ ਪਰਕੈ ਫਿਰ ਤੇਰਾ ਹਨ ਚਰਨਾਂ ਤੇ ਪੈ ਕੇ ਰਿਸ਼ੀਆਂ ਨੇ ਜਿਹੜਾ ਹੈ ਇਹ ਜਿਹੜੇ ਸੰਕਾਦਕ ਹਨ ਇਹਨਾਂ ਨੇ ਡੰਡੇ ਵੱਤ ਲੰਮੇ ਪੈ ਕੇ ਉਹਨੂੰ ਨਮਸਕਾਰ ਕੀਤੀ। ਮਨ ਪਛਤਾਏ ਬੰਦ ਦੁਐ ਹਾਥਾ ਤੇ ਇਹ ਰਿਸ਼ੀ ਜਿਹੜੇ ਹਨ ਹੁਣ ਥੋੜੇ ਜਿਹੇ ਪਛਤਾਏ, ਹੱਥ ਜੋੜ ਕੇ ਕਹਿੰਦੇ ਕਹਿਣ ਲਗੇ हे ਪ੍ਰਭ ਜਗਨਾਥਾ हे ਪ੍ਰਭੂ ਜਗਤ ਦੇ ਨਾਥ ਜਗਤ ਦੇ ਸੁਆਮੀ, ਬਿਨ ਅਪਰਾਧ ਸਰਾਪ ਹਮ ਦੀਨਾ ਇਹ ਵਿਚਾਰੇ ਦੋਵਾਂ ਨੂੰ ਬਿਨਾਂ ਅਪਰਾਧ ਤੋਂ, ਬਿਨਾਂ ਕੋਈ ਵੱਡੇ ਕਸੂਰ ਤੋਂ, ਬਿਨਾਂ ਕੋਈ ਵੱਡੇ ਪਾਪ ਤੋਂ ਅਸੀਂ ਸਰਾਪ ਦੇਤਾ, ਇਹ ਸਾਤੋਂ ਗਲਤੀ ਹੋ ਗਈ। ਸੰਕਾਦਕ ਕਹਿੰਦੇ ਕਰੋ ਛਿਮਾਪਨ ਆਪ ਪਰਵੀਨਾ ਕਹਿਣਗੇ ਕਰੋ ਛਿਮਾਪਨ ਆਪ ਜੀ ਇਹਨਾਂ ਨੂੰ ਮੁਆਫ ਕਰ ਦਿਓ, ਸਾਨੂੰ ਵੀ ਮੁਆਫ ਕਰ ਦਿਓ ਹੁਣ। ਸੁਨ ਕਰ ਬਿਸਨ ਸਕਲ ਗੁਣ ਖਾਨੀ ਇਹ ਵਿਸ਼ਨ ਜਿਹੜਾ ਸਾਰੇ ਗੁਣਾਂ ਦੀ ਖਾਨ ਹੈ ਬੋਲਿਆ। ਮੁਸਕਤ ਮਧੁਰ ਕਹਿਤ ਮ੍ਰਿਤ ਬਾਣੀ ਤੇ ਥੋੜਾ ਥੋੜਾ ਮੁਸਕਰਾਉਂਦਾ ਹੋਇਆ ਕਹਿੰਦੇ ਬੜੀ ਮਿੱਠੀ ਬਾਣੀ ਵਿੱਚ ਬੋਲਿਆ ਵਿਸ਼ਨੂੰ। ਤੁਮਰੋ ਦੋਖ ਨਾ ਜਾਂ ਮੈਂ ਕੋਈ ਕਹਿਣ ਲੱਗੇ ਤੁਹਾਡੇ ਵਿੱਚ ਕੋਈ ਦੋਖ ਨਹੀਂ, ਇਹ ਤੁਹਾਡੇ ਕਰਕੇ ਨਹੀਂ ਹੋਇਆ, ਇਹ ਤੁਹਾਡੇ ਵਿੱਚ ਕੋਈ ਗਲਤੀ ਨਹੀਂ, ਇਸ ਗੱਲ ਦੀ ਤੁਹਾਡੀ ਕੋਈ ਗਲਤੀ ਨਹੀਂ ਹੈਗੀ। ਇਹ ਸਭ ਸੰਮਤ ਮੇਰੋ ਹੋਈ ਕਹਿਣ ਲੱਗੇ ਇਹ ਸਭ ਕੁਝ ਮੇਰੀ ਮਰਜ਼ੀ ਨਾਲ ਹੀ ਹੋ ਰਿਹਾ ਹੈ, ਮੈਂ ਹੀ ਇਹ ਸਭ ਕੁਝ ਕਰਾ ਰਿਹਾ ਹਾਂ, ਕਿਉਂਕਿ ਇਸ ਪ੍ਰਥਾਏ ਮੈਂ ਆਪਣੇ ਭਗਤਾਂ ਨੂੰ ਪ੍ਰਗਟ ਕਰਨਾ ਹੈ। ਮੈਂ ਉਹ ਪਾਪੀਆਂ ਦੇ ਜਿਹੜੇ ਹਨ ਜੋ ਪਾਪ ਕਰਮ ਕਰਨ ਵਾਲੇ ਨੇ ਉਹਨਾਂ ਵਾਸਤੇ ਵੀ ਇੱਕ ਖੇਤਰ ਬਣਾਉਣਾ ਹੈ, ਜਿਹੜੇ ਕਿ ਪਾਪ ਕਰਦਿਆਂ ਉਹਨਾਂ ਦਾ ਨਾਸ਼ ਵੀ ਕਰਨਾ ਹੈ, ਤੇ ਜੋ ਪਰਮੇਸ਼ਰ ਦਾ ਲੜ ਫੜ ਕੇ ਰੱਖਣਗੇ ਉਹਨਾਂ ਦੀ ਮੈਂ ਮੁਕਤੀ ਕਰਨੀ ਹੈ। ਇਹ ਸਾਰਾ ਹੀ ਖੇਡ ਮੇਰਾ ਬਣਾਇਆ ਹੋਇਆ ਹੈ। ਕਹਿੰਦੇ ਤੁਹਾਡਾ ਕੋਈ ਕਸੂਰ ਨਹੀਂ ਇਹਦੇ ਵਿੱਚ। ਅਸ ਕਹੇ ਸੁੰਦਰ ਮੰਦਰ ਮਾਹੀ ਕਹਿਣ ਲੱਗੇ ਅਸ ਕਹਿ, ਇਹ ਜਿਹੜਾ ਸੁੰਦਰ ਬਚਨ ਕਰਕੇ ਵਿਸ਼ਨੂੰ ਜਿਹੜਾ ਹੈ ਮੰਦਰ ਦੇ ਅੰਦਰ
ਚਲਿਆ ਗਿਆ, ਨਾਲ ਸੰਕਾਦਕਾਂ ਨੂੰ ਲੈ ਕੇ ਗਿਆ ਲੈ ਬੈਸਾਰੇ ਪਿਖ ਸੁਖ ਪਾਹੀ। ਤੇ ਉਹਨਾਂ ਨੂੰ ਚੰਗੇ ਸਤਿਕਾਰ ਨਾਲ ਬਿਠਾ ਲਿਆ ਉੱਥੇ ਦਰਬਾਰ ਵਿੱਚ। ਇਹ ਪ੍ਰਸੰਗ ਸਭ ਅਮਰਨ ਸੰਗਾ। ਦੇਖੋ ਇਹ ਤਾਂ ਸਾਰਾ ਜਿਹੜਾ ਹੈ ਪ੍ਰਸੰਗ ਹੋਇਆ ਦੇਵਤਿਆਂ ਨਾਲ। ਵਿਦ ਹੋ ਸੁਨਾਇਓ ਸਹਿਤ ਉਮੰਗਾ। ਇਹ ਸਾਰਾ ਜਿਹੜਾ ਹੈ ਵਿਦ ਹੈ, ਇਹ ਸਾਰਾ ਹੀ ਜਿਹੜਾ ਬ੍ਰਹਮਾ ਨੇ ਉਹ ਦੇਵਤਿਆਂ ਨੂੰ ਸੁਣਾਉਣਾ ਕੀਤਾ ਵੀ ਐਸਾ ਹੋਇਆ ਜੀ, ਐਸਾ ਕਾਰਨ ਬਣਿਆ। ਦਿੱਤੀ ਗਰਭ ਮਹਿ ਲਖੀਏ ਸੋ। ਕਹਿਣਗੇ ਉਹ ਦਿੱਤੀ ਦੇ ਵਿੱਚ ਉਹ ਜੈ ਤੇ ਵਿਜੈ ਜਿਹੜੇ ਦੋ ਜਿਹੜੇ ਹਨ ਗੜ ਸਨ, ਜਿਨ੍ਹਾਂ ਨੂੰ ਸ਼ਰਾਪ ਦਿੱਤਾ ਸੰਕਾਦਕਾਂ ਨੇ, ਉਹੀ ਹਨ ਦੋਵੇਂ। ਮੋਤੇ ਹੋਤ ਉਪਾਏ ਨਾ ਕੋ। ਮੂੰਹ ਤੇ ਕਹਿਣਗੇ ਹੁਣ ਇਹਨੂੰ ਰੋਕਣ ਵਾਸਤੇ ਮੇਰੇ ਤੋਂ ਕੁਝ ਨਹੀਂ ਹੋ ਸਕਦਾ, ਕਿਉਂਕਿ ਵਿਧਾਤਾ ਪਰਮੇਸ਼ਰ ਦਾ ਐਸਾ ਹੀ ਭਾਣਾ ਹੈ। ਤੁਮ ਨਾ ਡਰੋ ਸ੍ਰੀਪਤ ਭਗਵਾਨਾ। ਕਹਿਣਗੇ ਤੁਮ ਨਾ ਡਰੋ, ਕਹਿਣਗੇ ਇਸ ਕਰਕੇ ਜਿਹੜਾ ਹੈ ਸੰਕਾ ਜਿਹੜਾ ਹਨ ਤੁਸੀਂ ਨਾ ਡਰਿਓ, ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ। ਸ੍ਰੀਪਤ ਭਗਵਾਨਾ, ਸ੍ਰੀਪਤ ਜੋ ਸ੍ਰੀ ਮਾਇਆ ਦਾ ਪਤੀ ਪਰਮਾਤਮਾ ਉਹ ਆਪ ਹੀ ਕਰਦਾ ਹੈ। ਹੁਣ ਦੇਖੋ ਇੱਥੇ ਵੀ ਇੱਕ ਗੱਲ ਹੈ, ਜਦੋਂ ਵਿਸ਼ਨੂੰ ਨੇ ਕਿਹਾ ਨਾ ਆ ਕੇ ਕਹਿ ਵੀ ਜੋ ਕਰਦਾ ਮੈਂ ਕਰਦਾ ਹਾਂ, ਉਹਦਾ ਮੈਂ ਸਰੂਪ ਪਰਮਾਤਮਾ ਹੈ। ਜੇ ਉਹਦਾ ਮੈਂ ਸਰੂਪ ਨਿਰਗੁਣ ਸਰੂਪ 'ਚ ਦੇਖਿਆ ਜਾਵੇ ਤਾਂ ਆਤਮਾ ਰੂਪ ਪਰਮਾਤਮਾ ਆਪ ਹੀ ਪਰਮਾਤਮਾ ਹੈ। ਇਸ ਕਰਕੇ ਵਿਸ਼ਨੂੰ ਨੇ ਕਿਹਾ ਕਿ ਮੇਰੇ ਹੱਥ ਵਿੱਚ ਵੀ ਕੁਝ ਨਹੀਂ, ਕਿਉਂਕਿ ਇਹ ਨਿਰਗੁਣ ਪਰਮਾਤਮਾ ਦਾ ਆਪਣਾ ਕੀਤਾ ਕਰਾਇਆ ਹੈ, ਉਹੀ ਕਰਾਉਂਦਾ ਹੈ। ਇਸ ਕਰਕੇ ਕਹਿੰਦਾ ਮੇਰੇ ਹੱਥ ਵਿੱਚ ਵੀ ਕੁਝ ਨਹੀਂ ਹੈਗਾ, ਮੈਂ ਕੀ ਕਰ ਸਕਦਾ ਹਾਂ। ਸੋ ਇਸ ਕਰਕੇ ਜੇ ਉਹ ਦੇਵਤੇ ਦੇ ਉਹਦੇ ਵੱਲ ਦੇਖਿਆ ਜਾਵੇ, ਪਰ ਜਦੋਂ ਜਿਵੇਂ ਹੁਣ ਸੰਕਾਦਕ ਸਨ ਜਾਂ ਸ਼ਿਵਾ ਜਿਹੜਾ ਹੈ ਇਹ ਧਿਆਨ ਧਰਦਾ ਹੈ ਵਿਸ਼ਨੂੰ ਦਾ, ਵਿਸ਼ਨੂੰ ਇਹਦਾ ਧਿਆਨ ਧਰਦਾ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ, ਹੁਣ ਵਿਸ਼ਨੂੰ ਜਿਹੜਾ ਹੈ ਉਹਦਾ ਇਸ਼ਟ ਪਰਮਾਤਮਾ ਹੈ, ਉਹ ਪਰਮਾਤਮਾ ਨੂੰ ਆਪਣਾ ਭਗਵਾਨ ਮੰਨਣ ਵਾਲਾ ਹੈ। ਉਹ ਕਹਿੰਦਾ ਵੀ ਮੇਰਾ ਵੀ ਮਾਲਕ ਉਹ ਹੈ। ਹੁਣ ਜਦੋਂ ਕੋਈ ਪੂਜਾ ਕਰਦਾ ਵਿਸ਼ਨੂੰ ਨੂੰ, ਵਿਸ਼ਨੂੰ ਦਾ ਸਰੂਪ ਜਾਣ ਕੇ ਜਾਂ ਵਿਸ਼ਨੂੰ ਦੀ ਦੇਵਤੇ ਦੀ ਪੂਜਾ ਕਰਦਾ ਹੈ, ਉਹ ਆਟੋਮੈਟਿਕਲੀ ਪਰਮਾਤਮਾ ਦੀ ਪੂਜਾ ਹੋ ਰਹੀ, ਕਿਉਂਕਿ ਵਿਸ਼ਨੂੰ ਦਾ ਮਾਸਟਰ ਵੀ ਤਾਂ ਪਰਮਾਤਮਾ ਹੀ ਆ ਨਾ। ਸੋ ਇਸ ਕਰਕੇ ਜਿਹੜਾ ਹੈ ਇਹਦੇ ਵਿੱਚ ਭੇਦ ਨਹੀਂ ਸਮਝਣਾ ਚਾਹੀਦਾ। ਕਈ ਵਾਰੀ ਇਹਦੇ ਵਿੱਚ ਆਪਾਂ ਥੋੜੇ ਜਿਹੇ ਜਿਹੜੇ ਹਨ ਖਿਸਕ ਜਾਂਦੇ ਹਾਂ। ਜਦੋਂ ਆਪਾਂ ਭਗਤਾਂ ਦੀਆਂ ਕਹਾਣੀਆਂ ਪੜ੍ਹਦੇ ਹਾਂ ਉੱਥੇ ਵਿਸ਼ਨੂੰ ਆਉਂਦਾ, ਵਿਸ਼ਨੂੰ ਦਾ ਅਵਤਾਰ। ਹੁਣ ਜਿਵੇਂ ਪ੍ਰਹਲਾਦ ਨੂੰ ਬਚਾਉਣ ਵਾਸਤੇ ਨਰਸਿੰਘ ਰੂਪ ਹੋ ਕੇ ਵਿਸ਼ਨੂੰ ਆਇਆ, ਵਿਸ਼ਨੂੰ ਦਾ ਅਵਤਾਰ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 24 ਅਵਤਾਰਾਂ ਦੀ ਕਥਾ ਵਿੱਚ ਲਿਖਿਆ। ਪਰ ਕਹਿੰਦੇ ਹੁਣ ਪ੍ਰਹਲਾਦ ਦੀ ਮੁਕਤੀ ਦਾ ਕੋਈ ਸੰਦੇਹ ਹੈ, ਕੋਈ ਸ਼ੱਕ ਹੈ ਵੀ ਉਹਦੀ ਮੁਕਤੀ ਨਹੀਂ ਹੋਈ, ਕਿਉਂਕਿ ਉੱਥੇ ਵਿਸ਼ਨੂੰ ਆਇਆ ਸੀ, ਪਰਮਾਤਮਾ ਨਹੀਂ ਆਇਆ। ਐਸੀ ਗੱਲ ਤਾਂ ਹੋਈ ਨਹੀਂ। ਹੁਣ ਜਿਵੇਂ ਜਿਹੜਾ ਹੈ ਜਿਸ ਤਰ੍ਹਾਂ ਕਿ ਜਿਹੜਾ ਹੈ ਧੰਨਾ ਭਗਤ ਹੋਇਆ, ਹੋਰ ਭਗਤ ਹੋਏ ਜਿਨ੍ਹਾਂ ਨੇ ਕ੍ਰਿਸ਼ਨ ਭਗਵਾਨ ਨੂੰ, ਜਿਵੇਂ ਜੈਦੇਵ ਜੀ ਹੋਏ, ਉਹਨੇ ਕ੍ਰਿਸ਼ਨ ਭਗਵਾਨ ਦਾ ਜਿਹੜਾ ਹੈ ਭਗਤ ਸੀਗਾ। ਮੀਰਾ ਬਾਈ ਹੋਈ। ਸੋ ਕਿੰਨੇ ਹੀ ਭਗਤ ਹੋਏ ਦੁਨੀਆ ਵਿੱਚ। 15 ਭਗਤਾਂ ਤਾਂ ਆਪਾਂ ਜਾਣਦੇ ਹਾਂ ਸ੍ਰੀ ਗੁਰੂ ਗ੍ਰੰਥ, ਪਰ ਹੋਰ ਵੀ ਕਿੰਨੇ ਭਗਤ ਹੋਏ ਹਨ, ਪਰ ਉਹਨਾਂ ਦੀ ਮੁਕਤੀ ਵਿੱਚ ਕੋਈ ਸੰਦੇਹ ਨਹੀਂ ਹੈ। ਹੁਣ ਜਿਵੇਂ ਅਜਾਮਲ ਹੈ, ਹੁਣ ਅਜਾਮਲ ਦੀ ਮੁਕਤੀ ਕਰਨ ਵਾਲਾ ਕੌਣ ਸੀ? ਸੋ ਇਸੇ ਕਰ ਜਿਹੜੀ ਹੈ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਇਹੀ ਆਪਾਂ ਕਨਕਲੂਸ਼ਨ ਕਰ ਸਕਦੇ ਹਾਂ, ਕਿਉਂਕਿ ਉਹਨਾਂ ਦਾ ਭਗਵਾਨ ਪਰਮਾਤਮਾ ਹੈ। ਤੇ ਦੂਸਰੀ ਗੱਲ ਇਹ ਵੀ ਹੈ, ਪਰਮਾਤਮਾ ਦੀ ਛਾਇਆ ਮਾਇਆ ਹੈ। ਸੋ ਪਰਮਾਤਮਾ ਦਾ ਰੂਪ ਹੀ ਮਾਇਆ ਹੈ। ਮਾਇਆ ਤੋਂ ਰਜੋ ਤਮੋ ਸਤੋ ਗੁਣ ਆਏ। ਸੋ ਉਹੀ ਤਿੰਨ ਗੁਣਾ ਦੇ ਦੇਵਤੇ ਨੇ, ਜਿਹੜਾ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਹੋਏ। ਸੋ ਇਸ ਕਰਕੇ ਜਿਹੜਾ ਕੋਈ ਫਰਕ ਨਹੀਂ, ਅਲਟੀਮੇਟਲੀ ਸਭ ਕੁਝ ਉਹ ਪਰਮਾਤਮਾ ਕੋਲ ਹੀ ਜਾਂਦਾ ਹੈ। ਪਰ ਇੱਕ ਗੱਲ ਹੈ, ਬੰਦੇ ਦੀ ਭਾਵਨਾ ਸੱਚੀ ਚਾਹੀਦੀ ਹੈ। ਬੰਦੇ ਦੀ ਭਾਵਨਾ, ਬੰਦੇ ਦੀ ਸ਼ਰਧਾ ਵਿੱਚ ਖੋਟ ਨਹੀਂ ਚਾਹੀਦੀ। ਜੇ ਬੰਦੇ ਦੀ ਭਾਵਨਾ ਵਿੱਚ ਖੋਟ ਹੈ ਤਾਂ ਚਾਹੇ ਉਹ ਵਾਹਿਗੁਰੂ ਦੀ ਪੂਜਾ ਕਰੇ, ਚਾਹੇ ਦੇਵਤਿਆਂ ਦੀ ਕਰੇ, ਉਹ ਝੂਠੇ ਦਾ ਝੂਠਾ ਹੀ ਰਹਿ ਜਾਂਦਾ ਹੈ, ਕਿਉਂਕਿ ਹੈ ਹੀ ਚੀਜ਼ ਝੂਠੀ। ਸੋ ਇਸ ਕਰਕੇ ਜਿਹੜੀ ਸ਼ਰਧਾ ਨੂੰ ਆਪਾਂ ਨੂੰ ਆਪਣੇ ਸ਼ਰਧਾ ਤੇ ਧਿਆਨ ਦੇਣਾ ਚਾਹੀਦਾ ਹੈ। ਇਹ ਨਹੀਂ ਦੇਖਣਾ ਚਾਹੀਦਾ ਵੀ ਇਹ ਕਿਹਦੀ ਪੂਜਾ ਕਰਦਾ, ਉਹ ਕਿਹਦੀ ਕਰਦਾ। ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਣੇ ਭਗਵਾਨ ਨੇ, ਆਪਾਂ ਨੂੰ ਪਰਮੇਸ਼ਰ ਰੂਪ ਜਾਣਦੇ ਹਾਂ। ਜੇ ਪਰਮਾਤਮਾ ਰੂਪ ਜਾਣਾਂਗੇ ਤਾਂ ਪਰਮਾਤਮਾ ਹੀ ਰੂਪ ਨੇ, ਇਹਦੇ ਵਿੱਚ ਕੋਈ ਸ਼ੱਕ, ਕੋਈ ਸੰਦੇਹ ਨਹੀਂ ਹੈ। ਹਾਂਜੀ, ਸੋ ਇਸ ਕਰਕੇ ਜਿਹੜਾ ਹੈ ਇਹ ਗੱਲਾਂ ਵਿੱਚ ਬੰਦੇ ਨੂੰ ਨਹੀਂ ਬਹੁਤਾ ਧਿਆਨ ਦੇਣਾ ਚਾਹੀਦਾ, ਆਪਣੀ ਸ਼ਰਧਾ ਵੱਲ ਧਿਆਨ ਦੇਣਾ ਚਾਹੀਦਾ ਹੈ। ਕਰ ਹੈ ਸਰਬ ਕੇਰ ਕਲਿਆਣਾ। ਕਹਿਣਗੇ ਕਰ ਹੈ ਸਰਬ, ਕਹਿਣਗੇ ਕੋਈ ਗੱਲ ਨਹੀਂ, ਜਿਹੜਾ ਹੈ ਪਰਮਾਤਮਾ ਆਪੇ ਹੀ ਸਾਰੇ ਦੀ ਕਲਿਆਣ, ਸਾਰਿਆਂ ਦੀ ਮੁਕਤੀ ਕਰੇਗਾ। ਸੁਣ ਕਰ ਸੰਕਟ ਜੀ ਸੁਰ ਸਭ ਹੀ। ਕਹਿਣਗੇ ਇਹ ਸੁਣ ਕੇ ਨਾ, ਜਿਹੜਾ ਹੈ ਇਹ ਗੱਲ ਨੂੰ ਸੁਣ ਕੇ, ਸੋ ਉਸ ਵੇਲੇ ਬ੍ਰਹਮਾ ਦੀ ਜੋ ਗੱਲ ਸੁਣੀ ਤਾਂ ਉਹ ਸਾਰੇ ਦੇਵਤਿਆਂ ਨੂੰ ਹੌਸਲਾ ਹੋਇਆ, ਉਹਨਾਂ ਦਾ ਸੰਸਾ ਚਲਿਆ ਗਿਆ, ਡਾਊਟ ਚਲਿਆ ਗਿਆ। ਨਿਜ ਨਿਜ ਲੋਕ ਗਏ ਚਲ ਤਬ ਹੀ। ਆਪਣੇ ਆਪਣੇ ਲੋਕਾਂ ਨੂੰ ਮੁੜ ਗਏ ਜੀ ਸਾਰੇ ਦੇਵਤੇ। ਦਿੱਤੀ ਬਰਖ ਸਤ ਗਰਭ ਧਰਿਓ ਜਬ। ਦੇਖੋ 100 ਸਾਲਾਂ ਵਾਸਤੇ 100 ਈਅਰਸ ਦਾ ਗਰਭ ਧਾਰ ਕੇ ਦਿੱਤੇ ਨੇ। ਜਨਮ ਕਾਲ ਉਤਪਾਤ ਭਏ ਤਬ। ਤਾਂ ਫਿਰ ਜਨਮ ਦਾ ਸਮਾਂ ਹੋਇਆ, ਜਿੱਥੇ 2 ਪੁੱਤਰਾਂ ਨੇ ਜਨਮ ਲੈਣਾ, 2 ਟਵਿੰਸਾਂ ਨੇ ਜਨਮ ਲੈਣਾ ਹੈ। 3 ਲੋਕ ਮਹਿ ਸ਼ਬਦ ਵਿਸਾਲਾ। ਤਿੰਨਾਂ ਲੋਕਾਂ 'ਚ ਬਹੁਤ ਹੀ ਜਿਹੜੇ ਹਨ 3 ਲੋਕ, ਜਿਹੜੇ ਸਵਰਗ ਲੋਕ, ਮਾਤ ਲੋਕ, ਪਤਾਲ ਲੋਕ, ਇਹਨਾਂ ਵਿੱਚ ਰੌਲਾ ਪੈ ਗਿਆ ਜੀ ਜਦੋਂ ਜਨਮ ਦਾ ਸਮਾਂ ਆਇਆ ਦੋਵਾਂ ਦਾ, ਜੈ ਵਿਜੈ ਦਾ। ਅਤ ਸਹਿ ਜਹਤ ਹੈ ਆਵ ਭੁਚਾਲਾ। ਕਹਿੰਦੇ ਕਿ ਸਾਰੇ ਪਾਸੇ ਭੁਚਾਲ ਆਉਣ ਲੱਗ ਪਏ।
ਸਾਰੇ ਪਾਸਿਆਂ ਤੇ ਭੁਚਾਲ ਜਿਹੜੇ ਹਨ ਤੂਫਾਨ ਆਉਣ ਲੱਗ ਪਏ। ਦਿਸਾ ਤਪਤ ਜਮ ਦਵ ਵੱਡ ਲਾਗਾ। ਕਹਿਣ ਲੱਗੇ ਸਾਰਿਆਂ ਪਾਸਾਂ ਜਿਹੜਾ ਦਾਵਾ ਅਗਨੀ ਜਿਹੜੀ ਹੈ ਉਹ ਜਿਹੜਾ ਹਨ ਜੰਗਲਾਂ ਨੂੰ ਅੱਗ ਲੱਗਣ ਲੱਗੀ ਜੀ। ਸੋ ਸਾਰੇ ਪਾਸੇ ਜਿਹੜੇ ਹਨ ਬਹੁਤ ਹੀ ਜਿਹੜਾ ਹੈ ਗਰਮ ਮੌਸਮ ਹੋ ਗਿਆ। ਉਲਕਾ ਪਾਤ ਅਗਨ ਜਿਮ ਜਾਗਾ। ਹਾਂ, ਇਉਂ ਕਰਕੇ ਜਿਵੇਂ ਕਹਿੰਦੇ ਤਾਰੇ ਜਿਹੜੇ ਹਨ ਟੁੱਟ ਕੇ ਜਿਹੜੇ ਹਨ ਅਗਨ ਜਿਹੜਾ ਹਨ ਟੁੱਟ ਕੇ ਡਿੱਗਦੇ ਹਨ। ਕਈ ਮੈਤਿਓ ਹੁੰਦੇ ਹਨ ਜਾਂ ਕਈ ਐਸੇ ਜਿਹੜੇ ਅੱਗ ਵਾਲੇ ਤਾਰੇ ਹਨ ਉਹ ਡਿੱਗ ਕੇ ਧਰਤੀ ਤੇ ਡਿੱਗਣ ਲੱਗ ਪਏ। ਉਹਦਾ ਕੇਤ ਪਾ ਅਧਿਕ ਅੰਧੇਰਾ। ਸੋ ਕਹਿੰਦੇ ਜਿਹੜਾ ਹਨ ਬੋਧੀ ਵਾਲੇ ਤਾਰੇ ਉਹ ਵੀ ਡਿੱਗਣ ਲੱਗ ਗਏ। ਆਕਾਸ਼ ਖਾਲੀ ਹੋਣ ਲੱਗ ਗਿਆ, ਤਾਰੇ ਨਾ ਦਿਸਣ ਉੱਤੇ, ਹਨੇਰਾ ਹੋ ਗਿਆ ਜੀ ਰਾਤ ਨੂੰ। ਰਵ ਸਸ ਪਰ ਵੇਖ ਕਨੇਰਾ। ਦੇਖੋ ਜਿਹੜਾ ਸੂਰਜ ਹੈ ਤੇ ਚੰਦਰਮਾ ਹੈ ਉਹਦੇ ਸਰਕੂਲੇਟਿੰਗ ਦੇ ਵਿੱਚ ਉਹਦਾ ਬ੍ਰਾਈਟਨੈਸ ਵੱਧਦਾ ਜਾਂਦਾ ਸੀਗਾ। ਮਤਲਬ ਕਿ ਉਹਦਾ ਜਿਹੜਾ ਰਿਫਲੈਕਸ਼ਨ ਹੈ ਉਹ ਆਕਾਸ਼ ਤੇ ਹੀ ਪੈ ਰਿਹਾ ਸੀਗਾ ਤੇ ਉਹਦਾ ਸਰਕੂਲੇਸ਼ਨ ਜਿਹੜਾ ਵੱਡਾ ਹੁੰਦਾ ਜਾਂਦਾ ਸੀ ਆਕਾਸ਼ ਦੇ ਉੱਤੇ। ਬਿਨ ਘਨ ਗਰਜਤ ਹੈ ਵੱਡ ਜੋਰਾ। ਦੇਖੋ ਗਰਜ ਹੋ ਰਹੀ ਹੈ ਪਰ ਬੱਦਲਾਂ ਤੋਂ ਬਗੈਰ, ਬੱਦਲ ਹੈ ਨਹੀਂ ਪਰ ਗਰਜ ਜਿਹੜੀ ਹੈ ਉਹ ਸੁਣ ਰਹੀ ਹੈ ਬੱਦਲਾਂ ਦੀ। ਸਿਵਾ ਸਵਾਨ ਖਰ ਬੋਲਤ ਘੋਰਾ। ਤੇ ਕਹਿੰਦੇ ਜਿਹੜੇ ਗਿੱਦੜ ਹਨ, ਕੁੱਤੇ ਹਨ, ਗਧੇ ਹਨ ਉਹ ਹੋਰੇ ਤਰ੍ਹਾਂ ਦੀਆਂ ਆਵਾਜ਼ਾਂ ਕੱਢਣ ਲੱਗੇ ਡਰਾਉਣੀਆਂ ਜੀਆਂ। ਵਹੀ ਪ੍ਰਚੰਡ ਵਾਯੂ ਦੁਖਕਾਰੀ। ਕਹਿਣ ਲੱਗੇ ਬਹੁਤ ਹੀ ਜਿਹੜੀ ਹੈ ਤੇਜ਼ੀ ਹਵਾ ਜਿਹੜੀ ਹੈ ਜਿਹੜੀ ਉਹ ਚੱਲਣ ਲੱਗੀ। ਸੋ ਕਹਿੰਦੇ ਪ੍ਰਚੰਡ ਵਾਯੂ ਤੇਜ਼ ਹਵਾ ਜਿਹੜੀ ਲੋਕਾਂ ਨੂੰ ਉਡਾ ਕੇ ਲੈ ਕੇ ਜਾਈਦਾ, ਲੋਕਾਂ ਦੇ ਪਿੰਡਾਂ ਦੇ ਪਿੰਡ ਨਸ਼ਟ ਕਰਤੇ। ਜੜ ਤੇ ਉਖਰ ਜਾਹੇ ਤਰ ਭਾਰੀ। ਦੇਖੋ ਉਹ ਹਵਾ ਇੰਨੀ ਤੇਜ਼ੀ ਦੀ ਆਈ ਸੋ ਉਹ ਜਿਹੜੇ ਹਨ ਬ੍ਰਿਸ਼ਾਂ ਨੂੰ ਜਿਹੜੇ ਹਨ ਟਰੀਜ਼ ਨੂੰ ਜੜਾਂ ਤੋਂ ਕੱਢ ਕੇ ਸੁੱਟ ਦਿੰਦੀ ਸੀ। ਘੋਰ ਸ਼ਬਦ ਸੁਨ ਸਰਬ ਬਿਹੰਗਾ। ਕਹਿਣ ਲੱਗੇ ਸਾਰੇ ਜਿਹੜੇ ਹਨ ਪੰਛੀ ਜਿਹੜੇ ਹਨ ਜਾਂ ਚਿੜੀਆਂ ਹਨ ਉਹ ਵੀ ਭਿਆਨਕ ਜਿਵੇਂ ਰੋਣ ਵਾਲੀਆਂ ਆਵਾਜ਼ਾਂ ਕੱਢਦੀਆਂ ਸਨ ਚਾਰੇ ਪਾਸੇ। ਗਿਰਹਿ ਨਿਡੈ ਤੇ ਜਨ ਹੋਇਆ ਭੰਗਾ। ਕਹਿਣ ਲੱਗੇ ਆਲਣੇ ਵਿਚਾਰਿਆਂ ਦੇ ਟੁੱਟ ਗਏ, ਨਸ਼ਟ ਹੋ ਗਏ ਜੀ। ਚਿੜੀਆਂ ਦੇ ਜਿਹੜੇ ਆਲਣੇ ਤੱਕ ਨਹੀਂ ਰਹੇ। ਕਾਨਨ ਕੇ ਪਸ ਭਏ ਦੁਖਾਰੇ। ਕਾਨਣ ਤੇ ਪਸ ਭਏ ਦੁਖਾਰੇ। ਕਹਿੰਦੇ ਕਾਨਣ ਤੇ ਸੋ ਸਾਰੇ ਜੰਗਲਾਂ ਦੇ ਸੜਨ ਕਰਕੇ ਸਾਰੇ ਜੀਵ ਪਸ਼ੂ ਪੰਛੀ ਵੀ ਦੁਖੀ ਹੋ ਗਏ। ਉਹਨਾਂ ਦੇ ਰਹਿਣ ਵਾਸਤੇ ਕੋਈ ਥਾਂ ਨਾ ਰਿਹਾ। ਭੈ ਕਰ ਮੂਤਰ ਮਲਾਦਿਕ ਡਾਰੇ। ਕਹਿਣ ਲੱਗੇ ਇਉਂ ਕਰਕੇ ਜਿਹੜੇ ਹਨ ਜਿਹੜੇ ਜਾਨਵਰ ਹਨ ਕਹਿੰਦੇ ਉਹਨਾਂ ਦਾ ਜਾਂ ਭੈ ਕਰ ਕਹਿੰਦੇ ਇੰਨਾ ਡਰ ਉਹਨਾਂ ਨੂੰ ਹੋਇਆ ਕਿ ਉਹਨਾਂ ਦਾ ਮਲ ਮੂਤਰ ਵੀ ਨਿਕਲ ਗਿਆ, ਪਤਾ ਹੀ ਨਾ ਲੱਗਿਆ। ਧਰ ਪਰ ਧਾਰਾ ਤਰ ਪੁੰਦਾਰੀ। ਹਾਂ, ਧਨ ਪਰ ਧਾਰਾ ਪੰਦਰੀ। ਕਹਿਣ ਲੱਗੇ ਧਰਤੀ ਦੇ ਉੱਤੇ ਬੱਦਲਾਂ ਦੇ ਵਿੱਚੋਂ ਕਹਿੰਦੇ ਐਸੀ ਜਿਹੜੀ ਪਾਕ ਜਿਵੇਂ ਪਸਤ ਆਉਂਦੀ ਹੁੰਦੀ ਹੈ ਇਸ ਤਰ੍ਹਾਂ ਡਿੱਗਣ ਲੱਗੀ ਧਰਤੀ ਤੇ। ਵਹਿ ਸਥਨ ਗੋ ਸਰੋਣਤ ਸਾਰੀ। ਇਉਂ ਕਰਕੇ ਜਿਹੜਾ ਹਨ ਸਰਵਣ ਹੈ ਸਥਨ ਕਹਿੰਦੇ ਕਿ ਕੰਨਾਂ ਦੇ ਵਿੱਚੋਂ ਕਹਿੰਦੇ ਜਿਵੇਂ ਕਹਿੰਦੇ ਹੈ ਜਿਵੇਂ ਥਨਾਂ ਦੇ ਵਿੱਚੋਂ ਕਹਿੰਦੇ ਇਹਦੇ ਵਿੱਚੋਂ ਵੀ ਪਾਕ ਨਿਕਲਣ ਲੱਗੀ ਲੋਕਾਂ ਦੇ ਕੰਨਾਂ ਵਿੱਚੋਂ। ਤੇ ਜਿਹੜਾ ਗਾਈਆਂ ਦਾ ਜਦੋਂ ਦੁੱਧ ਚੋਈਦਾ ਕਹਿੰਦਾ ਸਾਰਾ ਲਹੂ ਦਾ ਲਹੂ ਹੀ ਆਉਣ ਲੱਗਿਆ, ਦੁੱਧ ਮੁੱਕ ਗਿਆ ਜੀ। ਸਰਬ ਅਮੰਗਲ ਪਿਖ ਭੈਕਾਰੇ। ਸਾਰੇ ਅਸ਼ੁਭ ਲੱਛਣ ਹੋਏ, ਮਤਲਬ ਕਿ ਭੈੜੇ ਜਿਹੜਾ ਹਨ ਬੈਡ ਓਮਨਸ ਹੋਣ ਲੱਗੇ ਸਾਰੇ ਪਾਸੇ। ਪ੍ਰਲੈ ਕਾਲ ਮਨ ਮਨੁਜ ਵਿਚਾਰੇ। ਲੋਕਾਂ ਨੇ ਸੋਚਿਆ ਪ੍ਰਲੈ ਕਾਲ ਹੋ ਗਈ, ਹੁਣ ਡੂਮਸਡੇ ਆ ਗਿਆ ਜੀ, ਖਤਮ ਹੋ ਜਾਣਾ, ਕਿਆਮਤ ਆ ਗਈ। ਮਹਾ ਤਰਾਸ ਪਾ ਪਰ ਜਮਝਾਰੀ। ਸਾਰੇ ਕਿਤੇ ਲੋਕਾਂ ਨੂੰ ਬੜਾ ਤਰਾਸ ਡਰ ਹੋ ਗਿਆ ਜੀ ਲੋਕਾਂ ਦੇ ਵਿੱਚ। ਜਨਮੇ ਦੈਂਤ ਦੇਹ ਜਿਨ ਭਾਰੀ। ਹੁਣ ਫੇਰ ਉਸ ਵੇਲੇ ਇਹ ਦੋ ਦੈਂਤਾਂ ਨੇ ਜਨਮ ਲਿਆ ਜਿਨ੍ਹਾਂ ਦੇ ਸਰੀਰ ਬਹੁਤ ਵੱਡੇ ਸਨ, ਭਾਰੇ ਸਰੀਰ ਵਾਲੇ। ਥੋਰਨ ਦਿਨ ਮਹਿ ਬਦਿਓ ਸਰੀਰਾ। ਥੋੜੇ ਦਿਨ ਲੱਗੇ ਇਹਨਾਂ ਨੂੰ ਵਧਣ ਵਾਸਤੇ, ਇਹ ਵੱਡੇ ਹੋਏ। ਨਭ ਲਓ ਮੁਕਟ ਭਏ ਵੱਡ ਵੀਰਾ। ਕਹਿਣ ਕਿ ਅੱਡੇ ਵੱਡੇ ਹੋਏ, ਇਹ ਇੰਨਾ ਇਹਨਾਂ ਦਾ ਸਰੀਰ ਵਧਿਆ ਕਿ ਕਹਿੰਦੇ ਜਿਵੇਂ ਜਿਹੜਾ ਹੈ ਸੀਸ ਜਿਹੜਾ ਨਾ ਸਿਰ ਸੀਗਾ ਆਕਾਸ਼ ਨੂੰ ਲੱਗਦਾ ਸੀ। ਮਤਲਬ ਕਿ ਬਹੁਤ ਲੰਮੇ ਤੇ ਵੱਡੇ ਸਰੀਰ ਸਨ ਇਹਨਾਂ ਦੇ ਤੇ ਬਹੁਤ ਬਹਾਦਰ ਵੀ ਸਨ, ਬਹੁਤ ਤਕੜੇ ਵੀ ਸਨ। ਹਿਰਨ ਨਾਚ ਧਰ ਗਦਾ ਸਕੰਦੂ। ਯਾਨੋ ਇਸ ਵੇਲੇ ਜਿਹੜਾ ਇਹ ਦੋਵਾਂ ਦਾ ਨਾਂ ਸੀ ਹਿਰਨ ਯਕਸ਼ ਤੇ ਹਿਰਨ ਕਸ਼ਪ। ਸੋ ਇਹ ਦੋ ਭਰਾ ਹੋਏ। ਸੋ ਜਿਹੜਾ ਹਿਰਨ ਨਾਚ ਇੱਥੇ ਹਿਰਨ ਨਾਚ ਆਇਆ ਜਿਹੜਾ ਹਿਰਨ ਯਕਸ਼ ਵੀ ਕਹਿੰਦੇ ਹਨ। ਹਿਰਨ ਨਾਚ ਜਿਹੜਾ ਸੀਗਾ ਸੋ ਇਹ ਜਿਹੜਾ ਇਹਨੇ ਗਧਾ ਆਪਣੇ ਜਿਹੜਾ ਹਨ ਇਹ ਜਿਹੜਾ ਹੈ ਭਰਾ ਸੀਗਾ ਹਰਨਾਕਸ਼ ਦਾ। ਸੋ ਇਹਨੇ ਜਿਹੜਾ ਹੈ ਗਧਾ ਆਪਣੇ ਜਿਹੜਾ ਮੋਢੇ ਤੇ ਰੱਖ ਕੇ ਕੀਨ ਦਿਗ ਵਿਜੈ ਪਾ ਮਤ ਅੰਦੂ। ਇਹ ਚਲੇ ਗਿਆ ਜੀ ਦਿਗ ਵਿਜੈ ਕਰਨ। ਦਿਗ ਵਿਜੈ ਹੁੰਦੀ ਆ ਚਾਰੇ ਜਿਹੜਾ ਹਨ ਦਿਗ ਸਾਰੇ ਸੰਸਾਰ ਨੂੰ ਜਿੱਤਣਾ, ਸਾਰੇ ਕਿਤੇ ਜਿੱਤ ਪਾਉਣੀ, ਦਿਗ ਨੂੰ ਵਿਜੇ ਕਰਨਾ। ਸੋ ਸਾਰਿਆਂ ਨੂੰ ਜਿੱਤਣ ਵਾਸਤੇ ਤੁਰ ਪਿਆ ਜੀ ਘਰੋਂ ਗਧਾ ਰੱਖ ਕੇ ਆਪਣੇ ਮੋਢੇ ਤੇ। ਮਤ ਅੰਧੂ, ਇਹ ਮਤ ਦਾ ਅੰਧਾ ਸੀਗਾ, ਇਹਨੂੰ ਕੋਈ ਮਤ ਨਹੀਂ ਸੀ, ਕੋਈ ਅਕਲ ਨਹੀਂ ਸੀ। ਜਿਉ ਖਗੇਸ ਤੇ ਇਹ ਪੈਮਾਨੇ। ਕਹਿਣ ਲੱਗੇ ਜਿਵੇਂ ਕਹਿੰਦੇ ਸੱਪ ਨੂੰ ਜਿਹੜਾ ਹਨ ਗਰੜ ਫੜਦਾ ਹੈ ਇਸ ਤਰ੍ਹਾਂ ਕਰਕੇ ਲੋਕਾਂ ਨੂੰ ਫੜ ਕੇ ਮਾਰੀ ਜਾਂਦਾ ਸੀ ਬੜੇ ਸੌਖੇ ਤਰੀਕੇ ਨਾਲ। ਤਿਉ ਰਣ ਤਜ ਸੁਰ ਸਭ ਪਲਾਨੇ। ਤੇ ਦੇਵਤੇ ਵੀ ਇਹਨੂੰ ਦੇਖ ਕੇ ਭੱਜ ਗਏ ਜੀ, ਉਹਨਾਂ ਨੇ ਵੀ ਆਪਣਾ ਜਿਹੜਾ ਹੈ ਬੈਟਲਫੀਲਡ ਛੱਡ ਕੇ ਭੱਜ ਗਏ ਦੇਵਤੇ ਵੀ ਇਹ ਤੋਂ ਡਰ ਕੇ। ਜਬ ਹੈ ਨਿਪੁੰਸਕ ਅਮਰ ਨਿਹਾਰੇ। ਕਹਿਣ ਲੱਗੇ ਜਦੋਂ ਉਹਨੇ ਦੇਖੇ ਵੀ ਦੇਵਤੇ ਤਾਂ ਜਿਹੜੇ ਹਨ ਡਰਪੋਕ ਹੋਣ ਕਰਕੇ ਇਹ ਜਿਹੜੇ ਨਿਪੁੰਸਕ ਹਨ, ਨਿਪੁੰਸਕ ਜਿਹੜੇ ਹਨ ਇਹ ਡਰਪੋਕ ਹੋ ਕੇ ਭੱਜ ਗਏ ਹਨ ਸਾਰੇ। ਗਰਜਿਓ ਘੋਰ ਗਰਭ ਉਰ ਧਾਰੇ। ਗਰਜਿਓ ਉਸ ਵੇਲੇ ਇਹ ਗਰਜਿਆ ਜੀ, ਇਹਨੇ ਗਰਜ ਕੀਤੀ
ਘੋਰ ਜਿਹੜਾ ਕਿ ਬਹੁਤ ਗਰਜ ਰੌ ਜਿਹੜੀ ਸੀਗੀ ਉਹ ਬਹੁਤ ਦੁਖਦਾਈ ਤੇ ਡਰਾਉਣੀ ਸੀ ਆਪਣਾ ਹੰਕਾਰ ਦਿਖਾਉਣ ਵਾਸਤੇ। ਕਰ ਧਰ ਗਦਾ ਉਦਤ ਮਹਿ ਗਵਨਾ। ਤੇ ਆਪਣਾ ਹੱਥ ਵਿੱਚ ਜਿਹੜਾ ਹੈ ਗਦਾ ਰੱਖ ਕੇ ਇਹਨੇ ਫਿਰ ਕੀ ਕੀਤਾ ਵੀ ਮੈਂ ਧਰਤੀ ਤਾਂ ਜਿੱਤ ਲਈ, ਇਹ ਪਾਣੀ ਵਿੱਚ ਚਲਿਆ ਗਿਆ। ਕਹਿੰਦੇ ਪਾਣੀ ਨੂੰ ਵੀ ਮੈਂ ਹੁਣ ਜਿੱਤਣਾ ਹੈ, ਇਹ ਜਿਹੜਾ ਹੈ ਵਿੱਚ ਵਰੁਣ ਦੇਵਤਾ ਇਹਨੂੰ ਵੀ ਜਿੱਤਣਾ ਜਾ ਕੇ। ਗਇਓ ਬਰਨ ਕੋ ਜਿਹੇ ਢਾਂ ਪਵਨਾ। ਉੱਥੇ ਪਹੁੰਚ ਗਿਆ ਜਿੱਥੇ ਵਰੁਣ ਦੇਵਤਾ ਸੀਗਾ ਜੀ। ਕਹਿਣ ਲੱਗਿਓ ਤੁਮ ਸੂਰ ਕਹਾਵ ਹੋ। ਕਹਿਣ ਲੱਗਾ ਉੱਥੇ ਜਾ ਕੇ ਵਰੁਣ ਦੇਵਤੇ ਨੂੰ ਜਿਹੜਾ ਹਿਰਨ ਯਕਸ਼ ਕਹਿੰਦਾ ਵੀ ਤੂੰ ਵੱਡਾ ਦੇਵਤਾ ਆਪਣੇ ਆਪ ਨੂੰ ਖਾਉਂਦਾ ਹਾਂ ਪਾਣੀ ਦਾ। ਹਮਸੋ ਉੱਠ ਕਰ ਜੁੱਧ ਮਚਾਵੋ। ਕਹਿੰਦਾ ਚੱਲ ਉੱਠ ਹੁਣ ਮੇਰੇ ਨਾਲ ਯੁੱਧ ਕਰ, ਮੇਰੇ ਨਾਲ ਲੜਾਈ ਕਰ ਹੁਣ। ਸੁਣਿਓ ਕਾਨ ਮੈਂ ਹੋ ਬਲ ਭਾਰੀ। ਕਹਿਣ ਲੱਗੇ ਸੁਣਿਓ ਕਾਨ, ਉਹਨੇ ਪਹਿਲਾਂ ਹੀ ਸੁਣਿਆ ਹੋਇਆ ਸੀਗਾ ਇਹ ਵਰੁਣ ਦੇਵਤੇ ਨੇ ਵੀ ਜਿਹੜਾ ਹਰਨਾਕਸ਼ ਹੈ ਜਾਂ ਹਰਨ ਯਕਸ਼ ਹੈ ਇਹ ਬੜਾ ਤਕੜਾ ਹੈ। ਪੂਰਬ ਜੀਤੇ ਤੋਹੇ ਸੁਰਾਹਰੀ। ਕਹਿਣ ਲੱਗੇ ਉਸ ਵੇਲੇ ਜਿਹੜਾ ਹੈ ਉਹਨੇ ਜਾਣਿਆ ਕਿ ਜਿਹੜਾ ਹੈ ਵੀ ਇਹਨੇ ਤਾਂ ਵੱਡੇ ਵੱਡੇ ਦੇਵਤੇ ਵੀ ਜਿੱਤ ਲਏ, ਵੀ ਮੈਂ ਕੀ ਚੀਜ਼ ਆ, ਮੈਂ ਕਾਹਨੂੰ ਇਹਦੇ ਨਾਲ ਲੜਨਾ ਹੈ, ਇਹ ਤਾਂ ਪਹਿਲਾਂ ਹੀ ਵੱਡੇ ਵੱਡੇ ਦੇਵਤਿਆਂ ਨੂੰ ਜਿੱਤਿਆ ਹੋਇਆ ਹੈ। ਸੁਣ ਕਰ ਵਰੁਣ ਕਹੀ ਅਸਬਾਨੀ। ਇਹ ਸੁਣ ਕੇ ਵਰੁਣ ਦੇਵਤੇ ਨੇ ਕਿਹਾ, ਜਦੋਂ ਉਹਨੂੰ ਚੈਲੰਜ ਦਿੱਤੀ ਨਾ ਵੀ ਮੇਰੇ ਨਾਲ ਲੜ, ਤੋ ਉਹ ਵਰੁਣ ਦੇਵਤਾ ਬੋਲਿਆ ਮੈਂ ਨਹਿ ਤੇਰੇ ਜੋਰ ਸਮਾਨੀ। ਕਹਿਣ ਲੱਗੇ ਦੇਖ, ਕਹਿੰਦਾ ਹਰਨਾਕਸ਼ ਹਿਰਨ ਯਕਸ਼ ਮੈਂ ਤੇਰੇ ਬਰਾਬਰ ਨਹੀਂਗਾ, ਮੈਂ ਤੇਰਾ ਕੰਪੀਟੇਬਲ ਜਿਹੜਾ ਹੈ ਬੰਦਾ ਨਹੀਂ ਆ, ਮੈਂ ਤੇਰੇ ਨਾਲ ਲੜ ਨਹੀਂ ਸਕਦਾ। ਤੁਝ ਹੈ ਜੁੱਧ ਮੈਂ ਤੋਖਨ ਹਾਰੂ। ਕਹਿਣ ਲੱਗੇ ਤੂੰ ਤਾਂ ਜਿਹੜਾ ਹੈ ਤੁਝੇ ਜੁੱਧ ਮੈਂ ਤੋਖਨ ਹਾਰੂ। ਕਹਿੰਦੇ ਮੈਂ ਤਾਂ ਜਿਹੜਾ ਹੈ ਤੈਨੂੰ ਪ੍ਰਸੰਨ ਕਰਨ ਵਾਲਾ ਹਾਂ, ਮਤਲਬ ਮੈਂ ਤਾਂ ਉਦੋਂ ਹੀ ਹਾਰ ਜਾਣਾ, ਮੈਂ ਨਹੀਂ ਤੇਰੇ ਨਾਲ ਲੜ ਸਕਦਾ। ਬਿਨ ਪਦਮਾਪਦ ਕੋ ਨਾ ਨਿਹਾਰੂ। ਕਹਿਣ ਲੱਗੇ ਤੇਰੇ ਨਾਲ ਜਿਹੜਾ ਹੈ ਲੜਨ ਨੂੰ ਇੱਕੇ ਬੰਦਾ ਸਮਰੱਥ ਹੈ, ਇੱਕੋ ਇੱਕ ਦੇਵਤਾ ਸਮਰੱਥ ਹੈ, ਉਹ ਵਿਸ਼ਨੂੰ ਹੈ, ਉਹੀ ਤੇਰੇ ਨਾਲ ਲੜ ਸਕਦਾ, ਹੋਰ ਕੋਈ ਨਹੀਂ ਲੜ ਸਕਦਾ। ਚਾਹੋ ਰਸਾਤਰ ਮੇਰੇ ਤੁਝ ਤਾਈ। ਕਹਿਣ ਲੱਗੇ ਜਾ, ਕਹਿੰਦੇ ਜੇ ਤੂੰ ਲੜਨਾ ਹੀ ਚਾਹੁੰਦਾ ਹਾਂ ਹਿਰਨਾਚ ਜਾਂ ਹਿਰਨ ਯਕਸ਼ ਨੂੰ ਕਹਿੰਦਾ ਵੀ ਤੂੰ ਜਾ ਪਤਾਲ ਨੂੰ ਅੰਡਵਲ ਜਾ ਕਰਕੇ ਵਿਸ਼ਨੂੰ ਨਾਲ ਜਾ ਕੇ ਲੜ। ਹਨ ਹੈ ਠਾਨ ਵਿਸਾਲ ਲੜਾਈ। ਹਾਂ ਕਹਿਣ ਲੱਗੇ ਹਨ ਹੈ, ਕਹਿੰਦੇ ਉੱਥੇ ਜਾ ਕੇ ਵਿਸ਼ਨੂੰ ਨੂੰ ਮਾਰ, ਉਹਦੇ ਨਾਲ ਯੁੱਧ ਕਰਕੇ। ਇਤੀ ਕਥਾ ਇਹ ਲਖ ਮਰਦਾਨੇ। ਹੁਣ ਇਹ ਜਿਹੜੀ ਕਥਾ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮਰਦਾਨਿਆਂ ਇੱਥੋਂ ਤੱਕ ਇਹ ਕਥਾ ਚੱਲੀ, ਇੱਥੋਂ ਤੱਕ ਇਹ ਕਥਾ ਆਈ ਹੈ, ਇਹ ਜਾਣਨਾ ਕਰ। ਅਬ ਸੁਣ ਜਿਉ ਬਰਾਹ ਪ੍ਰਗਟਾਨੇ। ਹੁਣ ਤੁਸੀਂ ਕਹਿੰਦਾ ਹੁਣ ਸੁਣੋ ਕਿ ਵਰਾ ਅਵਤਾਰ ਕਿਵੇਂ ਹੋਇਆ। ਹੁਣ ਵਰਾ ਅਵਤਾਰ ਜਿਹੜਾ ਵਿਸ਼ਨੂੰ ਨੇ ਵਰਾ ਅਵਤਾਰ ਧਾਰਨ ਕੀਤਾ ਸੂਰ ਦਾ, ਸੋ ਉਹ ਜਿਹੜਾ ਹੈ ਬੌਧ ਦਾ ਜਿਹੜਾ ਹੈ ਧਾਰਨ ਕੀਤਾ, ਉਹ ਤੋਂ ਸੁਣ। ਪੂਰਬ ਬਿਦ ਤੇ ਮਨ ਸਤ ਰੂਪਾ। ਪੂਰਬ ਬਿਦ ਤੇ ਮਨ ਸਤ ਰੂਪਾ। ਕਹਿੰਦੇ ਕਿ ਪੂਰਬ ਜਿਵੇਂ ਪ੍ਰਾਣੀ ਜਿਹੜਾ ਹਨ ਜਦੋਂ ਇਹ ਉਤਪਤੀ ਬ੍ਰਹਮਾ ਨੇ ਕੀਤੀ, ਉਦੋਂ ਜਿਹੜਾ ਹੈ ਜਿਵੇਂ ਅੰਗਰੇਜ਼ ਮੰਨਦੇ ਹਨ, ਕਹਿੰਦੇ ਹਨ ਐਡਮ ਐਂਡ ਈਵ ਹੈ। ਸੋ ਜਿਹੜਾ ਆਪਣਾ ਜਿਹੜਾ ਸਨਾਤਨ ਮਤ ਹੈ ਉਹ ਕਹਿੰਦੇ ਹਨ ਕਿ ਮਨੂ ਤੇ ਸਤ ਰੂਪਾ, ਮਨੂ ਐਡਮ ਤੇ ਸਤ ਰੂਪਾ ਜਿਹੜੀ ਈਫ ਹੈ। ਸੋ ਕਹਿੰਦੇ ਮਨੂ ਤੇ ਸਤ ਰੂਪਾ ਇਹ ਦੋ ਜਿਹੜੇ ਹਨ ਪ੍ਰਾਣੀਆਂ ਨੂੰ ਜਨਮ ਦਿੱਤਾ, ਇਹ ਰੀਪਰੋਡਕਸ਼ਨ ਕਰਨ ਵਾਸਤੇ, ਸੰਸਾਰ ਨੂੰ ਅੱਗੇ ਸੰਸਾਰ ਦੇ ਜੀਵ ਪੈਦਾ ਕਰਨ ਵਾਸਤੇ। ਸੋ ਮਨੂ ਤੇ ਸਤ ਰੂਪਾ। ਨਰ ਤੇ ਉਪਜੇ ਗਣਨ ਅਨੂਪਾ। ਕਹਿਣ ਲੱਗੇ ਇਹ ਜਿਹੜਾ ਨਰ ਤ੍ਰਿਆ ਹੈ, ਕਿ ਨਰ ਜਿਹੜਾ ਮਨੂ ਹੈ ਤੇ ਤ੍ਰਿਆ ਜਿਹੜੀ ਸਤ ਰੂਪਾ, ਇਹਨਾਂ ਦੇ ਨਾਲ ਬਹੁਤ ਸਾਰੇ ਪੁਰਸ਼ ਤੇ ਇਸਤਰੀਆਂ ਪੈਦਾ ਕਰਨੀਆਂ ਸੀ ਸੰਸਾਰ ਤੇ। ਬਿੰਦ ਸੋ ਕਹੈ ਬਿਨਾ ਸੁਣ ਲੀਜੈ। ਕਹਿਣ ਲੱਗੇ ਇਹਨਾਂ ਨੇ ਇੱਕ ਦਿਨ ਆ ਕੇ ਬਰਮਾ ਨੂੰ ਕਿਹਾ ਕਿ ਬਿਨੈ ਸੁਣ ਲੀਜੈ, ਵੀ ਸਾਡੀ ਬਰਮਾ ਜੀ ਸਾਡੀ ਇੱਕ ਬੇਨਤੀ ਸੁਣੋ। ਆਪਣੀ ਸੇਵ ਹਮ ਹੈ ਕਛ ਦੀਜੈ। ਕਹਿਣ ਲੱਗੇ ਤੁਸੀਂ ਸਾਨੂੰ ਆਪਣੀ ਸੇਵਾ ਬਖਸ਼ੋ, ਕੀ ਸੇਵਾ ਕਰੀਏ ਤੁਹਾਡੀ, ਕਿਉਂਕਿ ਤੁਸੀਂ ਸਾਨੂੰ ਪੈਦਾ ਕਰਨ ਵਾਲੇ ਹੋ। ਪੁੱਤਰ ਸਿੱਖ ਕੀ ਇਹ ਸੁਭ ਰੀਤੀ। ਕਹਿਣ ਲੱਗੇ ਪੁੱਤਰ ਜਾਂ ਸਿੱਖ ਦੀ ਆਪਣੇ ਗੁਰੂ ਨਾਲ, ਪੁੱਤਰ ਦੀ ਆਪਣੇ ਮਾਪਿਓ ਦੇ ਨਾਲ, ਤੇ ਇੱਕ ਸਿੱਖ ਦੀ ਆਪਣੇ ਗੁਰੂ ਦਾ ਇਹੀ ਮਰਿਆਦਾ ਹੈ ਕਿ ਉਹਨੂੰ ਸੇਵਾ ਕਰਨੀ ਚਾਹੀਦੀ ਹੈ। ਗੁਰ ਪਿਤ ਆਇਸ ਕਰਹਿ ਸਪ੍ਰੀਤੀ। ਕਹਿਣ ਲੱਗੇ ਗੁਰੂ ਜਾਂ ਪਿਤਾ ਜਿਹੜਾ ਹੁੰਦਾ ਹੈ, ਜਿਵੇਂ ਉਹ ਆਇਸ ਕਰੇ, ਜਿਵੇਂ ਉਹ ਆਗਿਆ ਦਵੇ ਚੰਗੇ ਤਰੀਕੇ ਨਾਲ, ਤਾਤੇ ਹਮਕੋ ਉਚਿਤ ਗੁਸਾਈ। ਇਸ ਕਰਕੇ ਹੇ ਗੁਸਾਈ ਸਾਨੂੰ ਵੀ ਆਪਣੇ ਪੁੱਤਰ ਜਾਣ ਕੇ ਸਾਨੂੰ ਵੀ ਕੋਈ ਸੇਵਾ ਬਖਸ਼ੋ, ਜਿਹਦੇ ਕਰਕੇ ਸਾਡੀ ਵੀ ਗਤੀ ਹੋਵੇ। ਦਇਆ ਧਾਰ ਨਿਜ ਦੇਹੋ ਬਤਾਈ। ਦਇਆ ਧਾਰ ਦਇਆ ਦੇ ਘਰ ਵਿੱਚ ਆ ਕੇ ਸਾਨੂੰ ਦੱਸੋ। ਬ੍ਰਹਮਾ ਨੂੰ ਕਹਿੰਦੇ ਕੋਈ ਸੇਵਾ ਦੋ। ਮਨੂ ਤੇ ਸਤਰੂਪਾ ਨੇ ਕਿਹਾ ਸੁਨ ਮਨ ਕੇ ਅਸ ਬੈਨ ਵਿਧਾਤਾ। ਜਦੋਂ ਇਹ ਜਿਹੜੇ ਹਨ ਸੁਣੇ, ਉਹਨੇ ਆਪਣੇ ਕੰਨਾਂ ਵਿੱਚ ਬ੍ਰਹਮਾ ਨੇ ਬੇਨਤੀ ਦੇ ਸ਼ਬਦ ਬੋਲਤ ਭਇਓ ਸੁਨੋ ਹੇ ਤਾਤਾ। ਉਹ ਬ੍ਰਹਮਾ ਬੋਲਿਆ, ਕਹਿੰਦਾ ਸੁਣੋ ਹੇ ਤਾਤਾ, ਹੇ ਪੁੱਤਰ ਮਨੂ ਤੇ ਸਤਰੂਪਾ, ਸੁਣੋ ਇਹ ਗੱਲ ਹੁਣ। ਤੁਮ ਪਰ ਮੈਂ ਸੋ ਪ੍ਰਸੰਨ ਮਹਾਨਾ। ਮੈਂ ਤੁਹਾਡੇ ਤੇ ਬੜਾ ਪ੍ਰਸੰਨ ਬੜਾ ਖੁਸ਼ ਹਾਂ। ਦੰਪਤ ਰਹੋ ਸਹਿਤ ਕਲਿਆਣਾ। ਕਹਿਣਗੇ ਤੁਸੀਂ ਸਵਾਮੀ ਇਸਤਰੀ ਬਣ ਕੇ ਖੁਸ਼ੀ ਦੇ ਨਾਲ ਰਹੋ, ਇਹਦੇ ਵਿੱਚ ਤੁਹਾਡੀ ਕਲਿਆਣ ਹੈ, ਤੁਹਾਡੀ ਮੁਕਤੀ ਹੈ। ਜੇ ਕਰ ਮਮ ਸੇਵਾ ਤੁਮ ਮੰਗੀ। ਪਰ ਫਿਰ ਵੀ ਜੇ ਤੁਸੀਂ ਸਾਡੀ ਸੇਵਾ ਮੰਗੀ ਹੈ, ਤੁਸੀਂ ਕੋਈ ਸੇਵਾ ਕਰਨੀ ਚਾਹੁੰਦੇ ਹੋ, ਅਸ ਪ੍ਰਕਾਰ ਕੀਜੈ ਅਨੁਰਾਗੀ। ਤੇ ਇਸ ਪ੍ਰਕਾਰ ਉਹ ਸੇਵਾ ਕਰੋ। ਤੁਹਾਨੂੰ ਮੈਂ ਦੱਸਦਾ ਵੀ ਕੀ ਸੇਵਾ ਕਰਨੀ ਹੈ। ਵਿੱਚ ਸਰੀਰ ਤੇ ਸੁਤ ਉਪਜਾਵ ਹੋ। ਤੁਸੀਂ ਆਪਣੇ ਸਰੀਰ
ਫਿਰ ਤੋਂ ਜਿਹੜੇ ਹਨ ਅੱਗੇ ਰੀਪਰੋਡਕਸ਼ਨ ਕਰੋ, ਹੋਰ ਵੀ ਜਿਹੜੇ ਹਨ ਪੁੱਤਰਾਂ ਨੂੰ ਧੀਆਂ ਨੂੰ ਜਨਮ ਦਿਓ ਧਰਮ ਸਹਿਤ ਛਿਤ ਰਾਜ ਕਮਾਵੋ। ਕਿ ਤੇ ਫਿਰ ਇਹ ਧਰਤੀ ਤੇ ਤੁਸੀਂ ਰਾਜ ਕਮਾਓ, ਤੁਸੀਂ ਰਾਜੇ ਬਣ ਕੇ ਫਿਰ ਆਪਣੀ ਸੰਤਾਨਾਂ ਦੀ ਜਿਹੜੀ ਹਨ ਪਾਲਣਾ ਕਰੋ, ਉਹਨਾਂ ਨੂੰ ਪਾਲੋ। ਫਿਰ ਮਖ ਕਰ ਜਜੋ ਬਿਸਨ ਗੁਣ ਖਾਨੀ, ਕਹਿਣਗੇ ਯੱਗ ਕਰੋ, ਪੂਜਾ ਕਰੋ, ਇਸ ਤਰ੍ਹਾਂ ਦੇ ਕਹਿੰਦੇ ਬਿਸ਼ਨ ਗੁਣ ਖਾਨੀ, ਉਹ ਪਰਮਾਤਮਾ ਦੀ ਆਰਾਧਨਾ ਕਰੋ, ਉਹ ਪਰਮਾਤਮਾ ਨੂੰ ਆਪਣਾ ਮਾਲਕ ਜਾਣ ਕੇ ਉਸ ਦੀ ਪੂਜਾ ਕਰੋ। ਪ੍ਰਜਾ ਰੱਖਿਆ ਅਬ ਕਰੋ ਮਹਾਨੀ, ਕਹਿਣਗੇ ਪ੍ਰਜਾ ਰੱਖਿਆ, ਪ੍ਰਜਾ ਨੂੰ ਰੱਖਣ ਵਾਲੇ ਤੁਸੀਂ ਬਣੋ, ਉਹਨਾਂ ਨੂੰ ਸੰਭਾਲਣ ਵਾਲੇ, ਤੇ ਫਿਰ ਜਿਹੜਾ ਹੈ ਉਹਨਾਂ ਨੂੰ ਫਿਰ ਪਰਮਾਤਮਾ ਦੀ ਭਗਤੀ ਵਿੱਚ ਲਾਓ। ਜਿਨ ਸ੍ਰੀ ਪ੍ਰਭ ਨਹਿ ਤੋਖਨ ਕੀਨੋ, ਕਹਿਣ ਲੱਗੇ ਜਿਨ੍ਹਾਂ ਨੇ ਪਰਮਾਤਮਾ ਨੂੰ ਜਿਹੜਾ ਹੈ, ਜਿਹੜਾ ਮਾਇਆ ਦਾ ਪਤੀ ਪਰਮਾਤਮਾ ਹੈ, ਕਹਿੰਦੇ ਜਿਨ੍ਹਾਂ ਨੇ ਉਹਨੂੰ ਪ੍ਰਸੰਨ ਨਹੀਂ ਕੀਤਾ, ਨਹੀਂ ਖੁਸ਼ ਕੀਤਾ, ਮੰਦ ਭਾਗ ਜਸ ਅਪਜਸ ਲੀਨੋ। ਹਾਂ ਕਹਿਣਗੇ ਉਹਨਾਂ ਦੇ ਮੰਦੇ ਭਾਗ ਨੇ, ਉਹਨਾਂ ਦੇ ਭੈੜੇ ਭਾਗ ਨੇ, ਤੇ ਉਹ ਹਮੇਸ਼ਾ ਬੇਇੱਜ਼ਤੀ ਹੋਈ ਆਪਣੇ ਜਿਹੜਾ ਹਨ ਉਹ ਡਿਸਗ੍ਰੇਸ ਹੀ ਹੁੰਦੇ ਹਨ ਇਸ ਸੰਸਾਰ ਤੇ। ਹਰ ਕੋ ਜਜਨ ਪ੍ਰਜਾ ਰਖਵਾਰੀ, ਇਸ ਕਰਕੇ ਹਰ ਕੋ ਜਜਨ, ਹਰ ਪਰਮਾਤਮਾ ਜੋ ਪਾਲਣ ਵਾਲਾ ਹੈ, ਜੋ ਸਭ ਕੁਝ ਬਖਸ਼ਣ ਵਾਲਾ ਹੈ, ਕਹਿਣਗੇ ਉਸ ਦੀ ਪੂਜਾ ਕਰਨੀ ਚਾਹੀਦੀ ਹੈ, ਕਿਉਂਕਿ ਉਹ ਇੱਕੋ ਇੱਕ ਰਖਵਾਲਾ ਵੀ ਹੈ। ਇਹ ਸੇਵਾ ਵਡ ਜਾਨ ਹਮਾਰੀ, ਇਹੀ ਸਾਡੀ ਸੇਵਾ ਹੈ। ਬਰਮਾ ਕਹਿੰਦਾ, ਦੇਖੋ ਇੱਥੇ ਜੋ ਬਰਮਾ ਨੇ ਇਹ ਸ੍ਰਿਸ਼ਟੀ ਦੀ ਉਤਪਤੀ ਕੀਤੀ ਹੈ, ਉਹ ਵੀ ਉਹ ਉਪਦੇਸ਼ ਦਿੰਦਾ ਹੈ, ਕਹਿੰਦੇ ਵੀ ਪਰਮਾਤਮਾ ਦੀ ਭਗਤੀ ਕਰੋ, ਇਸ ਕਰਕੇ ਹੀ ਇਹ ਧਰਤੀ ਬਣਾਈ ਹੈ। ਸੁਨ ਕਰ ਮਨ ਬੋਲਿਓ ਬਿਦ ਸਾਥੇ, ਇਹ ਸੁਣ ਕਰਕੇ ਮੰਨੂ ਜਿਹੜਾ ਸੀਗਾ ਉਹ ਬੋਲਿਆ ਜੀ ਬਿਦ ਸਾਥੇ, ਬਰਮਾ ਨਾਲ ਉਹਨੇ ਬੇਨਤੀ ਕੀਤੀ ਬਰਮਾ ਨੂੰ, ਰਾਵਰ ਕੀ ਆਇਸ ਮਮ ਮਾਥੇ, ਕਹਿਣ ਲੱਗੇ ਤੁਹਾਡੀ ਆਗਿਆ ਮੇਰੇ ਮੱਥੇ ਤੇ ਮੈਂ ਮੰਨਦਾ ਹਾਂ, ਉਹ ਬੇ ਕੀਤਾ ਜੀ। ਮੈਂ ਅਰ ਪ੍ਰਜਾ ਸਰਬ ਸਮੇਤਾ, ਮੈਂ ਤੇ ਮੇਰੀ ਪ੍ਰਜਾ ਸਾਰਿਆਂ ਤੇ ਜਲ ਮਹਿ ਧਰਾ ਨਾ ਪਾਏ ਨਿਕੇਤਾ। ਮਹਾਰਾਜ ਦੇਖੋ ਇਹ ਧਰਤੀ ਤਾਂ ਪਾਣੀ ਵਿੱਚ ਹੈ, ਇਹ ਧਰਤੀ ਹੁਣ ਪਾਣੀ ਵਿੱਚ ਡੁੱਬੀ ਹੋਈ ਹੈ, ਹੁਣ ਇੱਥੇ ਪਾਣੀਓ ਪਾਣੀ ਹੈ, ਕਿਉਂਕਿ ਮੰਨਿਆ ਹੈ ਨਾ ਜਿਹੜਾ ਕਿ ਡੂਮਸਡੇ ਹੁੰਦਾ, ਇੱਕ ਤਾਂ ਪਰਲੋ ਹੁੰਦੀ, ਇੱਕ ਮਹਾਪਰਲੋ ਹੁੰਦੀ ਹੈ। ਪਰਲੋ ਦੇ ਵਿੱਚ ਕੀ ਹੁੰਦਾ, ਪਾਣੀ ਪਾਣੀ ਹੋ ਜਾਂਦਾ, ਧਰਤੀ ਨਹੀਂ ਰਹਿੰਦੀ, ਜਿਹੜਾ ਪਾਣੀ ਤੇ ਆਕਾਸ਼ੇ ਰਹਿ ਜਾਂਦੇ ਨੇ। ਤੇ ਜਦੋਂ ਮਹਾਪਰਲੋ ਹੁੰਦੀ ਆ ਉਦੋਂ ਮਿਸਤ ਹੋ ਜਾਂਦਾ, ਉਦੋਂ ਪਾਣੀ ਵੀ ਨਹੀਂ ਰਹਿੰਦਾ, ਪਾਣੀ ਵੀ ਟੁੱਟ ਜਾਂਦਾ ਹੈ, ਜਿਵੇਂ ਜਿਹੜਾ ਹੈ ਉਹ ਪਾਣੀ ਦੇ ਮੋਲੀਕਿਊਲਸ ਵੀ ਟੁੱਟ ਕੇ ਉਹ ਵੀ ਮਿਸਤ ਬਣ ਜਾਂਦੇ ਨੇ, ਸੋ ਉਹਨੂੰ ਮਹਾਪਰਲੋ ਕਿਹਾ ਜਾਂਦਾ ਹੈ। ਸੋ ਉਸ ਵੇਲੇ ਪਰਲੋ ਸੀਗੀ। ਸੋ ਇਹ ਜਿਹੜਾ ਹੈ ਮੰਨੂ ਕਹਿੰਦਾ ਕਿ ਧਰਤੀ ਤਾਂ ਪਾਣੀ ਵਿੱਚ ਡੁੱਬੀ ਹੋਈ ਹੈ, ਮਤਲਬ ਕਿ ਸਾਰਾ ਪਾਣੀਓ ਪਾਣੀ ਹੋਇਆ ਪਿਆ ਹੈ। ਕਹਿੰਦੇ ਇਹਦੇ 'ਚ ਮੈਂ ਘਰ ਕਿਵੇਂ ਬਣਾਵਾਂ ਪਾਣੀ ਵਿੱਚ, ਕਿਹ ਸਥਾਨ ਰਹਿ ਰਾਜ ਕਮਾਵੋ, ਮੈਂ ਕਿਹੜਾ ਥਾਂ ਹੈ, ਮੇਰੀ ਕਿਹੜੀ ਜ਼ਮੀਨ ਹੈ ਜਿਹਦੇ ਉੱਤੇ ਮੈਂ ਰਾਜ ਕਰਾਂ। ਰਛ ਪ੍ਰਜਾ ਕੋ ਕਹਾਂ ਬਸਾਵੋ, ਰਛ ਮੈਂ ਇਹ ਪ੍ਰਜਾ ਦੀ ਪਹਿਲਾਂ ਰੀਪਰੋਡਕਸ਼ਨ ਕਰਾਂ, ਪ੍ਰਜਾ ਬਣਾਵਾਂ, ਹਾਂਜੀ ਫੇਰ ਕਹਿੰਦਾ ਮੈਂ ਇਹਨਾਂ ਤੇ ਰਾਜ ਕਿਵੇਂ ਕਰਾਂਗਾ, ਇਹਨਾਂ ਨੂੰ ਬਸਾਵਾਂਗਾ ਕਿੱਥੇ, ਕਿੱਥੇ ਇਹਨਾਂ ਨੂੰ ਮੈਂ ਰੱਖੂੰਗਾ। ਜੇ ਅਸ ਬਿਦ ਕੀ ਚਾਹੇ ਤੁਮਰੀ, ਜੇ ਇਸ ਬਿਦ, ਜੇ ਇਸ ਤਰ੍ਹਾਂ ਦੀ ਆਗਿਆ ਹੈ ਤੁਹਾਡੀ ਕਿ ਆਪਾਂ ਇਹ ਦੁਨੀਆ ਨੂੰ ਪੈਦਾ ਕਰਕੇ ਦੁਨੀਆ ਨੂੰ ਪਾਲਣਾ ਹੈ, ਸੋ ਜਤਨ ਲਿਓ ਧਰਨ ਉਧਾਰੀ। ਕਹਿੰਦੇ ਫੇਰ ਤੁਸੀਂ ਯਤਨ ਕਰੋ ਨਾ, ਇਹ ਧਰਤੀ ਨੂੰ ਮੁੜ ਕੇ ਬਣਾਓ, ਜਿਹਦੇ ਕਰਕੇ ਧਰਤੀ ਮੁੜ ਕੇ ਬਣ ਜਾਵੇ, ਧਰਤੀ ਹੋਵੇ। ਸੁਣ ਕਰ ਯੋ ਬਿਦ ਕਰਤ ਵਿਚਾਰਾ, ਸੋ ਇਹ ਸੁਣ ਕਰਕੇ ਬਰਮਾ ਨੇ ਉਸ ਵੇਲੇ ਜਿਹੜਾ ਹੈ ਵਿਚਾਰ ਕੀਤੀ। ਹੁਣ ਦੇਖੋ ਇਹ ਸੰਸਾਰ ਸਾਰਾ ਸਤਜੁਗ, ਤ੍ਰੇਤਾ, ਦੁਆਪਰ, ਕਲਯੁਗ ਇੱਕ ਸਾਈਕਲ ਹੈ, ਇਹ ਸਾਈਕਲ ਘੁੰਮਦਾ ਹੈ, ਇਹ ਜਿਸ ਤਰ੍ਹਾਂ ਵੀ ਘੁੰਮਦਾ ਹੈ, ਇਸ ਦਾ ਜਿਹੜਾ ਹੈ ਜਿਵੇਂ ਜਿਹੜਾ ਸਮਾਂ ਆਉਂਦਾ ਹੈ, ਸੋ ਕਈ ਸਮੇਂ ਓਵਰਲੈਪ ਹੋ ਜਾਂਦੇ ਨੇ, ਕਈ ਸਮੇਂ ਅੱਡ ਹੋ ਜਾਂਦੇ ਨੇ। ਸੋ ਇਹ ਸਾਰਾ ਹੀ ਸਮਾਂ ਇੱਕ ਵੱਡੀ ਖੇਡ ਹੈ। ਇਹ ਵੱਡੀ ਖੇਡ ਨੂੰ ਜੇ ਦੇਖਿਆ ਜਾਵੇ ਤਾਂ ਇਹਨੂੰ ਸਮਝਣ ਵਾਸਤੇ ਵਿਸ਼ਾਲ ਬੁੱਧੀ ਚਾਹੀਦੀ ਹੈ, ਤਾਂ ਇਹਨੂੰ ਸਮਝਿਆ ਜਾ ਸਕਦਾ, ਨਹੀਂ ਤਾਂ ਨਹੀਂ ਸਮਝਿਆ ਜਾ ਸਕਦਾ। ਇਸ ਕਰਕੇ ਜਿਹੜਾ ਹਨ ਜਿਵੇਂ ਆਪਾਂ ਕਥਾ ਕਹਾਣੀਆਂ ਸੁਣਦੇ ਹਾਂ, ਇਹਨਾਂ ਨੂੰ ਆਪਣੀ ਸਮਝ ਵਾਸਤੇ ਇੱਕ ਤਰੀਕੇ ਨਾਲ ਇਹਨੂੰ ਆਪਾਂ ਨੂੰ ਦੱਸਿਆ ਜਾਂਦਾ ਹੈ ਵੀ ਇਸ ਤਰ੍ਹਾਂ ਹੋਇਆ, ਕਿਉਂਕਿ ਨਹੀਂ ਤਾਂ ਆਪਾਂ ਨੂੰ ਸਮਝੇ ਕੋਈ ਨਹੀਂ ਆਉਣੀ। ਹੁਣ ਜਿਵੇਂ ਖੁੱਲਾ ਆਕਾਸ਼ ਹੈ, ਕੋਈ ਬੰਦੇ ਨੂੰ ਬਿਠਾ ਦਿਓ ਜਿੱਥੇ ਕੋਈ ਬੱਦਲ ਵੀ ਨਾ ਹੋਵੇ, ਜਿੱਥੇ ਕੋਈ ਸੂਰਜ ਨਾ ਹੋਵੇ, ਚੰਦਰਮਾ ਨਾ ਹੋਵੇ, ਤਾਰੇ ਨਾ ਹੋਣ, ਉਹਨੂੰ ਕਹੇ ਤੂੰ ਦੇਖੀ ਜਾ, ਹੁਣ ਮੈਨੂੰ ਦੱਸੇ ਕੀ ਆ, ਬੰਦਾ ਕੀ ਦੱਸੇਗਾ? ਇਹ ਨਹੀਂ ਦੱਸ ਹੁੰਦਾ, ਕਿਉਂਕਿ ਇਹ ਖੁੱਲੀ ਚੀਜ਼ ਹੈ, ਬਹੁਤ ਲੰਮੀ ਚੀਜ਼ ਹੈ, ਅੱਜ ਦੀ ਨਹੀਂ ਗੀ, ਪਤਾ ਨਹੀਂ ਕਿੰਨੇ ਬਿਲੀਅਨ ਟ੍ਰਿਲੀਅਨ ਈਅਰਸ ਤੋਂ ਚੱਲਦੀ ਆਈ ਹੈ। ਆਪਣਾ ਹਿਸਾਬ ਟ੍ਰਿਲੀਅਨ ਆਪਾਂ ਅੱਗੇ ਪਤਾ ਨਹੀਂ ਕਿੰਨਾ ਹੋਰ ਹੈ। ਸੋ ਇਸ ਕਰਕੇ ਪਹਿਲੇ ਜਲ ਮੈਂ ਪਿਓ ਅਪਾਰਾ, ਦੇਖੋ ਕਹਿੰਦੇ ਪਹਿਲੇ ਜਲ ਮੈਂ, ਕਹਿਣਗੇ ਪਹਿਲੇ ਵਿਦਾਤਾ ਜਿਹੜਾ ਬਰਮਾ ਹੈ, ਕਹਿੰਦਾ ਮੈਂ ਪਹਿਲਾਂ ਤਾਂ ਜਲ ਪੀਤਾ, ਕਿਉਂਕਿ ਪਹਿਲਾਂ ਵੀ ਇਹ ਪਰਲੋ ਹੋਈ ਸੀ। ਦੇਖੋ ਇਹ ਸਮਾਂ ਪਹਿਲਾਂ ਵੀ ਹੋਇਆ ਸੀਗਾ, ਕਹਿੰਦਾ ਉਸ ਵੇਲੇ ਤਾਂ ਮੈਂ ਇਹ ਸਾਰਾ ਸਮੁੰਦਰ ਦਾ ਜਲ ਪੀਤਾ, ਜਿਹਨੂੰ ਜਿਹੜਾ ਹੈ ਅਗਸਤ ਮੁਨੀ ਵੀ ਮੰਨਿਆ ਜਾਂਦਾ ਹੈ ਵੀ ਉਹਨੇ ਸਾਰਾ ਜਲ ਪੀ ਲਿਆ ਸੀ। ਸੋ ਕਹਿੰਦੇ ਬਰਮਾ ਕਹਿੰਦਾ ਮੈਂ ਪਹਿਲਾਂ ਤਾਂ ਜਲ ਪੀ ਕੇ ਇਹ ਸਾਰੀ ਧਰਤੀ ਨੂੰ ਮੈਂ ਪ੍ਰਗਟ ਕੀਤਾ ਸੀ, ਕਿਉਂਕਿ ਡੁੱਬ ਗਈ ਸੀ ਨਾ, ਡਰਾਉਨ ਹੋ ਗਈ ਸੀ। ਹੋਈ ਹੁਤੀ ਨਗਨ ਜਬ ਅਵਨੀ, ਜਦੋਂ ਇਹ ਧਰਤੀ ਨੰਗੀ ਹੋ ਗਈ, ਮਤਲਬ ਉਹ ਪਾਣੀ ਤੋਂ ਬਾਹਰ ਆ ਗਈ, ਰਚੀ ਪ੍ਰਜਾ ਤਬ ਬਹੁ ਬਿਦ ਰਵਨੀ, ਕਹਿਣ ਲੱਗੇ ਮੈਂ ਫਿਰ ਉਸ ਵੇਲੇ ਪ੍ਰਜਾ ਰਚੀ ਸੀ, ਉਸ ਵੇਲੇ ਇਹ
ਦੁਨੀਆ ਦੇ ਉੱਤੇ ਪੈਦਾਇਸ਼ ਬਣਾਈ ਸੀ, ਜਿੱਥੇ ਦਰਖਤ, ਪਹਾੜ, ਬੰਦੇ, ਸਭ ਕੁਝ ਮੈਂ ਜਾਨਵਰ ਸਾਰੇ ਪੈਦਾ ਕੀਤੇ। ਅਪਰਮਾਨ ਜਲ ਬਦਿਓ ਬਹੋਰੀ। ਕਹਿਣਗੇ ਬੇਅੰਦਾਜ਼ਾ ਫਿਰ ਕੀ ਹੋਇਆ, ਫਿਰ ਦੁਨੀਆ ਖਤਮ ਹੋਈ, ਫਿਰ ਬੇਅੰਦਾਜ਼ਾ ਅਨਐਸਟੀਮੇਟਡ ਜਿਹੜਾ ਅਨਪ੍ਰੈਡਿਕਟਡ ਜਿਹੜਾ ਪਾਣੀ ਸੀਗਾ ਉਹ ਚੜ ਕੇ ਆ ਗਿਆ ਜੀ, ਉਹਨੇ ਫਿਰ ਧਰਤੀ ਨੂੰ ਡੁਬੋ ਦਿੱਤਾ, ਫਿਰ ਪਰਲੋ ਆ ਗਈ। ਸਗਰੀ ਧਰਨ ਲੀਨ ਅਬ ਬੋਰੀ। ਹੁਣ ਦੇਖੋ ਸਾਰੀ ਧਰਤੀ ਡੁੱਬੀ ਹੋਈ ਹੈ ਪਾਣੀ ਵਿੱਚ। ਕਿਸ ਪ੍ਰਕਾਰ ਇਸ ਵਹਿਰ ਟਿਕਾਉ। ਹੁਣ ਮੈਂ ਇਹਨੂੰ ਬਾਹਰ ਕਿਵੇਂ ਟਿਕਾਵਾਂ, ਮੈਂ ਕਿਵੇਂ ਟਿਕਾਵਾਂ ਇਹ ਜਿਹੜੀ ਧਰਤੀ ਤੋਂ ਮੈਂ ਪਾਣੀ ਨੂੰ ਕਿਵੇਂ ਥੱਲੇ ਕਰ, ਜੋ ਅੱਜ ਵੀ ਆਪਾਂ ਮੰਨਦੇ ਹਾਂ ਨਾ ਪਾਣੀ ਜ਼ਿਆਦਾ ਧਰਤੀ ਥੋੜੀ ਹੈ, ਅੱਜ ਵੀ ਆਪਾਂ ਮੰਨਦੇ ਹਾਂ। ਇਸੇ ਪ੍ਰਕਾਰ ਹੁਣ ਜਿਹੜਾ ਬਰਮਾ ਕਹਿੰਦਾ ਹੁਣ ਮੈਂ ਧਰਤੀ ਨੂੰ ਕਿਵੇਂ ਪ੍ਰਗਟ ਕਰਾਂ, ਨਾਨਾ ਬਿਦਖੀ ਰਚਨ ਰਚਾਉ। ਫਿਰ ਜਿਹੜਾ ਹੈ ਜਿਹਦੇ ਕਰਕੇ ਮੈਂ ਧਰਤੀ ਨੂੰ ਪ੍ਰਗਟ ਕਰਕੇ ਉਹਦੇ ਤੇ ਫਿਰ ਮੈਂ ਬਹੁਤ ਤਰ੍ਹਾਂ ਦੀ ਰਚਨਾ ਨੂੰ ਰਚਾਂ। ਨਾਭ ਕਮਲ ਤੇ ਜਨਮ ਭਇਓ ਜਬ। ਕਹਿੰਦੇ ਕਿ ਜਦੋਂ ਮੇਰਾ ਜਨਮ ਹੋਇਆ ਨਾ ਨਾਭ ਤੋਂ, ਨਾਭ ਕਮਲ ਦੀ ਨਾਭ ਤੋਂ ਮੇਰਾ ਜਨਮ ਹੋਇਆ, ਬਰਮਾ ਕਹਿੰਦਾ ਜਗਤ ਰਚਨ ਪ੍ਰਭ ਆਏ ਸਦੀ ਤਬ। ਮੈਨੂੰ ਪੈਦਾ ਕਿਉਂ ਕੀਤਾ ਪਰਮਾਤਮਾ ਨੇ, ਕਹਿੰਦਾ ਮੈਨੂੰ ਇੱਕੋ ਹੀ ਆਗਿਆ ਵੀ ਤੂੰ ਇਹ ਸੰਸਾਰ ਦੀ ਰਚਨਾ ਕਰਨੀ ਹੈ। ਨਹਿ ਮੋਹ ਤੇ ਅਬ ਹੋਤ ਉਪਾਈ। ਹੁਣ ਮੇਰੇ ਤੋਂ ਉਪਾਅ ਨਹੀਂ ਹੋ ਰਿਹਾ, ਮੈਂ ਹੁਣ ਕੀ ਕਰਾਂ, ਮੈਂ ਕਿਵੇਂ ਇਹ ਧਰਤੀ ਨੂੰ ਬਾਹਰ ਕੱਢਾਂ, ਕਿਵੇਂ ਪਾਣੀ ਨੂੰ ਸੁਕਾਵਾਂ। ਕਰਹਿ ਆਪ ਜਗਦੀਸ਼ ਸਹਾਈ। ਕਹਿਣਗੇ ਇਸ ਕਰਕੇ ਉਹਨੇ ਬੇਨਤੀ ਕੀਤੀ, ਹੇ ਜਗਤ ਦੇ ਈਸ਼ਵਰ ਤੁਸੀਂ ਆਪੇ ਹੀ ਕਿਰਪਾ ਕਰੋ, ਆਪੇ ਕਿਰਪਾ ਕਰਕੇ ਇਹ ਜਿਹੜਾ ਮੇਤੋਂ ਕਾਰਜ ਕਰਾ ਲਓ, ਤਾਂ ਆਪੇ ਕਰ ਲਓ ਇਹ ਕਾਰਜ ਹੁਣ। ਦੋਹਰਾ ਚਿੰਤਤ ਭਇਓ ਵਿਸਾਲ ਜਬ ਹੋਤੇ ਜੋ ਨਾਸਨ ਛੇਕ। ਕਹਿੰਦੇ ਉਹ ਚਿੰਤਤ ਕਹਿਣ ਲੱਗੇ ਉਸ ਵੇਲੇ ਮੈਂ ਸੋਚਦਾ ਰਿਹਾ, ਮੈਂ ਬਹੁਤ ਸੋਚਣੀ ਸੋਚੀ ਕਿ ਹੁਤੇ ਨਾਸਕ ਛੇਕ। ਕਹਿਣਗੇ ਉਸ ਵੇਲੇ ਬਰਮਾ ਦੇ ਨੱਕ ਦੇ ਵਿੱਚੋਂ, ਕਹਿੰਦੇ ਉਸ ਵੇਲੇ ਨਾਸਕਾਂ ਦੇ ਵਿੱਚੋਂ, ਨਾਸਕਾਂ ਦੀਆਂ ਜਿਹੜੀਆਂ ਗਲੀਆਂ ਹਨ ਉਹਨਾਂ ਦੇ ਵਿੱਚੋਂ ਕੀ ਨਿਕਲਿਆ। ਤਿਨ ਕੇ ਪ੍ਰਗਟ ਬਰਾਹ ਭੇ ਜੇ ਜਗ ਧਰਨੀ ਟੇਕ। ਦੇਖੋ ਬਰਮਾ ਉਸ ਵੇਲੇ ਪੂਜਾ ਕਰ ਰਿਹਾ ਪਰਮਾਤਮਾ ਦੀ, ਤੇ ਉਹਦੇ ਨੱਕ ਦੇ ਵਿੱਚੋਂ ਜਿਹੜਾ ਹਨ ਪ੍ਰਗਟ ਹੋਏ ਵਰਾ, ਵਰਾ ਹੁੰਦੇ ਪਿਕਸ, ਬੇਬੀ ਪਿਕਸ। ਸੋ ਬੇਬੀ ਪਿਕਸ ਜਿਹੜੀਆਂ ਹਨ ਉਹਦੇ ਜਿਹੜੀਆਂ ਨੱਕ ਤੋਂ ਡਿੱਗ ਕੇ ਉਹ ਪੈਦਾ ਹੋਈਆਂ। ਸੋ ਇਹ ਬੇਬੀ ਪਿਕਸ ਆਈਆਂ ਜੀ, ਸੋ ਉਹਨਾਂ ਦੀ ਪੈਦਾਇਸ਼ ਹੋਈ, ਉਹਨਾਂ ਨੂੰ ਪਰਮਾਤਮਾ ਨੇ ਕ੍ਰੀਏਟ ਕੀਤਾ। ਹੁਣ ਦੇਖੋ ਨਾ ਇਹ ਜਿਹੜੇ ਸੰਸਾਰ ਹੈ, ਦੇਖੋ ਬਰਮਾ ਨੂੰ ਵੀ ਪਰਮਾਤਮਾ ਦੇ ਅੱਗੇ ਪੂਜਾ ਅਰਦਾਸ ਕਰਨੀ ਪਈ ਕਿ ਧਰਤੀ ਬਣਾਓ, ਇਹ ਸੰਸਾਰ ਬਣਾਓ। ਇਸ ਕਰਕੇ ਜਿਹੜਾ ਹੈ ਪਰਮਾਤਮਾ ਦੀ ਜਿਹੜਾ ਹੈ ਆਪਾਂ ਕਹਿੰਦੇ ਆਦ ਸੱਚ, ਆਦ ਸੱਚ ਇਸ ਕਰਕੇ ਹੈ ਕਿਉਂਕਿ ਆਦ ਸਮੇਂ ਤੋਂ ਪਹਿਲਾਂ ਦਾ ਹੈ। ਸੋ ਇਸ ਕਰਕੇ ਉਹਦੀ ਪੂਜਾ ਤਿੰਨੇ ਦੇਵਤੇ ਵੀ ਕਰਦੇ ਹਨ। ਚੌਪੇ ਨਿਕਸੇ ਪ੍ਰਥਮ ਅੰਗੁਸਤ ਸਮਾਨਾ। ਦੇਖੋ ਉਹ ਬੇਬੀ ਪਿਕਸ ਜਦੋਂ ਹੋਏ ਨੱਕ ਤੋਂ ਡਿੱਗੇ ਤਾਂ ਉਹ ਇੱਕ ਜਿਹੜਾ ਹਨ ਇੱਕ ਆਪਣੇ ਉਂਗਲ ਜਾਂ ਗੁੱਠੇ ਜਿੰਨੇ ਸੀਗੇ, ਉਹਨਾਂ ਦਾ ਆਕਾਰ ਇੱਕ ਗੁੱਠੇ ਜਿੰਨਾ ਸੀ, ਛੋਟੇ ਸੀਗੇ। ਛੱਡ ਆਕਾਸ਼ ਮਹਿ ਬਦੇ ਮਹਾਨਾ। ਤੇ ਜਦੋਂ ਉਹ ਬੇਬੀ ਪਿਕਸ ਉੱਡ ਕੇ ਆਕਾਸ਼ ਵੱਲ ਗਏ ਉਹ ਵੱਡੇ ਹੋ ਗਏ, ਉਹਨਾਂ ਦਾ ਸਰੀਰ ਵੱਡਾ ਹੋ ਗਿਆ। ਅਚਰਜ ਭਏ ਦੇਖ ਸੁਰ ਸਾਰੇ। ਕਹਿਣ ਲੱਗੇ ਉਹਨਾਂ ਨੂੰ ਦੇਖ ਕਰਕੇ ਜਿਹੜੇ ਦੇਵਤੇ ਸਨ ਉਹ ਬੜੇ ਹੈਰਾਨ ਹੋਏ। ਲੱਖ ਹਰਿ ਜੈ ਜੈ ਸ਼ਬਦ ਉਚਾਰੇ। ਉਹਨਾਂ ਨੇ ਵਿਸ਼ਨੂੰ ਨੂੰ ਜਾਣਿਆ ਵੀ ਵਿਸ਼ਨੂੰ ਨੇ ਆਪਣਾ ਆਕਾਰ ਧਾਰਿਆ, ਹੁਣ ਇੱਕ ਪਿਗ ਜਾਂ ਜਿਹੜੀ ਹੈ ਇੱਕ ਸੂਰ ਦੇ ਅਵਤਾਰ ਵਿੱਚ ਜਿਹੜੇ ਹਨ, ਹੁਣ ਵਿਸ਼ਨੂੰ ਸੂਰ ਬਣ ਕੇ ਆਇਆ ਸੰਸਾਰ ਨੂੰ ਪ੍ਰਗਟ ਕਰਨ ਵਾਸਤੇ। ਸੋ ਉਹਨਾਂ ਨੇ ਜਾਣਿਆ ਤੇ ਉਹ ਬੜੇ ਖੁਸ਼ ਹੋਏ ਦੇਵਤੇ ਸਾਰੇ। ਘੁਰ ਘੁਰ ਮੁਖ ਤੇ ਕਰ ਤੇ ਕਾਲਾ। ਕਹਿਣ ਲੱਗੇ ਜਿਵੇਂ ਸੂਰੀਆਂ ਕਰਦੀਆਂ ਹੁੰਦੀਆਂ, ਪਿਕਸ ਜਿਹੜਾ ਕਰਦੀਆਂ ਹੁੰਦੀਆਂ ਘੁਰ 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 ਕਰਦੇ, ਉਵੇਂ ਘੁਰ ਘੁਰ ਕਰਦੇ ਜਾਣ ਇਹ ਸਾਰੇ। ਸੁੰਗਤ ਸੂਕਰ ਸਰਸ ਕਿਰਪਾਲਾ। ਕਹਿਣਗੇ ਸੁੰਗਤ, ਹੁਣ ਜਿਵੇਂ ਸੂਰ ਦਾ ਦੇਖੋ ਇੱਕ ਸੂਰ ਦਾ ਜਿਹੜਾ ਹੈ ਕੈਰੈਕਟਰਿਸਟਿਕਸ ਹੈ। ਹੁਣ ਸੂਰ ਦੇ ਕੈਰੈਕਟਰਿਸਟਿਕ ਕਿਉਂਕਿ ਉਹ ਕੰਮ ਇੱਕ ਸੂਰ ਦਾ ਹੀ ਸੀ, ਇਸ ਕਰਕੇ ਸੂਰ ਦਾ ਅਵਤਾਰ ਧਾਰਨ ਕੀਤਾ। ਸੋ ਉੱਥੇ ਕਹਿੰਦੇ ਹੁਣ ਸੂਰ ਜਿਹੜਾ ਹੁੰਦਾ ਉਹ ਕੀ ਕਰਦਾ, ਉਹ ਸੁੰਘਦਾ ਹੈ, ਸੁੰਘਦਾ ਤੇ ਕਹਿੰਦੇ ਉਹ ਜਿਹੜਾ ਹੈ ਫਿਰ ਸਰਸ ਕਿਰਪਾਲਾ, ਉਹਦੇ ਜਿਹੜੇ ਨੌ ਹੁੰਦੇ ਹਨ, ਉਜਲ ਰਦਨ ਚੰਦਰਮਾ ਨਿਆਈ। ਦੰਦ ਉਹਦੇ ਚਿੱਟੇ ਹੁੰਦੇ ਹਨ ਤੇ ਕਹਿੰਦੇ ਚੰਦਰਮਾ ਦੀ ਤਰ੍ਹਾਂ ਉਹਦਾ ਜੇ ਦੰਦ ਬਹੁਤ ਸੋਹਣੇ ਚਿੱਟੇ ਹੋਇਆ ਕਰਦੇ ਹਨ। ਪੂਛ ਬਾਲ ਵੱਡ ਊਚ ਉਠਾਈ। ਕਹਿਣਗੇ ਪੂੰਛ ਦੇ ਵਾਲ ਉਹਦੇ ਉੱਤੇ ਨੂੰ ਖੜੇ ਹੁੰਦੇ ਹਨ, ਪੂੰਛ ਵੱਲ। ਰੋਮ ਸਕੰਦ ਕਠਨ ਝਵਰਾਏ। ਤੇ ਉਹਦੇ ਰੋਮ ਜਿਹੜੇ ਮੋਢੇ ਤੇ ਉਹਦੇ ਰੋਮ ਹੁੰਦੇ ਹਨ, ਸੋ ਰੋਮ ਉਹਦੇ ਮੋਢੇ ਤੇ ਜਿਹੜੇ ਕਠਨ ਬਹੁਤ ਸਟਰੋਂਗ ਹੁੰਦੇ ਹਨ, ਜਿਹੜੇ ਖੁੱਬਦੇ ਹਨ, ਜੇ ਟੱਚ ਕਰੀਏ ਤਾਂ ਉਹ ਖੁੱਬਦੇ ਹਨ, ਉਹ ਪੀਸ ਕਰਦੇ ਹਨ। ਮੇਘ ਖੁਰਨ ਸੋ ਸਭ ਬਿਲ ਗਾਏ। ਤੇ ਇਹ ਜਿਹੜੇ ਹਨ ਜਿਹੜੇ ਹਨ ਇਹ ਸੂਰੀਆਂ ਜਿਹੜੀਆਂ ਹੁਣ ਆਪਣੇ ਗਰਦਨ ਹਿਲਾਉਂਦੀਆਂ ਉਹ ਸਾਰੇ ਨਾਲ ਹਿਲਦੇ ਹਨ। ਕਹਿੰਦੇ ਮੇਘ ਖੁਰਨ ਸੋ ਸਭ ਬਿਲ ਲਾਵੇ। ਉਹਨਾਂ ਨੇ ਕੀ ਕੀਤਾ, ਉੱਤੇ ਆਕਾਸ਼ ਵੱਲ ਚੜ ਕੇ, ਕਿਉਂਕਿ ਧਰਤੀ ਪਾਣੀ ਪਾਣੀ ਹੋਈ ਪਈ ਆ, ਕਹਿੰਦੇ ਬੱਦਲ ਜਿਹੜੇ ਸਨ ਨਾ ਉਹ ਆਈਸ ਦੀ ਤਰ੍ਹਾਂ ਜਿਹੜੇ ਹਨ ਉਹ ਜਿਹੜੇ ਹਨ ਸੋਲਿਡ ਹੋ ਗਏ ਸਨ, ਉਹ ਸਾਰੇ ਬੱਦਲ ਜੰਮ ਗਏ ਸਨ ਕਿਉਂਕਿ ਉੱਥੇ ਠੰਡ ਬਹੁਤ ਹੋ ਗਈ। ਸੋ ਸਾਰੇ ਬੱਦਲ ਜਿਹੜੇ ਹਨ ਜੰਮ ਗਏ ਸਨ, ਮਾਨੋ ਕਿ ਉਹ ਸੱਚ ਜਿਹੜਾ ਹੈ ਇੱਕ ਜਿਹੜਾ ਹੈ ਪਾਣੀ ਦਾ ਹੀ ਰੂਪ ਜਿਹੜਾ ਕਿ ਆਈਸ ਬਣਿਆ ਹੋਇਆ ਸੀ ਪੂਰਾ। ਸੋ ਕਹਿੰਦੇ ਉਹਨਾਂ ਨੇ ਕੀ ਕੀਤਾ, ਉੱਤੇ ਚੜ ਕੇ ਆਪਣੇ ਖੁਰਾਂ ਨੌਹਾਂ ਦੇ ਨਾਲ ਉਹਨੂੰ ਖੁਰਚਣਾ ਕੀਤਾ। ਜਿਹੜੇ ਸੋਲਿਡ ਬਣੇ ਹੋਏ ਬੱਦਲ ਸਨ,
ਜੋ ਕਲਾਊਡ ਸਨ। ਦੇਖਤ ਸਰਬ ਦੇਵਤਨ ਤਬ ਹੀ ਸੋ ਦੇਵਤੇ ਦੇਖ ਰਹੇ ਹਨ ਵੀ ਇਹ ਕੀ ਕਰ ਰਹੇ ਹਨ। ਸ੍ਰੀ ਬਰਾਹ ਪਰਵੇਸ਼ ਜਲ ਜਬ ਹੀ ਸੋ ਫਿਰ ਕੀ ਹੋਇਆ, ਇਹ ਵਰਾਹ ਜਿਹੜੇ ਸੀਗੇ ਇਹਨਾਂ ਨੇ ਉਹ ਸਾਰੇ ਜਿਹੜੇ ਆਪਣੇ ਬੱਦਲਾਂ ਨੂੰ ਖੁਰ ਕੇ ਉਹਨਾਂ ਨੂੰ ਜਿਹੜਾ ਹੈ ਲਿਕੁਇਡਫਾਈਡ ਕਰਕੇ ਜਾਂ ਉਹਨਾਂ ਨੂੰ ਮਿਸ਼ਤ ਰੂਪ ਬਣਾ ਕੇ ਫਿਰ ਉਹ ਪਾਣੀ ਵਿੱਚ ਵੜ ਗਏ ਜੀ। ਸਾਰੇ ਉਹ ਪਾਣੀ ਵਿੱਚ ਗਏ ਜੀ। ਅਹਰਨ ਸਮਝੇ ਅੰਗ ਕਠੋਰਾ ਕਹਿਣ ਲੱਗੇ ਉਹਨਾਂ ਦਾ ਜਿਹੜਾ ਸਰੀਰ ਸੀਗਾ ਅਹਰਨ ਵਰਗਾ, ਜਿੱਥੇ ਲੋਹਾ ਰੱਖ ਕੇ ਕੁੱਟੀ ਦਾ ਹੈ। ਸੋ ਉਹ ਜਿਹੜਾ ਉਹਨੂੰ ਕੀ ਕਹਿੰਦੇ, ਐਨਵਿਲ। ਸੋ ਜਿਹੜਾ ਐਨਵਿਲ ਹੁੰਦਾ ਹੈ, ਸੋ ਐਨਵਿਲ ਜਿਹੜਾ ਹੈ ਉਹ ਅਹਰਨ ਵਰਗਾ, ਉਹਨਾਂ ਦਾ ਸਰੀਰ ਤਕੜਾ ਕਠੋਰ ਹੈ, ਸੋਲਿਡ ਹੈ। ਮਨੋ ਜਲਦ ਕੀ ਕੁੱਖਿਆਨ ਫੋਰਾ ਦੇਖੋ ਮਨੋ ਕਹਿੰਦੇ ਸਮੁੰਦਰ ਦੀਆਂ ਉਹਨਾਂ ਨੇ ਜਿਹੜੀਆਂ ਹਨ ਜਲਦ ਕੀ ਕੁਰਖਨ ਫੋਰਾ, ਉਹਨਾਂ ਨੇ ਉਹਨਾਂ ਦੇ ਵੱਖੀਆਂ ਤੋੜਤੀਆਂ ਜੀ ਸਮੁੰਦਰ ਦੀਆਂ, ਅੰਦਰ ਵੜ ਕੇ ਉਹਨਾਂ ਨੇ ਹਲਚਲ ਮਚਾ ਦਿੱਤੀ। ਸਰਬਵਾਰ ਕੋ ਦੀਨ ਬੇਦਾਰੀ ਦੇਖੋ ਸਰਬਵਾਰ ਕੋ ਸਾਰੇ ਪਾਣੀ ਨੂੰ ਉਹਨਾਂ ਨੇ ਦੂਰ ਕੀਤਾ। ਉਹ ਕਿਵੇਂ ਕੀਤਾ, ਉਹਨਾਂ ਨੇ ਪਾਣੀ ਨੂੰ ਹਿਲਾਉਣਾ ਸ਼ੁਰੂ ਕਰਤਾ, ਜਿਵੇਂ ਗ੍ਰਾਈਂਡ ਨਹੀਂ ਕਰੀਦਾ। ਉਹਨਾਂ ਨੇ ਉਹ ਗ੍ਰਾਈਂਡ ਕਰਕੇ ਉਹਦੇ ਮੋਲੀਕੂਲਸ ਕਰਕੇ ਪਹਿਲਾਂ ਬੱਦਲ ਖੋਰੇ ਤੇ ਫਿਰ ਕੀ ਹੋਇਆ, ਬੱਦਲਾਂ ਨੇ ਇਹ ਪਾਣੀ ਨੂੰ ਆਪਣੇ ਵਿੱਚ ਖਿੱਚ ਲਿਆ। ਸੋ ਉਹ ਜਿਹੜਾ ਐਬਜ਼ੌਰਪਸ਼ਨ ਹੋਇਆ, ਜਿਹੜਾ ਅੱਜ ਵੀ ਹੁੰਦਾ ਹੈ, ਉਹ ਪਾਣੀ ਨੂੰ ਮੋਲੀਕੂਲ ਰੂਪ ਬਣਾ ਕੇ ਉਹਨੂੰ ਜਿਹੜਾ ਉੱਤੇ ਭੇਜ ਦਿੱਤਾ, ਉਹ ਬੱਦਲਾਂ ਨੇ ਉੱਤੋਂ ਖਿੱਚ ਲਿਆ। ਸੋ ਉਹਨਾਂ ਦੇ ਖਿੱਚਣ ਕਰਕੇ ਉਹ ਪਾਣੀ ਜਿਹੜਾ ਥੱਲੇ ਸੀ ਉਹ ਘਟਣ ਲੱਗ ਗਿਆ। ਸੋ ਘਟ ਕੇ ਉਹ ਪਾਣੀ ਉੱਤੇ ਚਲਿਆ ਗਿਆ। ਫਿਰ ਗਏ ਰਸਾਤਲ ਥਾਨ ਮਝਾਰੀ ਕਹਿਣ ਲੱਗੇ ਫਿਰ ਉਹਨਾਂ ਨੇ ਕੀ ਕੀਤਾ, ਇਹ ਕੰਮ ਕਰਕੇ ਉਹ ਰਸਾਤਲ ਵਿੱਚ ਗਏ, ਪਤਾਲ ਵਿੱਚ ਚਲੇ ਗਏ, ਥੱਲੇ ਅੰਡਰਵਰਲਡ ਚਲੇ ਗਏ। ਪੂਰਬ ਜਹ ਸੋਵਨ ਕੀ ਥਾਈ ਪੂਰਬ ਜਹ ਸੋਵਨ ਕੀ ਥਾਈ, ਜਿੱਥੇ ਵਿਸ਼ਨੂੰ ਸੋਇਆ ਕਰਦਾ ਸੀਗਾ। ਹੁਣ ਵਿਸ਼ਨੂੰ ਦਾ ਜਿਹੜਾ ਸਥਾਨ ਮੰਨਿਆ ਪਤਾਲ ਦੇ ਵਿੱਚ ਹੈ, ਜਿਹੜਾ 7ਵੇਂ ਪਤਾਲ ਵਿੱਚ ਉਹ ਬਹਿੰਦਾ ਹੈ। ਉਹ ਬਹਿ ਕੇ ਜਿਹੜਾ ਹੈ ਉਹ ਆਪਣੇ ਸ਼ੇਸ਼ ਨਾਗ ਦੀ ਕੁੰਡਲ ਉੱਤੇ ਬਹਿੰਦਾ ਹੈ। ਕਹਿੰਦੇ ਉੱਥੇ ਪਹੁੰਚ ਗਏ। ਸੋ ਕਹਿੰਦੇ ਵਿਸ਼ਨੂੰ ਆਪਣੇ ਅਸਥਾਨ ਤੇ ਪਹੁੰਚ ਗਿਆ ਵਰਾ ਰੂਪ ਹੋ ਕੇ। ਤਹਤੇ ਧਰਨੀ ਲੀਨ ਉਠਾਈ ਉਹਨਾਂ ਨੇ ਕੀ ਕੀਤਾ, ਉਹ ਵਰਾ ਰੂਪ ਹੋ ਕੇ ਵਿਸ਼ਨੂੰ ਨੇ ਆਪਣੇ ਅਸਥਾਨ ਤੇ ਜਾ ਕੇ ਉਹ ਜਿਹੜੀ ਧਰਤੀ ਡੁੱਬੀ ਹੋਈ ਸੀ ਉਹਨੂੰ ਆਪਣੇ ਸਿੰਗਾਂ ਤੇ ਚੁੱਕ ਲਿਆ। ਗਵਨੇ ਤਬ ਦੰਤਨ ਪਰ ਧਾਰੀ ਆਪਣੇ ਦੰਦਾਂ ਤੇ ਧਰ ਕੇ ਉੱਤੇ ਨੂੰ ਚੱਕਣ ਲੱਗਿਆ, ਉੱਤੇ ਨੂੰ ਆ ਰਿਹਾ ਸੀ। ਸ੍ਰੀ ਬਲਵੰਤ ਲਸੇ ਛਬ ਭਾਰੀ ਸ੍ਰੀ ਬਲਵੰਤ ਲਸੇ ਸਭ ਝਾਰੀ, ਕਹਿਣ ਲੱਗੇ ਸ੍ਰੀ ਬਲਵੰਤ, ਸ੍ਰੀ ਜੋ ਮਾਇਆ ਦਾ ਪਤੀ ਅੱਜ ਬਲਵੰਤ ਇੱਕ ਤਾਕਤਵਰ ਸੂਰ ਦਾ ਰੂਪ ਅਵਤਾਰ ਧਾਰ ਕੇ ਬੜਾ ਸ਼ੋਭਾ ਪਾ ਰਿਹਾ ਹੈ। ਹਿਰਨ ਨਾਚ ਬਹੁਨ ਕੋ ਪ੍ਰੇਰਾ ਕਹਿਣ ਲੱਗੇ ਤੈਂ ਹਿਰਨਾਚ, ਕਹਿਣ ਲੱਗੇ ਇਧਰੋਂ ਵਰੁਣ ਦੇਵਤੇ ਨੇ, ਜਿਵੇਂ ਆਪ ਜੀ ਨੇ ਪਿੱਛੇ ਸੁਣਿਆ, ਵਰੁਣ ਦੇਵਤੇ ਨੇ ਹਿਰਨਾਕਸ਼ ਨੂੰ ਜਿਹੜਾ ਹੈ ਉਹਨੂੰ ਜਿਹੜਾ ਪ੍ਰੇਰਨਾ ਕੀਤੀ, ਜੇ ਤੂੰ ਲੜਾਈ ਕਰਨੀ ਤਾਂ ਵਿਸ਼ਨੂੰ ਨਾਲ ਕਰ ਜਾ ਕੇ। ਮਿਲਿਓ ਪੰਥ ਮਹਿ ਗਰਭ ਕਨੇਰਾ ਉਹ ਇਧਰੋਂ ਤੁਰਿਆ ਆ ਰਿਹਾ ਸੀ ਤੇ ਰਸਤੇ ਦੇ ਵਿੱਚ ਮਿਲ ਪਿਆ ਜੀ ਵਰੁਣ ਦੇਵ ਜਿਹੜਾ ਹਨ ਆਪਣੇ ਜਿਹੜਾ ਹਨ ਵਰਾ ਅਵਤਾਰ ਨੂੰ। ਵਰਾ ਅਵਤਾਰ ਦੇ ਸਿੰਗਾਂ ਦੇ ਉੱਤੇ ਜਿਹੜਾ ਜਿਵੇਂ ਵਾਈਲਡ ਬੋ ਹੁੰਦੀ ਹੈ ਨਾ, ਸਿੰਘ ਹੁੰਦੇ ਨੇ। ਸੋ ਉਹ ਆਪਣੇ ਸਿੰਗਾਂ ਦੇ ਉੱਤੇ ਉਹਨੇ ਦੰਦ ਹੁੰਦੇ ਹਨ। ਸੋ ਉਹਦੇ ਜਿਹੜੇ ਦੰਦਾਂ ਦੇ ਉੱਤੇ ਉਹਨੇ ਧਰਤੀ ਚੁੱਕੀ ਹੋਈ ਹੈ। ਸੋ ਉਹ ਧਰਤੀ ਚੁੱਕ ਕੇ ਮੂੰਹ ਨੂੰ ਉੱਤੇ ਨੂੰ ਕਰਕੇ ਉਹ ਉੱਤੇ ਨੂੰ ਆ ਰਿਹਾ ਤੇ ਇਧਰੋਂ ਇਹ ਜਿਹੜਾ ਸੀਗਾ ਹਿਰਨ ਯਕਸ਼ ਇਹ ਥੱਲੇ ਨੂੰ ਆ ਰਿਹਾ ਹੈ। ਸੋ ਰਸਤੇ ਵਿੱਚ ਮਿਲ ਪਏ ਜੀ। ਅਗਰ ਦੰਤ ਧਰਨੀ ਧਰ ਆਵਤ ਸੋ ਅਗਰ ਦੰਤ ਆਪਣੇ ਦੰਦਾਂ ਤੇ ਉਹ ਧਰਤੀ ਨੂੰ ਟਕਾ ਕੇ ਜਿਹੜਾ ਵਰਾ ਦੇਵਤਾ ਜਿਹੜਾ ਵਰਾ ਅਵਤਾਰ ਹੈ ਉਹ ਆ ਰਿਹਾ ਸੀ। ਬਲੀ ਦੁਰਦ ਜਿਉ ਸੋਭ ਵਢਾਵਤ ਕਹਿਣ ਲੱਗੇ ਬਲੀ ਦੁਰਦ, ਕਹਿਣ ਲੱਗੇ ਉਹਦਾ ਜਿਹੜਾ ਹਾਥੀ ਵਰਗੇ ਵਧਾਏ ਹੋਏ ਦੰਦ ਜਿਹੜੇ ਸਨ ਬੜੇ ਸੁੰਦਰ ਲੱਗਦੇ ਸਨ। ਉਹਨੇ ਸਾਰੀ ਧਰਤੀ ਨੂੰ ਆਪਣੇ ਉੱਤੇ ਟਿਕਾਇਆ ਹੋਇਆ ਸੀ। ਦੇਖ ਦੈਂਤ ਕੇ ਸਰੋਨਤ ਨੈਣਾ ਕਹਿਣ ਲੱਗੇ ਇਹ ਦੇਖ ਕਰਕੇ ਜਿਹੜਾ ਹਿਰਨ ਯਕਸ਼ ਹੈ ਇਹਨੇ ਜਦੋਂ ਇਹ ਦੇਖਿਆ ਇਹਦੇ ਅੱਖਾਂ ਲਾਲ ਹੋ ਗਈਆਂ, ਦੇਖ ਕੇ ਗੁੱਸਾ ਆਇਆ। ਮੁਖ ਤੇ ਬਹੁ ਬੋਲਤ ਦੁਰਬੈਨਾ ਬਹੁਤ ਪੁੱਠੇ ਸਿੱਧੇ ਇਹਨੇ ਗੱਲਾਂ ਕੀਤੀਆਂ ਉਸ ਵੇਲੇ ਹਿਰਨ ਯਕਸ਼ ਨੇ। ਹਮਹਿ ਰਸਾਤਲ ਬਿਦ ਦੇ ਸਾਰੋ ਹਾਂ ਕਹਿਣ ਲੱਗੇ ਹਮੈ ਰਸਾਤਲ, ਕਹਿਣ ਲੱਗੇ ਸਾਨੂੰ ਜਿਹੜਾ ਹੈ ਰਸਾਤਲ ਪਤਾਲ ਕਹਿਣਗੇ ਬਿਦ ਦੀਏ ਸਾਰੋ, ਕਹਿਣਗੇ ਜਿਹੜਾ ਸਵਰਗ ਲੋਕ ਹੈ ਉਹ ਤਾਂ ਦੇਵਤਿਆਂ ਨੂੰ ਦੇ ਦਿੱਤਾ ਤੇ ਰਸਾਤਲ ਜਿਹੜਾ ਹੈ ਅੰਡਰਵਰਲਡ ਹੈ ਉਹ ਸਾਨੂੰ ਦਿੱਤੀ ਹੈ। ਹਾਂਜੀ ਸਾਨੂੰ ਜਿਹੜਾ ਹੈ ਮਾੜਾ ਦਿੱਤਾ, ਉਹਨਾਂ ਨੂੰ ਚੰਗਾ ਦਿੱਤਾ ਹੈ। ਅੱਜ ਛਿਤ ਕੋ ਨਤ ਅਬ ਤੁਝ ਮਾਰੋ, ਕਹਿਣ ਲੱਗੇ ਇਸ ਕਰਕੇ ਧਰਤੀ ਨੂੰ ਤੂੰ ਛੱਡ ਦੇ, ਕਿਉਂਕਿ ਧਰਤੀ ਤੇ ਮੈਂ ਦਿਗ ਵਿਜੇ ਹਾਂ, ਮੈਂ ਧਰਤੀ ਜਿੱਤੀ ਹੈ, ਇਸ ਕਰਕੇ ਤੂੰ ਧਰਤੀ ਛੱਡ ਦੇ, ਨਹੀਂ ਤਾਂ ਮੈਂ ਤੈਨੂੰ ਮਾਰਾਂਗਾ। ਹੁਣ ਇਹ ਹਿਰਨ ਯਕਸ਼ ਉਹ ਵਰਾ ਅਵਤਾਰ ਜੋ ਵਿਸ਼ਨੂੰ ਦਾ ਅਵਤਾਰ ਉਹਨੂੰ ਕਹਿੰਦਾ ਅਸ ਕਹਿ ਲੈ ਕਰ ਗਦਾ ਚਲਾਈ। ਕਹਿਣ ਲੱਗੇ ਅਸ ਕਹਿ, ਹਿਰਨ ਯਕਸ਼ ਨੇ ਕੀ ਕੀਤਾ, ਇਹ ਕਹਿ ਕੇ ਆਪਣਾ ਗਦਾ ਉਹਦੇ ਹੱਥ ਵਿੱਚ ਸੀ, ਉਹਨੇ ਚੱਕ ਕੇ ਉਹਦਾ ਵਾਰ ਕੀਤਾ, ਮਾਰਨਾ ਕੀਤਾ। ਹਨ ਕਰ ਗਦਾ ਜੋ ਧਰਨ ਗਿਰਾਈ, ਕਹਿਣਗੇ ਉਹ ਇੰਨੀ ਜ਼ੋਰ ਦੀ ਉਹ ਗਦਾ ਚਲਾਇਆ ਕਿ ਧਰਤੀ ਜਿਹੜੀ ਹੈ
ਉਹ ਜਿਹੜਾ ਹੈ ਵਰਾ ਅਵਤਾਰ ਨੇ ਆਪਣੇ ਦੰਦਾਂ ਤੇ ਚੁੱਕੀ ਸੋ ਡਿੱਗ ਪਈ ਜੀ ਥੱਲੇ। ਨਭ ਮਹਿ ਠਾਡੇ ਦੇਵ ਬਿਲੋਕਤ। ਕਹਿਣਗੇ ਨਭ ਮੈਂ ਠਾਂਡੇ, ਆਕਾਸ਼ ਵਿੱਚ ਦੇਖਦੇ ਹਨ ਦੇਵਤੇ ਖੜੇ ਵੀ, ਦੇਖੋ ਕੀ ਹੋ ਰਿਹਾ ਹੈ ਹੁਣ। ਹਾਹਾਕਾਰ ਕਰਤ ਮਤ ਸੋਕਤ। ਸਾਰਿਆਂ ਦਾ ਜਿਹੜਾ ਹਾਹਾਕਾਰ ਮਚ ਰਹੀ ਹੈ ਉੱਥੇ, ਸਾਰੇ ਸ਼ੋਕਵਾਨ ਹੋ ਗਏ, ਦੁਖੀ ਹੋ ਗਏ। ਇਹ ਛਨ ਦੇਖ ਨਿਰਾਯੁਧ ਹਰ ਕੋ। ਕਹਿਣਗੇ ਤੇਸ਼ਨ ਦੇਖ, ਉਹਨਾਂ ਨੂੰ ਉਸ ਵੇਲੇ ਦੇਖ ਕੇ ਸ਼ਾਸਤਰ ਤੋਂ ਬਗੈਰ, ਹੁਣ ਦੇਖੋ ਜਿਹੜਾ ਵਰਾ ਅਵਤਾਰ ਸੀ ਨਾ, ਇਹਦੇ ਕੋਲ ਕੋਈ ਸ਼ਾਸਤਰ ਨਹੀਂ ਸੀਗਾ। ਸੋ ਹਿਰਨ ਯਕਸ਼ ਜਿਹੜਾ ਸੀਗਾ ਨਾ, ਇਹਨੇ ਕਿਹਾ ਵੀ ਮੈਂ ਆਪਣਾ ਸ਼ਾਸਤਰ ਮਾਰਿਆ, ਪਰ ਇਹਦੇ ਕੋਲ ਆਪ ਨੂੰ ਡਿਫੈਂਡ ਕਰਨ ਵਾਸਤੇ ਕੋਈ ਸ਼ਾਸਤਰ ਨਹੀਂ ਹੈ, ਇਹ ਵੈਪਨ ਇਹਦੇ ਕੋਲ ਹੈ ਨਹੀਂ, ਕੋਈ ਸ਼ਾਸਤਰ ਹੈ ਨਹੀਂ। ਇਸ ਕਰਕੇ ਹਿਰਨ ਯਕਸ਼ ਨੇ ਇਹ ਵਿਚਾਰ ਕੀਤੀ, ਕਰਿਓ ਨਾ ਦੈਤ ਵਾਰ ਨਿਜ ਕਰ ਕੋ। ਫਿਰ ਉਹਨੇ ਦੂਜੀ ਵਾਰੀ ਵਾਰ ਨਹੀਂ ਕੀਤਾ, ਕਹਿੰਦਾ ਵੀ ਇਹ ਤਾਂ ਨਿਹੱਥਾ ਹੈ, ਨਿਹੱਥੇ ਤੇ ਵਾਰ ਨਹੀਂ ਕਰਨਾ। ਹਿਰਨ ਯਕਸ਼ ਨੇ ਉਸ ਵੇਲੇ ਵਾਰ ਨਹੀਂ ਕੀਤਾ ਦੂਜੀ ਵਾਰ। ਧਰਮ ਯੁੱਧ ਕੋ ਹਿਰਦੇ ਵਿਚਾਰੀ। ਉਹਨੇ ਧਰਮ ਯੁੱਧ ਦਾ ਜੋ ਪ੍ਰਿੰਸੀਪਲ ਸਨ ਉਹ ਵਿਚਾਰੇ ਵੀ ਧਰਮ ਯੁੱਧ ਦੀ ਇਹ ਮਰਿਆਦਾ ਹੈ ਵੀ ਜਿਹੜੇ ਬੰਦੇ ਕੋਲ ਹਥਿਆਰ ਨਾ ਹੋਵੇ ਉਹਦੇ ਤੇ ਵਾਰ ਨਹੀਂ ਕਰਨਾ। ਰਹਿਓ ਠੰਡ ਤੇ ਥਾਨ ਅਗਾਰੀ। ਕਹਿਣਗੇ ਰਹਿਓ ਠਾਂਡ, ਉੱਥੇ ਖੜਾ ਰਿਹਾ ਜੇ ਅੱਗੇ ਉਹਨੂੰ ਰੋਕ ਕੇ, ਵਰਾ ਅਵਤਾਰ ਨੂੰ ਰੋਕ ਕੇ ਖੜਾ ਵੀ, ਤੂੰ ਅੱਗੇ ਨਹੀਂ ਜਾ ਸਕਦਾ, ਨਾ ਤੂੰ ਜਾ ਕੇ ਧਰਤੀ ਚੁੱਕ ਸਕਦਾ, ਨਾ ਤੂੰ ਉੱਤੇ ਜਾ ਸਕਦਾ। ਸ੍ਰੀ ਬਰਾਹ ਤਬ ਚੱਕਰ ਬੁਲਾਵਾ। ਉਸ ਵੇਲੇ ਵਰਾ ਅਵਤਾਰ ਜਿਹੜਾ ਵਿਸ਼ਨੂੰ ਹੈ, ਉਹਨੇ ਆਪਣਾ ਚੱਕਰ ਬੁਲਾਇਆ, ਉਹਨੇ ਆਪਣਾ ਜਿਹੜਾ ਇੱਕ ਚੱਕਰ ਜਿਹੜਾ ਉਹਦੇ ਹੱਥ ਵਿੱਚ ਹੁੰਦਾ ਉਹ ਬੁਲਾਉਣਾ ਕੀਤਾ, ਉਹਦਾ ਸ਼ਾਸਤਰ ਜਿਹੜਾ ਹੈ ਕੋਟ ਸੂਰ ਸਮ ਤਤ ਛਿਨ ਆਵਾ। ਉਹ ਜਿਹੜਾ ਹੈ ਚੱਕਰ, ਜਿਹੜਾ ਕਿ ਕਰੋੜਾਂ ਸੂਰਜਾਂ ਵਰਗਾ ਉਹਦੇ ਉੱਤੇ ਪ੍ਰਕਾਸ਼ ਹੈ, ਉਹ ਚੱਲ ਕੇ ਆਇਆ ਵਿਸ਼ਨੂੰ ਦੇ ਕੋਲ। ਅਸੁਰ ਬਲੀ ਦੇਖਿਓ ਜਿਹੇ ਕਾਲਾ। ਸੋ ਇਹ ਵਰਾ ਅਵਤਾਰ ਜਿਹੜਾ ਵਿਸ਼ਨੂੰ ਅਵਤਾਰ ਹੈ, ਕਹਿੰਦੇ ਇਹ ਅਸੁਰ ਬਲੀ ਦੇਖਿਓ ਜਿਹੇ ਕਾਲਾ। ਕਹਿੰਦੇ ਕਿ ਜਦੋਂ ਉਹ ਅਸੁਰ ਜਿਹੜਾ ਉਹ ਦੈਂਤ ਹੈ, ਉਹ ਬਲੀ, ਉਹਨੇ ਦੇਖਿਆ ਵੀ ਇਹਦਾ ਤਾਂ ਚੱਕਰ ਆ ਗਿਆ, ਹੁਣ ਇਹ ਵਰਾ ਅਵਤਾਰ ਦੇ ਵਿੱਚ ਵਿਸ਼ਨੂੰ ਨੇ ਆਪਣਾ ਚੱਕਰ ਬੁਲਾ ਲਿਆ। ਹੋਇਆ ਸਮੀਪ ਕੇ ਜੁੱਧ ਵਿਸਾਲਾ। ਉਹਨੇ ਨੇੜੇ ਹੋ ਕੇ ਯੁੱਧ ਕਰਨਾ ਸ਼ੁਰੂ ਕਰਤਾ ਵੀ ਇਹਦਾ ਵੀ ਹਥਿਆਰ ਆ ਗਿਆ, ਹੁਣ ਮੈਂ ਹਥਿਆਰ ਇਹਦੇ ਤੇ ਵਰਤ ਸਕਦਾ ਹਾਂ। ਉਹਨੇ ਵੀ ਫਿਰ ਆਪਣੇ ਹਥਿਆਰ ਵਰਤੇ। ਹਰ ਕੀ ਦਿਸ ਪੁਨ ਗਦਾ ਚਲਾਈ। ਉਹਨੇ ਆਪਣੀ ਜਿਹੜਾ ਗਦਾ ਸੀ ਉਹਦੇ ਹੱਥੇ ਉਹਨੇ ਚਲਾਇਆ, ਮਾਰਿਆ ਉਹ ਵਰਾ ਅਵਤਾਰ ਦੇ ਜੋ ਵਿਸ਼ਨੂੰ ਅਵਤਾਰ ਹੈ। ਕੀਏ ਕ੍ਰੋਧ ਬਲ ਸਰਬ ਲਗਾਈ। ਕਹਿਣ ਲੱਗੇ ਕੀਏ ਕ੍ਰੋਧ, ਬਹੁਤ ਬਲ ਦੇ ਨਾਲ, ਗੁੱਸੇ ਨਾਲ ਉਹਨੇ ਇੱਕ ਵਾਰੀ ਜਿਹੜਾ ਹੈ ਜ਼ੋਰ ਦੀ ਵਾਰ ਕੀਤਾ। ਆਵਤ ਗਹੀ ਤਬ ਹੈ ਜਗਤੇਸਾ। ਆਵਤ ਗਹੀ, ਉਹ ਜਿਹੜਾ ਸੁਦਰਸ਼ਨ ਚੱਕਰ ਜਦੋਂ ਆਇਆ ਉਹ ਪਕੜ ਲਿਆ ਉਹ ਜਿਹੜਾ ਵਰਾ ਅਵਤਾਰ ਨੇ ਉਸ ਵੇਲੇ। ਜੋ ਸਰਪਣ ਕੋ ਗਹਿਤ ਖਗੇਸਾ। ਜਿਵੇਂ ਗਰੜ ਜਿਹੜਾ ਹੈ ਸੱਪਾਂ ਨੂੰ ਪਕੜਦਾ ਹੈ। ਫਲ ਘਾਤ ਲਖ ਦੈਤ ਨਰਾਇਆ। ਕਹਿਣ ਲੱਗੇ ਉਹ ਜਿਹੜਾ ਹੈ ਹਿਰਨ ਯਕਸ਼ ਦਾ ਜਿਹੜਾ ਉਹਨੇ ਵਾਰ ਕੀਤਾ ਸੀ ਉਹ ਖਾਲੀ ਚਲਿਆ ਗਿਆ, ਉਹ ਜਿਹੜਾ ਵਰਾ ਅਵਤਾਰ ਦੇ ਨਾਂ ਵੱਜਿਆ। ਰਚੀ ਬਿਸਾਲ ਆਸੁਰੀ ਮਾਇਆ। ਕਹਿਣ ਲੱਗੇ ਰਚੀ, ਉਸ ਵੇਲੇ ਜਿਹੜਾ ਹੈ ਵਿਸ਼ਨੂੰ ਨੇ ਅਸੁਰੀ ਜਿਹੜੀ ਹੈ ਉਹ ਜਿਹੜਾ ਹੈ ਉਸ ਵਿਸ਼ਨੂੰ ਨੂੰ ਮਾਰਨ ਵਾਸਤੇ, ਵਰਾ ਅਵਤਾਰ ਨੂੰ ਮਾਰਨ ਵਾਸਤੇ ਇਹ ਦੈਂਤ ਨੇ ਕੀ ਕੀਤਾ, ਮਾਇਆ ਵਰਤ ਕੇ ਇਹਨੇ ਇੱਕ ਬੜੇ ਦੈਂਤ ਪੈਦਾ ਕਰਤੇ, ਬੜੀ ਫੌਜ ਆਪਣੀ ਬਣਾ ਲਈ ਉੱਥੇ। ਪੌਣ ਪ੍ਰਚੰਡ ਵਰਖ ਰਜ ਛਾਈ। ਕਹਿਣ ਲੱਗੇ ਜਿਹੜੀ ਪੌਣ ਪ੍ਰਚੰਡ ਤੇਜ ਹਵਾ ਵਰਤਣ ਲੱਗੀ। ਦੇਖੋ ਦੈਂਤ ਜਿਹੜਾ ਹਿਰਨ ਯਕਸ਼ ਦਾ ਇਹ ਵੀ ਬੜੀਆਂ ਸ਼ਕਤੀਆਂ ਵਾਲਾ ਸੀ ਨਾ, ਕਹਿੰਦੇ ਇਹਨੇ ਤੇਜ ਹਵਾ ਕਰਤੀ, ਮੀਂਹ ਆ ਗਿਆ, ਭੁਚਾਲ ਆ ਗਏ ਜੀ ਉੱਥੇ। ਸੰਗਨ ਘਨ ਤੜਤਾ ਚਮਕਾਈ। ਕਹਿਣ ਲੱਗੇ ਘਣੇ ਬੱਦਲਾਂ ਦੇ ਵਿੱਚੋਂ ਬਿਜਲੀ ਆਉਣ ਲੱਗ ਪਈ, ਤੇ ਉਹ ਜਿਹੜਾ ਹਨ ਬਿਜਲੀ ਆਉਣ ਲੱਗ ਪਈ ਤੇ ਬਹੁਤ ਜ਼ਿਆਦਾ ਅੱਗ ਦੇ ਵਰਗੇ ਉਹ ਸਾਰੇ ਜਿਹੜੇ ਬੱਦਲ ਚਾਨਣ ਵਿੱਚ ਹੋ ਗਏ ਜੀ। ਇਹ ਜਿਹੜਾ ਵਾਤਾਵਰਨ ਜਿਹੜਾ ਦੁਨੀਆ ਦਾ ਉਹਨੇ ਹਿਲਾ ਕੇ ਰੱਖਤਾ। ਅਸਤ ਰੁਦਰ ਪੂ ਕਚ ਮਲ ਮੂਤਾ। ਕਹਿਣ ਲੱਗੇ ਅਸ਼ਟ ਜਿਹੜਾ ਹੱਡ ਹੈ, ਜਾਂ ਰੁਦਰ ਲਹੂ ਹੈ, ਜਾਂ ਜਦੋਂ ਪੂ ਪਾਕ ਹੈ, ਕੱਚ ਜਿਹੜੇ ਉਹਦੇ ਵਾਲ ਹਨ ਸਾਰੇ, ਤੇ ਮਲ ਤੇ ਮੁੱਤਾ ਜੋ ਗੰਦਗੀ ਹੈ ਜੋ ਸਰੀਰ ਤੋਂ ਨਿਕਲਦੀ ਹੈ। ਬਰਖਤ ਪ੍ਰਗਟੇ ਦਾਨਵ ਭੂਤਾ। ਦੇਖੋ ਇਹ ਦਾਨਵ ਨੇ, ਹਿਰਨ ਯਕਸ਼ ਨੇ ਇਸ ਅਸਮਾਨ ਤੋਂ ਇੱਕ ਚੀਜ਼ਾਂ ਗੰਦਗੀ ਵਾਲੀਆਂ ਡਿੱਗਣੀਆਂ ਸ਼ੁਰੂ ਕਰਤੀਆਂ। ਇਹ ਚੀਜ਼ਾਂ ਧਰਤੀ ਤੇ ਆਉਣ ਲੱਗੀਆਂ ਮੀਂਹ ਵਾਂਗੂ। ਧਰ ਧਰ ਮਾਰ ਹੈ ਮਾਰ ਪੁਕਾਰ ਹੈ। ਧਰ ਧਰ ਕੇ ਉਹਨੂੰ ਮਾਰਦਾ ਹੈ, ਵਰਾ ਅਵਤਾਰ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ, ਧਰ ਧਰ ਕਰਕੇ ਮਾਰਦਾ ਹੈ ਤੇ ਮਾਰ ਮਾਰ ਪੁਕਾਰਦਾ ਵੀ ਹੈ। ਛਿੰਦ ਪਿੰਦ ਬਹੁ ਘਾਤ ਪ੍ਰਹਾਰ ਹੈ। ਕਹਿਣਗੇ ਛਲ ਤੇ ਵੱਲ, ਦੋਵੇਂ ਛਲ ਵੱਲ ਵੀ ਕਰਦਾ ਹੈ, ਹਾਂਜੀ ਇੱਧਰ ਉੱਧਰ ਹੋ ਕੇ ਧੋਖੇ ਨਾਲ ਵੀ ਮਾਰਨਾ ਚਾਹੁੰਦਾ ਹੈ। ਸੋ ਉਹ ਆਪਣਾ ਜਿਹੜਾ ਹੈ ਲੱਭਦਾ ਹੈ ਕੋਈ ਜਿਹੜੀ ਓਪਰਚੁਨਿਟੀ ਮਿਲੇ ਜਿਹਦੇ ਕਰਕੇ ਮੈਂ ਵਰਾ ਅਵਤਾਰ ਨੂੰ ਮਾਰ ਦਵਾਂ। ਇਸ ਪ੍ਰਕਾਰ ਕੀ ਪਿਖ ਕਰ ਮਾਇਆ। ਸੋ ਇਸ ਪ੍ਰਕਾਰ ਦੀ ਜਦੋਂ ਮਾਇਆ ਦੇਖੀ, ਹੁਣ ਮਾਇਆ ਹੁੰਦੀ ਨਾ ਇੱਕ ਇਲੂਸ਼ਨ, ਜਿਹੜਾ ਇਲੂਸ਼ਨ ਬਣਾ ਦਿੱਤਾ ਉਹਨੇ ਚਾਰੇ ਪਾਸੇ ਡਰਾਉਣ ਵਾਸਤੇ ਵਰਾ ਅਵਤਾਰ ਨੂੰ। ਸੋ ਇਹ ਇੱਕ ਇਲੂਸ਼ਨ ਹੈ, ਤਾਂ ਇਹਨੂੰ ਮਾਇਆ ਕਹਿੰਦੇ ਹਾਂ। ਸੋ ਕਹਿੰਦੇ ਇਹਨੇ ਇਲੂਸ਼ਨ ਇਹੋ ਜਿਹਾ ਬਣਾਇਆ
ਤੇ ਵੀ ਵਰਾ ਅਵਤਾਰ ਡਰ ਜਾਵੇ, ਵਿਸ਼ਨੂੰ ਮੇਰੇ ਤੋਂ ਡਰ ਜਾਵੇ। ਜਦੋਂ ਐਸਾ ਮਾਇਆ ਨੂੰ ਦੇਖਿਆ ਵਿਸ਼ਨੂੰ ਅਵਤਾਰ ਵਰਾ ਨੇ, ਸ੍ਰੀ ਬਰਾਹ ਚੱਕਰ ਚਮਕਾਇਆ। ਕਹਿੰਦੇ ਸ੍ਰੀ ਵਰਾ ਅਵਤਾਰ ਨੇ ਆਪਣਾ ਚੱਕਰ ਚਲਾਇਆ, ਸੁਦਰਸ਼ਨ ਚੱਕਰ ਉਹਨੇ ਆਪਣਾ ਭੇਜਿਆ, ਵਾਰ ਕੀਤਾ। ਕਰੀ ਦੂਰ ਤਤ ਛਿਨ ਮਹਿ ਸੋ। ਕਹਿੰਦੇ ਕਰੀ ਦੂਰ ਉਹਨੇ ਆਪਣਾ ਚੱਕਰ ਜਿਹੜਾ ਹੈ ਭੇਜਿਆ, ਉਹ ਸਾਰੀ ਮਾਇਆ ਨੂੰ ਅਲੋਪ ਕਰਤਾ। ਉਹ ਇਲੂਸ਼ਨ ਜਿਹੜਾ ਬਣਾਇਆ ਸੀ ਸਾਰਾ ਡਰਾਉਣੇ ਵਾਸਤੇ, ਉਹ ਸਾਰਾ ਦੂਰ ਕਰਤਾ। ਕਰਨ ਲਗੇ ਰਣ ਗਰਜਤ ਦੋ। ਹੁਣ ਦੋਵੇਂ ਸੂਰਮੇ ਲੜਨ ਲੱਗੇ, ਵਰਾ ਅਵਤਾਰ ਤੇ ਇਹ ਹਿਰਨ ਯਕਸ਼ ਆਪਸ ਵਿੱਚ ਲੜਨ ਲੱਗੇ, 1 to 1 ਹੋ ਗਏ ਜੀ। ਕਰਹਿ ਪ੍ਰਹਾਰ ਗਦਾ ਸਰਬੰਗਾ। ਉਹ ਪਰ ਜਿਹੜਾ ਗਦਾ ਜਿਹੜਾ ਹੈ ਜ਼ੋਰ ਦੀ ਮਾਰਦਾ ਹੈ ਵਰਾ ਦੇ ਸਰਬੰਗਾ ਸਾਰੇ ਅੰਗਾਂ ਵਿੱਚ। ਅਰਨ ਸਰੀਰ ਰੁਦਰ ਕੇ ਸੰਗਾ। ਕਹਿਣ ਲੱਗੇ ਅਰੁਣ ਜਿਹੜਾ ਹੈ ਲਾਲ ਉਹਦਾ ਸਰੀਰ ਹੈ, ਲਹੂ ਵਰਗਿਆ ਉਹਦਾ ਜਿਹੜਾ ਹੈ ਸਰੀਰ ਹੋ ਗਿਆ ਲਾਲ। ਇਹ ਜਿਹੜਾ ਹੈ ਐਸੀ ਲੜਾਈ ਦੇ ਵਿੱਚ ਬਹੁਰ ਲਰਹਿ ਕਰ ਮੁਸਤਨ ਮਾਰੀ। ਫੇਰ ਕੀ ਹੋਇਆ ਜੀ, ਆਪਸ ਵਿੱਚ ਮੁੱਕੀਆਂ ਮਾਰਨ ਲੱਗੇ। ਹੁਣ ਸ਼ਾਸਤਰ ਨਾ ਰਹੇ ਤੇ ਆਪਣੀਆਂ ਮੁੱਕੀਆਂ ਦੇ ਨਾਲ ਇੱਕ ਦੂਜੇ ਨੂੰ ਮੁੱਕੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਘਸੁੰਨ ਬੱਜਰ ਸਮਾਨ ਨਾਦ ਹੋਇਆ ਭਾਰੀ। ਕਹਿਣ ਲੱਗੇ ਬੱਜਰ ਜਦੋਂ ਇੱਕ ਦੂਜੇ ਦੇ ਉਹ ਘਸੁੰਨ ਵੱਜਦਾ ਕਿ ਬਹੁਤ ਸੋਲਿਡ ਆਵਾਜ਼ ਆਉਂਦੀ ਹੈ, ਉੱਚੀ ਭਾਰੀ। ਅਧਿਕ ਕ੍ਰੋਧ ਕਰ ਸ੍ਰੀ ਭਗਵੰਤਾ। ਅਧਿਕ ਕ੍ਰੋਧ, ਬੜਾ ਕ੍ਰੋਧ ਚੜਿਆ ਵਰਾ ਅਵਤਾਰ ਨੂੰ ਉਸ ਵੇਲੇ। ਸਿਰ ਮਹਿ ਮੁਸਤਕ ਹਨੀ ਤੁਰੰਤਾ। ਕਹਿਣ ਲੱਗੇ ਉਹਨੇ ਕੀ ਕੀਤਾ, ਵਰਾ ਅਵਤਾਰ ਨੇ ਗੁੱਸੇ ਵਿੱਚ ਆ ਕੇ ਇੱਕ ਮੁੱਕਾ, ਇੱਕ ਪੰਚ ਜਿਹੜੀ ਸੀਗੀ, ਹਾਂਜੀ ਇੱਕ ਘਸੁੰਨ ਜਿਹੜਾ ਸੀ ਬੜੀ ਜ਼ੋਰ ਦੀ ਉਹਦੇ ਮੂੰਹ ਜਿਹੜਾ ਹਨ ਉਹਦੇ ਸਿਰ ਤੇ ਮਾਰਿਆ। ਇਹ ਜਿਹੜਾ ਹਿਰਨਾਕਸ਼ ਜਿਹੜਾ ਉਹਦੇ ਸਿਰ ਤੇ ਲਾਇਆ ਜੀ ਜ਼ੋਰ ਦੀ। ਖਾਏ ਭੁਵਾਰ ਗਿਰਿਓ ਤਬ ਐਸੇ। ਉਹ ਮੁੱਕਾ ਐਸਾ ਉਹਦੇ ਮੂੰਹ ਤੇ ਵੱਜਿਆ ਕਿ ਉਹ ਭਵਾਰੀ ਇੱਕ ਵਾਰੀ ਇੱਕ ਟਰਨ ਕਰਕੇ ਉਹ ਡਿੱਗ ਪਿਆ ਜੀ ਥੱਲੇ। ਹਿਰਨ ਯਕਸ਼ ਜਿਹੜਾ ਸੀਗਾ ਕੌਣ ਬੇਗ ਤੇ ਤਰ ਧਰ ਜੈਸੇ। ਕਹਿਣ ਲੱਗੇ ਜਿਵੇਂ ਇੱਕ ਵੱਡਾ ਬਿਰਛ ਹਵਾ ਦੇ ਝੌਂਕੇ ਦੇ ਨਾਲ ਥੱਲੇ ਡਿੱਗਦਾ ਹੈ, ਐਵੇਂ ਡਿੱਗ ਪਿਆ ਜੀ ਥੱਲੇ। ਜਿਉ ਬ੍ਰਿਤ ਕੋ ਪੁਰਹੂਤ ਗਿਰਾਵਾ। ਇਸ ਤਰ੍ਹਾਂ ਕਰਕੇ ਜਿਸ ਤਰ੍ਹਾਂ ਕਿ ਬ੍ਰਿਤਾਸੁਰ ਜਿਹੜਾ ਦੈਂਤ ਸੀਗਾ ਉਹਨੂੰ ਇੰਦਰ ਨੇ ਮਾਰਿਆ ਸੀ, ਤਿਉ ਪਰ ਸਿਰ ਕੇ ਬਚ ਬਿਥਰਾਵਾ। ਇਉਂ ਕਰਕੇ ਜਿਹੜਾ ਹੈ ਸਿਰ ਉੱਪਰਲਾ ਜਿਹੜਾ ਹੈ ਉਹਦੇ ਕੇਸ ਖਿਲਰ ਗਏ ਜੀ ਸਾਰੇ। ਹਿਰਨ ਯਕਸ਼ ਜਦੋਂ ਥੱਲੇ ਡਿੱਗਿਆ ਭਵਾਂਦੀ ਖਾ ਕੇ। ਸ੍ਰੀ ਪ੍ਰਭ ਕਰਤੇ ਮ੍ਰਿਤੂ ਨਿਹਰ ਕੈ। ਕਹਿਣ ਲੱਗੇ ਉਸ ਦੀ ਜਿਹੜੀ ਹੈ ਸ੍ਰੀ ਪ੍ਰਭੂ ਉਹ ਵਿਸ਼ਨੂੰ ਦੇ ਅਵਤਾਰ ਵਰਾ ਨੇ ਜਿਹੜਾ ਹੈ ਉਸ ਦੀ ਮ੍ਰਿਤੂ ਦੇਖ ਕੇ, ਉਹਦੀ ਮੌਤ ਜਦੋਂ ਦੇਖੀ, ਕਹੈ ਧਨ ਸੁਰ ਬਚਨ ਉਚਰ ਕੈ। ਕਹੇ ਧਨ, ਉਹ ਧਨ ਕਹਿ ਕੇ ਗਿਆ, ਉਹਨੇ ਧਨ ਦਾ ਬਚਨ ਉਚਾਰਨ ਕੀਤਾ ਕਿ ਇਹ ਜਿਹੜਾ ਹੈ ਉਸ ਵੇਲੇ ਉਹ ਵੀ ਧਨ ਕਹਿ ਕੇ ਗਿਆ। ਕਿਉਂਕਿ ਹਿਰਨ ਯਕਸ਼ ਨੂੰ ਉਹਨੂੰ ਗਿਆਨ ਹੋ ਗਿਆ ਨਾ ਕਿ ਮੈਨੂੰ ਹੁਣ ਜੋ ਵਿਸ਼ਨੂੰ ਨੇ ਮਾਰ ਦਿੱਤਾ ਮੇਰਾ ਜਨਮ ਪੂਰਾ ਹੋ ਗਿਆ। ਕਹਿੰਦੇ ਉਹ ਵੀ ਧਨ ਕਹਿ ਕੇ ਗਿਆ। ਸੋ ਕਹਿੰਦੇ ਕਹੇ ਸਨ। ਫਿਰ ਇਹ ਜਿਹੜਾ ਹੈ ਇਹ ਹਿਰਨ ਯਕਸ਼ ਨੂੰ ਮਰਦੇ ਹੋਏ ਨੂੰ ਦੇਖ ਕੇ ਸੂਰਮਿਆਂ ਜਿਹੜਾ ਹਨ, ਜਿਹੜੇ ਸੂਰ ਹਨ ਦੇਵਤੇ ਹਨ, ਉਹਨਾਂ ਨੇ ਵੀ ਧੰਨ ਧੰਨ ਕਿਹਾ। ਜੈ 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 ਤੁਨ ਕਰ ਚੁਹਕਾਈ। ਸਵਰਗਾਂ ਵਿੱਚੋਂ ਜੈ ਜੈ ਜੈਕਾਰ ਦੀ ਧੁਨ ਆਉਣ ਲੱਗੀ। ਹਰਖ ਪੁਸਪ ਬਰਖਾ ਬਰਖਾਈ। ਉਹਨਾਂ ਨੇ ਫੁੱਲਾਂ ਦੀ ਵਰਖਾ ਕੀਤੀ ਜੀ, ਅਸਮਾਨ ਤੋਂ ਵੀ ਧਰਤੀ ਨੂੰ ਬਚਾ ਲਿਆ ਜੀ। ਹੁਣ ਤਹਿ ਕੋ ਮਾਰ ਧਰੀ ਪੁਨ ਧਰਨੀ। ਤਹਿ ਕੋ ਮਾਰ, ਉਸ ਨੂੰ ਮਾਰ ਕਰਕੇ ਹਿਰਨ ਯਕਸ਼ ਨੂੰ ਮਾਰ ਕੇ ਫੇਰ ਧਰਤੀ ਨੂੰ ਉਹਨਾਂ ਨੇ ਜਿਹੜਾ ਹਨ ਪ੍ਰਗਟ ਕੀਤਾ, ਪਾਣੀ ਤੋਂ ਬਾਹਰ ਲੈ ਕੇ ਆਏ। ਇਹ ਜਿਹੜਾ ਵਰਾ ਅਵਤਾਰ ਸੀ। ਕਰ ਬੰਦਤ ਸੁਰ ਉਸਤਤ ਬਰਨੀ। ਕਰ ਬੰਧਨ ਸਾਰਿਆਂ ਨੇ ਆਪਣੇ ਹੱਥ ਬੰਨ ਕੇ ਉਸਤਤ ਕੀਤੀ ਜੀ ਵਰਾ ਅਵਤਾਰ ਦੀ ਵਿਸ਼ਨੂੰ ਦੀ। ਸ੍ਰੀ ਅੰਗਦ ਜੀ ਸੁਣ ਇਸ ਭਾਂਤੀ। ਭਾਈ ਬਾਲਾ ਜੀ ਕਹਿੰਦੇ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਭਾਂਤੀ ਇਸ ਪ੍ਰਕਾਰ ਇਹ ਕਥਾ ਜਿਹੜੀ ਹੈ, ਇਹ ਕਥਾ ਸ੍ਰੀ ਗੁਰੂ ਸੁਹਾਤੀ। ਇਹ ਸ੍ਰੀ ਕਥਾ ਜਿਹੜੀ ਹੈ ਮਹਾਰਾਜ ਨੇ ਜਿਹੜੀ ਹੈ ਭਾਈ ਮਰਦਾਨੇ ਨੂੰ ਦੱਸੀ ਉਸ ਵੇਲੇ ਸਮਝਾਉਣ ਵਾਸਤੇ। ਮਰਦਾਨਾ ਸੁਣ ਕਰ ਹਰ ਖਾਨਾ। ਭਾਈ ਮਰਦਾਨਾ ਸੁਣ ਕੇ ਬੜਾ ਖੁਸ਼ ਹੋਇਆ। ਅੱਗੇ ਕੋ ਕੀਨ ਪਿਆਨਾ। ਫਿਰ ਅੱਗੇ ਨੂੰ ਪਿਆਨਾ ਕੀਤਾ, ਅੱਗੇ ਉੱਤੇ ਫਿਰ ਹੋਰ ਅੱਗੇ ਜਾਣਾ ਕੀਤਾ। ਇਸ ਪ੍ਰਕਾਰ ਕਰਕੇ ਇਹ ਸਾਰਾ ਹੀ ਪ੍ਰਸੰਗ ਜਿਹੜਾ ਹੈ ਪਿਛਲੀ ਜਿਹੜੀ ਹਨ ਕਥਾ ਉਹ ਸੁਣਾਉਣੀ ਕੀਤੀ ਕਿ ਕਿਸ ਤਰ੍ਹਾਂ ਇਹ ਜਿਹੜੀ ਕਥਾ ਜਿਹੜੀ ਹੈ ਕਿਸ ਤਰ੍ਹਾਂ ਹੋਈ, ਸੰਸਾਰ ਕਿਵੇਂ ਬਣਿਆ, ਕੀ ਹੋਇਆ ਕੀ ਨਹੀਂ ਹੋਇਆ। ਸੋ ਇਹ ਜਿਹੜੀ ਕਥਾ ਤੋਂ ਆਪਾਂ ਸਿੱਖਿਆ ਲੈਣੀ ਹੈ ਕਿ ਕਿਸ ਤਰ੍ਹਾਂ ਪਰਮਾਤਮਾ ਆਪਣੀ ਖੇਡ ਨੂੰ ਵਰਤਾਉਂਦਾ ਹੈ, ਕਿਸ ਤਰ੍ਹਾਂ ਆਪਣੇ ਕਰਮਾਂ ਨੂੰ ਭੁਗਤਾਉਣ ਵਾਸਤੇ ਡਿਫਰੈਂਟ ਸਿਚੁਏਸ਼ਨ ਪੈਦਾ ਕਰਦਾ ਹੈ। ਸ਼ਰਾਪ ਆਪ ਹੀ ਦਵਾਉਂਦਾ ਹੈ, ਉਹ ਸ਼ਰਾਪ ਦੀ ਨਿਵਰਤੀ ਵੀ ਫਿਰ ਆਪ ਹੀ ਕਰਦਾ ਹੈ। ਸੋ ਸਭ ਪਰਮਾਤਮਾ ਹੀ ਕਰਨ ਤੇ ਕਰਾਉਣ ਵਾਲਾ ਹੈ। ਇਹੀ ਸਿੱਖਿਆ ਇਸ ਅੰਗ ਤੋਂ ਜਿਹੜਾ ਅਧਿਆਇ ਤੋਂ ਮਿਲਦੀ ਹੈ ਕਿ ਉਸ ਪਰਮੇਸ਼ਰ ਜਿਹੜਾ ਹੈ ਹਮੇਸ਼ਾ ਤੋਂ ਲੈ ਕੇ ਉਹੀ ਪਰਮੇਸ਼ਰ ਦਾ ਰਾਜ ਦੁਨੀਆ ਤੇ ਹੁੰਦਾ
ਹੁੰਦਾ ਹੈ। ਬੰਦਾ ਥੋੜੇ ਸਮੇਂ ਵਿੱਚ ਆਪਣੇ ਲਾਈਫ ਟਾਈਮ 'ਚ ਸੋਚਦਾ ਕਿ ਮੈਂ ਰਾਜ ਕਰਦਾ ਹਾਂ, ਮੈਂ ਤਾਕਤਵਰ ਹਾਂ, ਪਰ ਅਸਲ ਵਿੱਚ ਉਹ ਇੱਕ ਖਿਡੌਣਾ ਹੀ ਹੈ। ਉਹ ਇੱਕ ਜਿਹੜਾ ਹਨ ਇੱਕ ਡੋਲ ਦੀ ਤਰ੍ਹਾਂ ਉਹ ਜਿਹੜਾ ਹੈ ਜਿਵੇਂ ਉਹਨੂੰ ਪਰਮਾਤਮਾ ਖਿਡਾਉਂਦਾ ਖੇਡ ਲੈਂਦਾ ਹੈ, ਪਰ ਉਹਦੇ ਵਿੱਚੋਂ ਬੰਦਾ ਆਪਣੇ ਹੰਕਾਰ ਨੂੰ ਪੈਦਾ ਕਰ ਲੈਂਦਾ ਹੈ। ਉਹ ਹੰਕਾਰ ਦੇ ਪੈਦਾ ਹੋਣ ਕਰਕੇ ਉਹਨੂੰ ਹੋਰ ਜਨਮਾਂ ਵਿੱਚ ਜਾਣਾ ਪੈ ਜਾਂਦਾ ਹੈ। ਇਸ ਕਰਕੇ ਜੇ ਕਿਤੇ ਪਰਮਾਤਮਾ ਦੀ ਖੇਡ ਨੂੰ ਪਰਮਾਤਮਾ ਦੀ ਜਾਣ ਕਰਕੇ ਉਸ ਖੇਡ ਨੂੰ ਆਪਾਂ ਪਰਮਾਤਮਾ ਦੀ ਜਾਣ ਕਰਕੇ ਉਸ ਦੇ ਵਿੱਚ ਹੀ ਆਪਣਾ ਆਨੰਦ ਮਾਣੀਏ ਤਾਂ ਸੁੱਖ ਹੋਵੇਗਾ। ਇਸ ਤਰ੍ਹਾਂ ਜਿਵੇਂ ਕੋਈ ਮੱਛੀ ਪਾਣੀ ਦਾ ਅੰਤ ਪਾਉਣਾ ਚਾਹੇ ਤਾਂ ਫਿਰ ਉਹ ਮੱਛੀ ਮੁੜ ਮੁੜ ਕੇ ਜਨਮ ਲਈ ਜਾਏਗੀ, ਪਰ ਅੰਤ ਨਹੀਂ ਆਉਣਾ। ਇਸ ਪ੍ਰਕਾਰ ਕਰਕੇ ਪਰਮਾਤਮਾ ਇੱਕ ਸਮੁੰਦਰ ਹੈ ਜਿਹਦੇ ਵਿੱਚ ਆਪਾਂ ਜਨਮ ਲੈ ਕੇ ਮੱਛੀ ਦੀ ਤਰ੍ਹਾਂ ਆਉਂਦੇ ਹਾਂ। ਉਸ ਦੇ ਵਿੱਚ ਜੇ ਪਰਮਾਤਮਾ ਦਾ ਪ੍ਰੇਮ, ਪਰਮਾਤਮਾ ਦੀ ਪ੍ਰਾਪਤੀ ਕਰ ਲਈਏ ਤਾਂ ਫਿਰ ਆਪਣਾ ਜਨਮ ਸਫਲ ਹੈ। ਨਹੀਂ ਤਾਂ ਜੇ ਆਪਾਂ ਉਹਦਾ ਅੰਤ ਪਾਉਣਾ ਚਾਹੀਏ ਵੀ ਇਹ ਨਹੀਂ ਜੀ, ਉਹ ਨਹੀਂ ਜੀ, ਇਹ ਨਹੀਂ ਜੀ, ਉਹਦਾ ਅੰਤ ਪਾਉਣਾ ਚਾਹੀਏ, ਫਿਰ ਤਾਂ ਗੱਲ ਮੁੱਕਣੀ ਨਹੀਂ ਕਿਤੇ ਵੀ ਇਹ ਗੱਲ ਨਹੀਂ ਮੁੱਕਣ ਵਾਲੀ, ਕਿਉਂਕਿ ਹਰ ਇੱਕ ਚੀਜ਼ ਇੱਕ ਕੁਐਸਚਨ ਮਾਰਕ ਬਣ ਕੇ ਰਹਿ ਜਾਣੀ ਹੈ। ਇਹ ਕਿਉਂ ਹੈ? ਤੁਸੀਂ ਸਿਰੇ ਤੱਕ ਚੱਲ ਜਾਓ ਫਿਰ ਵੀ ਇੱਕ ਕੁਐਸਚਨ ਮਾਰਕ ਹੈ, ਇਹ ਕਿਉਂ ਹੈ? ਅੱਗੇ ਤੋਂ ਅੱਗੇ ਜਾਈ ਜਾਓ, ਕਿੱਥੇ ਮੁੱਕਣਾ ਹੈ? ਕਿਉਂਕਿ ਸੰਸਾਰ ਅੱਜ ਦਾ ਥੋੜ੍ਹਾ ਬਣਿਆ ਹੋਇਆ ਹੈ, ਇਹ ਤਾਂ ਕਿੰਨਾ ਪੁਰਾਣਾ ਹੈ। ਇਹਦੇ ਵਿੱਚ ਜੀਵ ਜਿਹੜੇ ਆਏ ਹੋਏ ਹਨ ਉਹ ਵੀ ਪਤਾ ਨਹੀਂ ਕਿਹੜੇ ਕਿਹੜੇ ਜਨਮਾਂ ਤੋਂ ਆਏ, ਕਿਹੜੇ ਕਿਹੜੇ ਯੁਗਾਂ ਵਿੱਚੋਂ ਆਏ, ਕਿੱਥੋਂ ਹੋ ਕੇ ਆਏ, ਉਹਨਾਂ ਦੇ ਕਿਹੋ ਜਿਹੇ ਕਰਮ ਸੀ, ਕੌਣ ਸੀ। ਦੇਖੋ ਕਿੰਨੀ ਕੰਪਲੀਕੇਟਡ ਹੈ। ਪਰ ਇਹਦੇ ਵਿੱਚੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਾਂ ਨੂੰ ਇੱਕੋ ਗੱਲ ਸਮਝਾਈ ਆ ਨਾ ਕਿ ਪਰਮਾਤਮਾ ਨੂੰ ਪਾਓ, ਇਹ ਝਮੇਲੇ 'ਚ ਨਾ ਪਾਓ। ਇਹ ਮਾਇਆ ਦਾ ਝਮੇਲਾ ਹੈ, ਇਹ ਝਮੇਲੇ 'ਚ ਫਸ ਗਏ ਫਿਰ ਤਾਂ ਇਹਦਾ ਅੰਤ ਨਹੀਂ ਆਉਣਾ। ਇਹਦੇ ਵਿੱਚ ਹੀ ਆਪਾਂ ਫਸੇ ਰਵਾਂਗੇ, ਆਪਾਂ ਇਹਦੇ ਵਿੱਚ ਹੀ ਮੁੜ ਕੇ ਪਾਰਟਿਸਿਪੇਟ ਕਰੀ ਜਾਣਾ ਹੈ। ਜੇ ਕਿਤੇ ਉਹ ਪਰਮਾਤਮਾ ਨੂੰ ਪਾ ਲਈਏ ਤਾਂ ਇਹ ਸਾਰੀ ਜਿਹੜੇ ਖੇਡ ਨੂੰ ਬਣਾਉਣ ਵਾਲਾ ਜੇ ਆਪਾਂ ਉਸ ਨੂੰ ਧਿਆ ਲਈਏ, ਕਿਉਂਕਿ ਉਹ ਹੀ ਇੱਕ ਹੈ ਜਿਹੜਾ ਨਹੀਂ ਕਿਤੇ ਬਦਲਿਆ, ਉਹੀ ਇੱਕ ਆ ਜੋ ਹਮੇਸ਼ਾ ਵਾਸਤੇ ਹੋਈ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਉਹੀ ਇੱਕ ਹੈ, ਉਹੀ ਸੱਤ ਹੈ, ਉਹੀ ਸਭ ਕੁਝ ਹੈ, ਉਸ ਤੋਂ ਬਗੈਰ ਨਹੀਂ ਕੁਝ ਵੀ ਹੈਗਾ। ਸੋ ਇਹੀ ਸਿੱਖਿਆ ਲੈ ਕੇ ਆਪਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸ੍ਰੀ ਅੰਗਦ ਜੀ ਸੁਣ ਇਸ ਭਾਂਤੀ ਕਹੀ ਕਥਾ ਸ੍ਰੀ ਗੁਰ ਸੁਹਾਤੀ, ਮਰਦਾਨਾ ਸੁਨ ਕਰ ਹਰ ਖਾਨਾ ਉਨ ਆਗੇ ਕੋ ਕੀਨ ਪਿਆਨਾ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਸ੍ਰੀ ਬੈਰਾਹ ਪ੍ਰਸੰਗ ਵਰਣਨ ਨਾਮ 70ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।